ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਣਾ ਚਾਹਾਂਗਾ। ਮੈਂ ਸੰਦੀਪ ਸ਼ਰਮਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਅੱਜ ਕੱਲ੍ਹ ਸੰਦੀਪ ਬਿਆਸ ਦੇ ਨਾਂ ਦੇ ਉੱਤੇ ਤੁਸੀਂ ਜਾਣਦੇ ਹੋਵੋਗੇ। ਮੇਰਾ ਜਿਹੜਾ ਸਭ ਤੋਂ ਪਹਿਲਾਂ ਮੈਂ ਆਪਣੇ ਜਨਮ ਸਥਾਨ ਬਾਰੇ ਦੱਸਾਂ ਤੇ ਮੇਰਾ ਜਨਮ ਸਥਾਨ ਜਿਹੜਾ ਹੈ ਉਹ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਪਿੰਡ ਨਥਾਣਾ। ਮੁੱਢਲੀ ਪੜ੍ਹਾਈ ਵੀ ਉੱਥੋਂ ਦੀ ਹੈ। ਉਸ ਤੋਂ ਬਾਅਦ ਕਾਲਜ ਦਾ ਸਮਾਂ ਉਹ ਬਠਿੰਡਾ ਦਾ ਹੀ ਰਿਹਾ। ਉਸ ਤੋਂ ਬਾਅਦ ਚੱਲਦੇ 2001 ਦੇ ਵਿੱਚ ਕੁਛ ਕਾਰਨਾਂ ਕਰਕੇ ਜਾਂ ਇਹ ਕਹਿ ਲਓ ਕਿ ਅੰਜਲ ਜਿਹੜਾ ਹੈ ਉਹ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਬਿਆਸ ਦੇ ਵਿੱਚ 2001 ਤੋਂ ਪੱਕੇ ਤੌਰ 'ਤੇ ਅਸੀਂ ਰਹਿ ਰਹੇ ਹਾਂ ਔਰ ਅੱਜ ਕੱਲ੍ਹ ਜਿਹੜਾ ਹੈ ਮੌਜੂਦਾ ਉਹ ਬਿਆਸ ਹੀ ਹੈ। ਬਚਪਨ ਦੇ ਵਿੱਚ ਪੜ੍ਹਾਈ ਦੇ ਦੌਰਾਨ ਜਿਹੜੇ ਸ਼ੌਂਕ ਰਹੇ ਉਸ ਵੇਲੇ ਖੇਡਣ ਦਾ ਸ਼ੌਂਕ ਸੀਗਾ। ਫੁੱਟਬਾਲ ਜਿੱਦਾਂ ਆਪਦੇ ਹਮ ਉਮਰ ਕਲਾਸ ਫੈਲੋ ਉਹਨਾਂ ਦੇ ਨਾਲ ਖੇਡਦੇ ਰਹੇ। ਉਸ ਤੋਂ ਬਾਅਦ ਜਦੋਂ ਪੜ੍ਹਾਈ ਵਾਸਤੇ ਬਠਿੰਡਾ ਗਏ ਉਸ ਵੇਲੇ ਦੇ ਵਿੱਚ ਥੋੜ੍ਹਾ ਮਿਊਜ਼ਿਕ ਦਾ ਸ਼ੌਂਕ ਰਿਹਾ। ਕਲਾਸੀਕਲ ਮਿਊਜ਼ਿਕ ਸੁਣਨਾ, ਗਜ਼ਲਾਂ ਨੁਸਰਤ ਸਾਹਿਬ ਤੋਂ ਸਟਾਰਟ ਹੋਇਆ ਅਤੇ ਅੱਗੇ ਇਹ ਕਾਫੀ ਹੱਦ ਤੱਕ ਇੱਕ ਮਤਲਬ ਸ਼ੌਂਕ ਵਧਿਆ। ਉਸ ਟਾਈਮ ਦੇ ਵਿੱਚ ਕੈਸਟਾਂ ਦਾ ਦੌਰ ਸੀ ਅਤੇ ਉਸ ਵੇਲੇ ਕੈਸਟਾਂ ਇਕੱਠੀਆਂ ਕਰਨੀਆਂ ਵੀ ਇੱਕ ਸ਼ੌਂਕ ਦਾ ਹਿੱਸਾ ਬਣ ਗਿਆ ਅਤੇ ਕਾਫੀ ਕਲੈਕਸ਼ਨ ਉਸ ਵੇਲੇ ਕੈਸਟਾਂ ਦੀ ਵੀ ਕੀਤੀ। ਉਸ ਤੋਂ ਬਾਅਦ ਫਿਰ ਜ਼ਿੰਦਗੀ ਦੇ ਵਿੱਚ ਕੁਛ ਸੈਟਲ ਹੋਣ ਵਾਸਤੇ ਜਿੱਦਾਂ ਸਟਰਗਲ ਪੀਰੀਅਡ ਰਿਹਾ। ਜਿਸ ਵੇਲੇ ਬਿਆਸ ਆਏ ਅਤੇ ਬਿਆਸ ਆ ਕੇ ਕੁਛ ਅੱਛੇ ਦੋਸਤਾਂ ਨਾਲ, ਕੁਛ ਅੱਛੇ ਸ਼ਾਇਰਾਂ ਦੇ ਨਾਲ ਜਿਹੜਾ ਹੈ ਰਾਬਤਾ ਕਾਇਮ ਹੋਇਆ। ਉੱਥੋਂ ਥੋੜ੍ਹਾ ਜਿਸ ਵੇਲੇ ਸੋਸ਼ਲ ਮੀਡੀਆ ਦੇ ਫੇਸਬੁੱਕ ਦੇ ਰਾਹੀਂ ਐਕਟਿਵ ਹੋਏ ਅਤੇ ਉਸ ਵੇਲੇ ਦੇ ਵਿੱਚ ਕੁਛ ਜਿਹੜੇ ਅੱਛੇ ਸ਼ਾਇਰ ਸੀ ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਕਰਕੇ ਲਿਖਣ ਦੀ ਜਿਹੜੀ ਕੋਈ ਇੱਛਾ ਸੀ ਉਹ ਥੋੜ੍ਹੀ ਕਹਿ ਸਕਦੇ ਹਾਂ ਕਿ ਜਾਗਰਤ ਹੋਈ। ਉਸੇ ਦੌਰਾਨ ਹੀ ਕੁਛ ਮਤਲਬ ਰਚਨਾਵਾਂ ਲਿਖੀਆਂ ਜਿਹਦੇ ਵਿੱਚ ਮੁੱਢਲੇ ਤੌਰ 'ਤੇ ਜਿੱਦਾਂ ਕੋਈ ਪੋਇਟ ਜਾਂ ਸ਼ਾਇਰ ਲਿਖਣ ਦੀ ਕੋਸ਼ਿਸ਼ ਕਰਦਾ ਔਰ ਉਸ ਤੋਂ ਬਾਅਦ ਫਿਰ ਜਦੋਂ ਅੱਛੇ ਲੋਕਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਅਤੇ ਫਿਰ ਕੁਛ ਆਪਣਾ ਗਜ਼ਲਾਂ ਲਿਖਣ ਦਾ ਵੀ ਮੌਕਾ ਮਿਲਿਆ ਜਾਂ ਉਸ ਦੌਰਾਨ ਗਜ਼ਲਾਂ ਕਹੀਆਂ। ਇਸ ਦੇ ਨਾਲ ਹੀ ਚੱਲਦੇ ਸੋਸ਼ਲ ਮੀਡੀਆ ਨੇ ਇੱਕ ਹੋਰ ਜਿਹੜਾ ਸ਼ੌਂਕ ਨਵਾਂ ਦਿੱਤਾ ਉਹ ਆਪਣਾ ਕਹਿ ਸਕਦੇ ਹਾਂ ਕਿ ਪੰਛੀਆਂ ਦੀ ਜਿਹੜੀ ਫੋਟੋਗ੍ਰਾਫੀ ਜਾਂ ਪੰਛੀਆਂ ਦੇ ਬਾਰੇ ਜਿਹੜੀ ਜਾਣਕਾਰੀ ਹਾਸਲ ਕਰਨਾ, ਪੰਛੀਆਂ ਨੂੰ ਦੇਖਣ ਦੇ ਪ੍ਰਤੀ ਇੱਕ ਜਿਹੜਾ ਨਜ਼ਰੀਆ ਉਸ ਵੇਲੇ ਚੇਂਜ ਹੋਇਆ। ਉਹਦੇ ਪਿੱਛੇ ਵੀ ਇੱਕ ਛੋਟਾ ਜਿਹਾ ਕਾਰਨ ਰਿਹਾ ਕਿ ਸਾਡੇ ਇੱਕ ਦੋਸਤ ਸਾਡੇ ਲਈ ਇੱਕ ਕੈਮਰਾ ਲੈ ਕੇ ਆਏ ਅਤੇ ਉਹ ਕੈਮਰੇ ਦੇ ਨਾਲ ਜਦੋਂ ਆਲੇ ਦੁਆਲੇ ਫੁੱਲਾਂ ਦੀਆਂ, ਬੱਚਿਆਂ ਦੀਆਂ ਜਾਂ ਹੋਰ ਕੋਈ ਫੋਟੋਆਂ ਖਿੱਚਣੀਆਂ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਦੋਸਤ ਸਰਦਾਰ ਨਵਤੇਜ ਸਿੰਘ ਜਿਹੜੇ ਕਿ ਕੈਕਟਸ ਲਵਰ ਵੀ ਨੇ ਔਰ ਬਹੁਤ ਅੱਛੇ ਇਨਸਾਨ ਵੀ ਨੇ, ਉਹਨਾਂ ਦੇ ਸੰਪਰਕ ਦੇ ਵਿੱਚ ਆ ਕੇ ਪੰਛੀਆਂ ਦੀ ਫੋਟੋਗ੍ਰਾਫੀ ਬਾਰੇ ਥੋੜ੍ਹੀ ਜਾਣਕਾਰੀ ਮਿਲਣੀ ਸ਼ੁਰੂ ਹੋਈ। ਪੰਛੀਆਂ ਦੇ ਬਾਰੇ ਥੋੜ੍ਹਾ ਜਾਣਨਾ ਸ਼ੁਰੂ ਕੀਤਾ। ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਸੀ ਉਹ ਕੈਮਰਾ ਔਰ ਆਪ ਜੀ ਅਗਰ ਜਾਣਦੇ ਹੋ ਤਾਂ ਜਿੱਦਾਂ ਕੈਮਰੇ ਪੰਛੀਆਂ ਦੀ ਫੋਟੋਗ੍ਰਾਫੀ ਦੇ ਵਾਸਤੇ ਥੋੜ੍ਹਾ ਸਪੈਸ਼ਲ ਇੰਸਟਰੂਮੈਂਟ ਜਿੱਦਾਂ ਕਿ ਲੈਂਸ ਪ੍ਰੋਪਰ ਹੋਣਾ, ਕੈਮਰਾ ਪ੍ਰੋਪਰ ਹੋਣਾ ਜ਼ਰੂਰੀ ਹੈ ਅਤੇ ਫਿਰ ਉਹ ਜਿੱਦਾਂ ਇੰਸਟਰੂਮੈਂਟ ਥੋੜ੍ਹੇ ਅਪਗ੍ਰੇਡ ਕੀਤੇ ਅਤੇ ਫਿਰ ਉਹ ਪੰਛੀਆਂ ਦੀ ਫੋਟੋਗ੍ਰਾਫੀ ਵਾਲੇ ਪਾਸੇ ਥੋੜ੍ਹਾ ਆਪਣਾ ਧਿਆਨ ਦਿੱਤਾ। ਇਸੇ ਦੌਰਾਨ ਹੀ ਪੰਛੀਆਂ ਦੀ ਫੋਟੋਗ੍ਰਾਫੀ ਦੇ ਨਾਲ ਪੰਛੀਆਂ ਬਾਰੇ ਜਾਣਕਾਰੀ ਸਾਡੇ ਆਲੇ ਦੁਆਲੇ, ਸਾਡੇ ਖਿੱਤੇ ਦੇ ਵਿੱਚ, ਸਾਡੇ ਜ਼ਿਲ੍ਹੇ ਦੇ ਵਿੱਚ, ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਮਤਲਬ ਪੰਛੀਆਂ
ਦੀ ਕੀ ਮਤਲਬ ਗਿਣਤੀ ਹੈ, ਕਿੰਨੇ ਤਰ੍ਹਾਂ ਦੇ ਪੰਛੀ ਹੈ, ਕਿਹੜੀਆਂ ਕਿਸਮਾਂ ਦੇ ਪੰਛੀ ਹੈ, ਉਹਨਾਂ ਦੇ ਬਾਰੇ ਫਿਰ ਜਾਣਕਾਰੀ ਹਾਸਲ ਕਰਨੀ ਸ਼ੁਰੂ ਕੀਤੀ। ਪੰਛੀਆਂ ਦੇ ਵਿੱਚ ਅਗਰ ਆਪਾਂ ਮੁੱਢਲੀ ਗੱਲਬਾਤ ਕਰੀਏ, ਸ਼ੁਰੂ ਕਰਦੇ ਹਾਂ ਜਿੱਥੋਂ ਆਪਾਂ, ਤੇ ਸਭ ਤੋਂ ਪਹਿਲਾਂ ਅਸੀਂ ਸਾਰੇ ਜਿਹੜੇ ਹੈਗੇ ਆ ਆਪਾਂ ਇਸ ਧਰਤੀ ਦੇ ਵਸਿੰਦੇ, ਉਹ ਆਪਣੇ ਆਲੇ ਦੁਆਲੇ ਦੇ ਪੰਛੀਆਂ ਨੂੰ ਹੀ ਪੰਛੀਆਂ ਦਾ ਸੰਸਾਰ ਸਮਝ ਲੈਂਦੇ ਆ। ਔਰ ਅਗਰ ਅਸੀਂ ਇੱਕ ਥੋੜ੍ਹਾ ਜਿਹਾ ਇੱਕ ਐਕਸਪਰਟ ਦੇ ਤੌਰ 'ਤੇ ਜਾਂ ਜਿਨ੍ਹਾਂ ਨੂੰ ਥੋੜ੍ਹੀ ਮੁੱਢਲੀ ਜਾਣਕਾਰੀ ਹਾਸਲ ਆ, ਜਾਂ ਜਿੱਦਾਂ ਅਸੀਂ ਫੋਟੋਗ੍ਰਾਫੀ ਦੇ ਦੌਰਾਨ ਇਹਨਾਂ ਪੰਛੀਆਂ ਬਾਰੇ ਜਾਣਿਆ, ਤਾਂ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਹੈਰਾਨੀਜਨਕ ਗੱਲ ਦੱਸਦਾ ਕਿ ਜਿਹੜੇ ਅਸੀਂ ਆਮ ਸਧਾਰਨ ਲੋਕ ਹਾਂ, ਆਪਾਂ ਪੰਛੀਆਂ ਬਾਰੇ ਸਿਰਫ 10% ਜਾਣਕਾਰੀ ਰੱਖਦੇ ਹਾਂ, ਜਾਂ 10% ਪੰਛੀਆਂ ਦੇ ਨਾਵਾਂ ਬਾਰੇ ਜਾਣਕਾਰੀ ਰੱਖਦੇ ਹਾਂ। ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਅੱਜ ਦਾ ਪੰਜਾਬ ਆ ਅਤੇ ਜਿਹੜਾ ਸਾਡਾ ਪੁਰਾਣਾ ਪੰਜਾਬ ਆ ਉਹਦੇ ਵਿੱਚ ਕਾਫੀ ਅੰਤਰ ਹੈ। ਅੱਜ ਦਾ ਜਿਹੜਾ ਪੰਜਾਬ ਹੈ ਇਹਦੇ ਵਿੱਚ ਲਗਭਗ 250 ਦੇ ਕਰੀਬ ਜਿਹੜੇ ਪੰਛੀ ਉਹ ਪੰਜਾਬ ਦੇ ਵਿੱਚ ਮੰਨੇ ਜਾਂਦੇ ਆ। ਜੇ ਆਪਾਂ ਪੰਛੀਆਂ ਦੀ ਵੰਡ ਕਰੀਏ ਤਾਂ ਪੰਛੀਆਂ ਨੂੰ ਅਸੀਂ 4 ਗਰੁੱਪ ਜਿਹੜੇ ਮੰਨ ਸਕਦੇ ਹਾਂ। ਇੱਕ ਤਾਂ ਜਿਹੜੇ ਪੱਕੇ ਤੌਰ 'ਤੇ ਵਸਨੀਕ ਆ, ਜਿਹੜੇ ਪੂਰਾ ਸਾਲ ਸਾਡੇ ਆਲੇ ਦੁਆਲੇ ਗਰਮੀ ਸਰਦੀ ਰਹਿੰਦੇ ਆ, ਉਹ ਅਸੀਂ ਸਾਰੇ ਉਹਨਾਂ ਤੋਂ ਵਾਕਫ ਹਾਂ। ਜਿੱਦਾਂ ਮੋਰ ਹੋ ਗਏ, ਕਾਂ ਹੋ ਗਏ, ਕਬੂਤਰ ਹੋ ਗਏ, ਚਿੜੀਆਂ ਹੋ ਗਈਆਂ, ਗਟਾਰਾਂ ਹੋ ਗਈਆਂ, ਇਹ ਪੱਕੇ ਵਸਨੀਕ ਹੈਗੇ ਆ। ਇਹ ਹਰ ਵੇਲੇ ਸਾਨੂੰ ਵੀ ਇਹੀ ਲੱਗਦਾ ਕਿ ਸ਼ਾਇਦ ਸਾਡੇ ਪੰਜਾਬ ਦੇ ਵਿੱਚ ਜਾਂ ਧਰਤੀ ਦੇ ਉੱਤੇ ਇਹੀ ਪੰਛੀ ਹੈ। ਦੂਸਰੇ ਪੰਛੀ ਮੌਸਮ ਦੇ ਹਿਸਾਬ ਨਾਲ ਜਗ੍ਹਾ ਤਬਦੀਲ ਕਰਦੇ ਆ। ਜਿੱਦਾਂ ਕਿ ਜਿਹੜੇ ਪੰਛੀ ਠੰਡ ਬਰਦਾਸ਼ਤ ਨਹੀਂ ਕਰ ਸਕਦੇ, ਉਹ ਗਰਮ ਮੌਸਮ, ਗਰਮ ਵੈਦਰ ਵਾਲੇ ਇਲਾਕੇ ਦੇ ਵਿੱਚ ਚਲੇ ਜਾਂਦੇ ਆ। ਪੰਛੀ ਦੇ ਨਾਵਾਂ ਨਾਲ ਅਗਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣ ਦੀ ਕੋਸ਼ਿਸ਼ ਕਰਾਂ, ਜਿੱਦਾਂ ਸਨਬਰਡ ਹੈ, ਸ਼ੱਕਰਖੋਰਾ ਹੈ, ਪਤਰੰਗਾ ਹੈ, ਬਲੂ ਬੀਟਰ ਹੈ, ਜਾਂ ਹੋਰ ਛੋਟੇ ਪੰਛੀ ਹੈ। ਜਿੱਦਾਂ ਹੀ ਸਰਦੀ ਦਾ ਮੌਸਮ ਆਉਂਦਾ, ਇਹ ਸਾਊਥ ਵਾਲੀ ਸਾਈਡ ਚਲੇ ਜਾਂਦੇ, ਗਰਮ ਮੌਸਮਾਂ ਦੇ ਵਿੱਚ ਚਲੇ ਜਾਂਦੇ ਆ। ਪਰ ਜਿੱਦਾਂ ਸਾਡੇ ਇੱਧਰ ਥੋੜ੍ਹੀ ਜਿਹੀ ਗਰਮੀ ਹੁੰਦੀ ਹੈ, ਸਾਊਥ ਦੇ ਵਿੱਚ ਥੋੜ੍ਹੀ ਜ਼ਿਆਦਾ ਹੋ ਜਾਂਦੀ ਹੈ, ਫਿਰ ਇਹ ਵਾਪਸ ਆਉਣਾ ਸ਼ੁਰੂ ਹੋ ਜਾਂਦੇ ਆ। ਜਿਹੜੇ ਮੌਸਮਾਂ ਦੇ ਨਾਲ ਆਪਦੀ ਜਗ੍ਹਾ ਚੇਂਜ ਕਰਦੇ ਆ, ਉਹ ਇੱਕ ਕੰਟਰੀ ਦੇ ਤੌਰ 'ਤੇ, ਇੱਕ ਦੇਸ਼ ਦੇ ਤੌਰ 'ਤੇ, ਜਿੱਦਾਂ ਇੰਡੀਆ ਦੇ ਵਿੱਚ ਉਹ ਭ੍ਰਮਣ ਕਰਦੇ ਆ, ਜਾਂ ਆਪਦਾ ਇੰਡੀਆ ਦੇ ਵਿੱਚ ਹੀ ਘੁੰਮਦੇ ਰਹਿੰਦੇ ਆ, ਜਾਂ ਇੰਡੀਆ ਦਾ ਜਿਹੜਾ ਸਬ ਕੰਟੀਨੈਂਟਲ ਆ ਉਹਦੇ ਵਿੱਚ ਘੁੰਮਦੇ ਰਹਿੰਦੇ ਆ। ਇਸ ਤੋਂ ਇਲਾਵਾ ਜਿਹੜਾ ਹੈ ਉਹ ਆਪਣੇ ਪੈਸਰੀਨ ਬਰਡ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜੇ ਕਿ ਸਾਡੇ ਇਲਾਕੇ ਦੇ ਵਿੱਚ ਬਹੁਤੀ ਦੇਰ ਨਹੀਂ ਰੁਕਦੇ। ਜਿੱਦਾਂ ਉਹ ਕਿਸੇ ਦੂਸਰੀ ਕੰਟਰੀ ਤੋਂ ਟਰੈਵਲ ਕਰਦੇ ਹੋਏ ਸਾਊਥ ਵੱਲ ਜਾਂਦੇ ਆ, ਜਾਂ ਸਾਊਥ ਤੋਂ ਟਰੈਵਲ ਕਰਦੇ ਹੋਏ ਹਿਮਾਲਿਆ ਵਾਲੇ ਪਾਸੇ ਜਾਂਦੇ ਆ, ਜਾਂ 2-3 ਸਟੇਟਾਂ ਜਿਹੜੀਆਂ ਹੈ, ਜਾਂ 2-3 ਕੰਟਰੀਆਂ ਕ੍ਰੋਸ ਕਰ ਜਾਂਦੇ, ਲੇਕਿਨ ਕਿਤੇ ਕਿਤੇ ਸਾਡੇ ਉਹ ਰਸਤੇ ਦੇ ਵਿੱਚ ਰੁਕਦੇ ਆ। ਉਹਨਾਂ ਬਾਰੇ ਸਾਨੂੰ ਥੋੜ੍ਹੀ ਜਾਣਕਾਰੀ ਇਸ ਕਰਕੇ ਹੋ ਜਾਂਦੀ ਹੈ ਕਿ ਜਦੋਂ ਅਸੀਂ ਕਦੇ ਫੋਟੋਗ੍ਰਾਫੀ ਕਰ ਰਹੇ ਹੁੰਦੇ ਹਾਂ ਤਾਂ ਅਕਸਰ ਇੱਦਾਂ ਦਾ ਕੋਈ ਪੰਛੀ ਆ, ਉਹਦੀ ਫੋਟੋ ਕਲਿੱਕ ਕਰ ਲੈਂਦੇ, ਅਤੇ ਫਿਰ ਅਸੀਂ ਉਹਦੇ ਬਾਰੇ ਸਾਨੂੰ ਪਤਾ ਲੱਗਦਾ ਕਿ ਇਹ ਜਿਹੜਾ ਪੰਛੀ ਹੈ ਪੱਕੇ ਤੌਰ 'ਤੇ, ਜਾਂ ਇਹ ਮੌਸਮੀ ਪੰਛੀ ਨਹੀਂ ਹੈ, ਇਹ ਆਪਣੇ ਰਸਤੇ ਦੇ ਉੱਤੇ ਜਾ ਰਿਹਾ ਸੀ, ਲੇਕਿਨ ਇਹ ਥੋੜ੍ਹਾ ਖਾਣੇ ਪਾਣੀ ਦੇ ਵਾਸਤੇ, ਜਾਂ ਆਪਣੇ ਪਾਣੀ ਪੀਣ ਵਾਸਤੇ, ਜਾਂ ਕਿਤੇ ਆਰਾਮ ਦੇ ਵਾਸਤੇ ਰਸਤੇ ਦੇ ਵਿੱਚ ਰੁਕਦਾ। ਉਹਨੂੰ ਅਸੀਂ ਜਿਹੜਾ ਹੈ ਪੈਸਰੀਨ ਕਹਿ ਸਕਦੇ ਹਾਂ, ਜਾਂ ਇੱਕ ਪੈਸੇਂਜਰ ਜਿੱਦਾਂ ਹੈ ਉਹ ਟਰੈਵਲ ਕਰ ਰਿਹਾ ਹੁੰਦਾ। ਚੌਥੀ ਕਿਸਮ ਦੇ ਜਿਹੜੇ ਪੰਛੀ ਹੈ ਉਹਨਾਂ ਨੂੰ ਆਪਾਂ ਪ੍ਰਵਾਸੀ ਪੰਛੀ ਕਹਿ ਦਿੰਦੇ ਹਾਂ। ਇਹ ਅਸੀਂ ਜ਼ਿਆਦਾਤਰ ਜਿਹੜੀ ਸਾਡੀ ਜਾਣਕਾਰੀ ਆ ਉਹ ਇਹਦੇ ਬਾਰੇ ਹੀ ਆ ਕਿ ਆਪਾਂ ਕਹਿ ਦਿੰਦੇ ਹਾਂ ਜੀ, ਆਮ ਤੌਰ 'ਤੇ ਆਪਾਂ ਸੁਣਦੇ ਹਾਂ ਕਿ ਜੀ ਬਾਹਰਲੇ ਦੇਸ਼ਾਂ ਤੋਂ, ਬਾਹਰਲੇ ਮੁਲਕਾਂ ਤੋਂ, ਜਾਂ ਠੰਡੇ ਇਲਾਕਿਆਂ ਤੋਂ ਜਿਹੜੇ ਸਰਦੀਆਂ ਦੇ ਵਿੱਚ ਪੰਛੀ ਸਾਡੇ ਕੋਲ ਆਉਂਦੇ ਆ, ਉਹਨਾਂ ਨੂੰ ਅਸੀਂ ਪ੍ਰਵਾਸੀ ਪੰਛੀਆਂ ਦੇ ਤੌਰ 'ਤੇ ਦੇਖਦੇ ਹਾਂ। ਔਰ ਜਿਹੜੇ ਪ੍ਰਵਾਸੀ ਪੰਛੀ ਹੈ ਇਹ ਜ਼ਿਆਦਾਤਰ ਇੰਡੀਆ ਦੇ ਕਾਫੀ ਇਲਾਕਿਆਂ ਦੇ ਵਿੱਚ ਇਹ ਸਰਦੀ ਦੇ ਮੌਸਮ ਦੇ ਵਿੱਚ ਆਉਂਦੇ ਆ, ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਡਕਸ, ਬੱਤਕਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ। ਔਰ ਇਹਨਾਂ ਦੇ ਵਿੱਚ ਰੈਪਟਰ ਦੇ ਵਿੱਚ ਜਾਂ ਸ਼ਿਕਾਰੀ ਪੰਛੀਆਂ ਦੇ ਵਿੱਚ ਜਿਹੜੇ ਈਗਲ ਨੇ ਉਹ ਵੀ ਆ ਜਾਂਦੇ ਆ। ਔਰ ਛੋਟੇ ਪੰਛੀ ਜਿਨ੍ਹਾਂ ਦੇ ਬਾਰੇ ਕਿ ਇੱਕ ਫੋਟੋਗ੍ਰਾਫਰ ਦੇ ਤੌਰ 'ਤੇ ਵੀ ਪੂਰੀ ਜਾਣਕਾਰੀ ਨਹੀਂ ਹੁੰਦੀ ਕਿਸੇ ਨੂੰ, ਲੇਕਿਨ ਜਿਹੜੇ ਐਕਸਪਰਟ ਨੇ ਇਸ ਚੀਜ਼ ਦੀ ਸਟੱਡੀ ਕਰਦੇ ਆ, ਉਹਨਾਂ ਬਾਰੇ ਜਾਣਕਾਰੀ ਉਹ ਰੱਖਦੇ ਆ। ਅਤੇ ਇਹ 4 ਕਿਸਮਾਂ ਹੈ ਜਿਹਦੇ ਪੰਛੀਆਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਸਾਡੇ ਆਲੇ ਦੁਆਲੇ ਵਿਚਰਦੇ ਆ, ਜਾਂ ਜਿਨ੍ਹਾਂ ਨਾਲ ਸਾਡਾ ਜਿਹੜਾ ਹੈ ਰਾਬਤਾ ਉਹ ਬਣਦਾ।
ਇਹਦੇ ਵਿੱਚ ਅਗਰ ਆਪਾਂ ਕੈਟਾਗਰੀ ਦੇ ਹਿਸਾਬ ਦੇ ਨਾਲ ਆਪਾਂ ਇਸ ਚੀਜ਼ ਨੂੰ ਦੇਖੀਏ ਤੇ ਮੈਂ ਸੋਚਦਾ ਕਿ ਇਹਦੇ ਵਿੱਚ ਜਿਹੜੇ ਪੰਛੀਆਂ ਨੂੰ ਜਿੱਥੇ ਆਪਾਂ ਪਿਆਰ ਕਰਨ ਦੀ ਗੱਲ ਕਰਦੇ ਹਾਂ ਜਾਂ ਪੰਛੀਆਂ ਦੇ ਪ੍ਰਤੀ ਇੱਕ ਅਵੇਅਰਨੈਸ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਬਰਡ ਵਾਚਰ ਆ ਜਾਂਦੇ ਆ, ਜਿਹੜੇ ਕਿ ਪੰਛੀਆਂ ਨੂੰ ਦੇਖਦੇ ਆ। ਦੇਖਣ ਦੇ ਲਈ ਤੁਹਾਡੀ ਆਪਣੀ ਅੱਖ ਵੀ ਹੋ ਸਕਦੀ ਹੈ। ਅਗਰ ਤੁਸੀਂ ਥੋੜ੍ਹਾ ਜਿਹਾ ਪੰਛੀਆਂ ਦੀ ਤਲਾਸ਼ ਕਰਦੇ ਹੋ, ਨਵੇਂ ਪੰਛੀਆਂ ਦੀ ਤਲਾਸ਼ ਕਰਦੇ ਹੋ, ਤਾਂ ਤੁਸੀਂ ਦੂਰਬੀਨ ਜਾਂ ਬਾਇਨਾਕਲਰ ਦੀ ਜਿਹੜੀ ਮਦਦ ਦੇ ਨਾਲ ਤੁਸੀਂ ਕਿਸੇ ਇੱਕ ਖਾਸ ਜਗ੍ਹਾ 'ਤੇ ਜਾ ਕੇ ਇੱਕ ਖਾਸ ਕਿੱਥੇ ਦੇ ਪੰਛੀ ਆ ਜਿਹੜੇ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਆ। ਤਾਂ ਸਭ ਤੋਂ ਪਹਿਲਾਂ ਜੇ ਅਗਰ ਇਸ ਦੇ ਵਿੱਚ ਆਪਾਂ ਦੇਖੀਏ ਤਾਂ ਜਿਹੜੇ ਬਰਡ ਵਾਚਰ ਨੇ, ਕਿਉਂਕਿ ਇਹ ਜਿਹੜੇ ਲੋਕ ਨੇ ਇਹ ਪੰਛੀਆਂ ਨੂੰ ਡਿਸਟਰਬ ਵੀ ਘੱਟ ਕਰਦੇ ਨੇ। ਜਿੱਥੇ ਕਿਤੇ ਪੰਛੀ ਹੁੰਦਾ ਆਪਣੇ ਐਂਗਲ ਤੋਂ ਜਾਂ ਆਪਣੇ ਨਜ਼ਰੀਏ ਤੋਂ ਆਪਣੇ ਸਾਧਨਾਂ ਦੇ ਨਾਲ ਇਹ ਪੰਛੀ ਨੂੰ ਦੇਖਦੇ ਅਤੇ ਮਾਣਦੇ ਆ। ਦੂਸਰੇ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਨ੍ਹਾਂ ਦਾ ਵੀ ਯੋਗਦਾਨ ਕਾਫੀ ਵੱਡਾ, ਉਹ ਇੱਕ ਨਵੀਂ ਚੀਜ਼ ਜਿਹੜੀ ਪਿਛਲੇ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਅੱਗੇ ਆਈ ਹੈ, ਉਹ ਹੈਗੇ ਫੋਟੋਗ੍ਰਾਫਰ। ਪਹਿਲੇ ਸਮੇਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਰਿਸਰਚ ਕੀਤੀ ਉਹ ਐਕਸਪਰਟ ਬੰਦੇ, ਮਤਲਬ ਉਹਨਾਂ ਨੇ ਰਿਸਰਚ ਕੀਤੀ ਔਰ ਉਹਨਾਂ ਨੇ ਆਪਣੀ ਜਿਹੜੀ ਸਟੱਡੀ ਦੇ ਹਿਸਾਬ ਦੇ ਨਾਲ ਪੰਛੀਆਂ ਨੂੰ ਵੰਡ ਕੀਤੀ ਔਰ ਪੰਛੀਆਂ ਦੇ ਨਾਮ ਰੱਖੇ ਔਰ ਪੰਛੀਆਂ ਦੇ ਖਾਣ ਪੀਣ ਜਾਂ ਉਹਨਾਂ ਦੇ ਖਿੱਤਿਆਂ ਬਾਰੇ ਜਿਹੜੀ ਜਾਣਕਾਰੀ। ਲੇਕਿਨ ਉਹਨਾਂ ਦੇ ਵਿੱਚ ਫੋਟੋਗ੍ਰਾਫੀ ਜਿਹੜੇ ਰਿਕਾਰਡ ਸੀਗੇ ਉਹ ਬਹੁਤੇ ਜ਼ਿਆਦਾ ਨਹੀਂ ਸੀ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਨਾ ਤਾਂ ਇੰਨੇ ਵਧੀਆ ਕੈਮਰੇ ਸੀ ਔਰ ਨਾ ਹੀ ਇੰਨੇ ਕੋਈ ਉਸ ਵੇਲੇ ਦੇ ਵਿੱਚ ਟੈਕਨੀਕ ਜਿਹੜੀ ਸੀਗੀ ਐਡਵਾਂਸ ਕਿ ਪੰਛੀਆਂ ਨੂੰ ਫੋਟੋਗ੍ਰਾਫਿਕ ਉਹਨਾਂ ਦੇ ਰਿਕਾਰਡ ਲਏ ਜਾਣ। ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਫੋਟੋਗ੍ਰਾਫੀ ਜਿਹੜੇ ਪੰਛੀਆਂ ਦੀ ਫੋਟੋਗ੍ਰਾਫੀ ਕਰ ਰਹੇ ਆ, ਉਹਨਾਂ ਨੇ ਬਹੁਤ ਨਵੇਂ ਰਿਕਾਰਡ ਜਿਹੜੇ ਉਹ ਦਿੱਤੇ ਆ। ਔਰ ਕੁਝ ਪੰਛੀ ਜਿਹੜੇ ਕਿ ਕਈ ਖਿੱਤਿਆਂ ਦੇ ਵਿੱਚ ਮੰਨਿਆ ਨਹੀਂ ਸੀ ਜਾਂਦਾ ਕਿ ਇੱਥੇ ਨਹੀਂ ਹੋ ਸਕਦਾ, ਲੇਕਿਨ ਉਹ ਫੋਟੋਗ੍ਰਾਫਿਕ ਰਿਕਾਰਡ ਆਉਣ ਦੇ ਨਾਲ ਇਹ ਗੱਲ ਕਨਫਰਮ ਹੋਈ ਹੈ ਕਿ ਪੰਛੀ ਜਿਹੜਾ ਹੈ ਉਹ ਕਿਸੇ ਵੀ ਜਗ੍ਹਾ ਜਿਹੜਾ ਹੈ ਉਹ ਮੌਜੂਦ ਹੋ ਸਕਦਾ। ਪੰਛੀ ਦੀ ਮੌਜੂਦਗੀ ਦੇ ਲਈ ਦੋ ਚੀਜ਼ਾਂ ਜਿਹੜੀਆਂ ਹੈ ਬਹੁਤ ਜ਼ਿਆਦਾ ਜ਼ਰੂਰੀ ਨੇ, ਆਪਾਂ ਇਹਦੇ ਵਿੱਚ ਐਡ ਕਰਦੇ ਹਾਂ। ਨੰਬਰ 1 ਜਿਹੜਾ ਹੈ ਪੰਛੀ ਟੈਂਪਰੇਚਰ, ਵਾਤਾਵਰਨ ਉਹਦੇ ਲਈ ਜ਼ਰੂਰੀ ਹੈ। ਦੂਸਰਾ ਉਹਦੇ ਲਈ ਖਾਣਾ ਜ਼ਰੂਰੀ ਹੈ। ਅਗਰ ਦੋਨਾਂ ਦੇ ਵਿੱਚੋਂ ਇੱਕ ਚੀਜ਼ ਵੀ ਆਪਾਂ ਮਾਈਨਸ ਕਰ ਦਈਏ ਜਾਂ ਖ਼ਤਮ ਕਰ ਦਈਏ ਤਾਂ ਜਿਹੜਾ ਪੰਛੀ ਆ ਉੱਥੇ ਨਹੀਂ ਰੁਕੂਗਾ। ਕਿਉਂਕਿ ਪੰਛੀ ਨੂੰ ਜਿਹੜਾ ਮਨੁੱਖ ਹੈ, ਆਪਾਂ ਕਈ ਵਾਰੀ ਸੋਚਦੇ ਹਾਂ ਜਾਂ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਪੋਸਟਾਂ ਦੇਖਦੇ ਹਾਂ ਕਿ ਪੰਛੀਆਂ ਨੂੰ ਬਚਾਉਣ ਲਈ ਸ਼ਾਇਦ ਆਲ੍ਹਣੇ ਜ਼ਰੂਰੀ ਹੈ, ਪੰਛੀਆਂ ਨੂੰ ਬਚਾਉਣ ਦੇ ਲਈ ਦਾਣਾ ਪਾਣੀ ਜ਼ਰੂਰੀ ਹੈ, ਪੰਛੀਆਂ ਨੂੰ ਬਚਾਉਣ ਦੇ ਲਈ ਇਨਸਾਨ ਦੀ ਕੋਸ਼ਿਸ਼ ਜ਼ਰੂਰੀ ਹੈ। ਅਤੇ ਲਗਭਗ ਜਿਹੜੀ ਮੈਂ ਆਪਣੇ ਹਿਸਾਬ ਦੇ ਨਾਲ ਸੋਚਦਾ ਜਾਂ ਆਪਣੇ ਨਜ਼ਰੀਏ ਦੇ ਨਾਲ ਦੇਖਦਾ ਅਤੇ ਮੈਂ ਇਹ ਮਹਿਸੂਸ ਕੀਤਾ ਕਿ ਪੰਛੀ ਨੂੰ ਇਨਸਾਨ ਬਹੁਤ ਹੱਦ ਤੱਕ ਆਪਦੀ ਮਰਜ਼ੀ ਦੇ ਨਾਲ ਦਾਣਾ ਪਾਣੀ ਨਹੀਂ ਦੇ ਸਕਦਾ, ਕਿਉਂਕਿ ਅਸੀਂ ਪੰਛੀਆਂ ਨੂੰ ਉਹੀ ਦਾਣਾ ਪਾਣੀ ਦੇ ਸਕਦੇ ਹਾਂ ਜਿਹੜਾ ਸਾਡੇ ਕੋਲ ਮੌਜੂਦ ਹੋਵੇ, ਜਿਹੜਾ ਬਾਜ਼ਾਰ ਦੇ ਵਿੱਚੋਂ ਮਿਲ ਸਕਦਾ ਹੋਵੇ, ਜਿੱਦਾਂ ਕਣਕ ਹੈ, ਚੌਲ ਹੈ ਜਾਂ ਕੋਈ ਹੋਰ ਛੋਟੇ ਖਾਣ ਵਾਲੇ ਦਾਲਾਂ ਵਗੈਰਾ ਹੈ ਜਿਹੜੇ ਪੰਛੀ ਸਾਨੂੰ ਲੱਗਦਾ ਕਿ ਖਾ ਸਕਦੇ ਆ। ਲੇਕਿਨ ਇਹ ਸਿਰਫ ਜਿਹੜੇ ਸਾਡੇ ਆਲੇ ਦੁਆਲੇ ਪੱਕੇ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਵਸਨੀਕ ਜਿਹੜੇ ਸਾਡੇ ਰੈਜ਼ੀਡੈਂਟ ਬਰਡ ਨੇ, ਉਹਨਾਂ ਲਈ ਤਾਂ ਇਹ ਹੋ ਸਕਦਾ, ਕਿਉਂਕਿ ਉਹ ਅਕਸਰ ਹੀ ਸਾਡੇ ਘਰਾਂ ਦੇ ਵਿੱਚੋਂ ਆ ਕੇ ਰੋਟੀ ਦਾ ਟੁੱਕ ਚੁੱਕ ਕੇ ਲੈ ਜਾਂਦੇ ਆ, ਦਾਣਾ ਪਾਣੀ ਚੁਗ ਲੈਂਦੇ ਆ, ਜਾਂ ਰੂੜੀਆਂ ਦੇ ਉੱਤੋਂ ਜਾਂ ਜਿੱਥੇ ਸਾਡੇ ਪਸ਼ੂ ਬੰਨੇ ਹੁੰਦੇ ਆ ਉੱਥੋਂ ਜਿਹੜੇ ਹੈ ਪੰਛੀ ਆਪਣਾ ਪੇਟ ਪਾਲਦੇ ਆ। ਲੇਕਿਨ ਉਹ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਉਹ 10 ਤੋਂ 15% ਹੋ ਸਕਦੇ ਆ। ਜਿਹੜੇ 80 ਤੋਂ 85% ਪੰਛੀ ਆ ਉਹ ਆਪਣਾ ਦਾਣਾ ਪਾਣੀ ਆਪ ਤਲਾਸ਼ ਕਰਦੇ ਆ ਔਰ ਕੁਦਰਤ ਦੇ ਸਾਧਨਾਂ ਤੋਂ ਹਾਸਲ ਕਰਦੇ ਆ, ਜਿਨ੍ਹਾਂ ਦੇ ਵਿੱਚ ਅਗਰ ਆਪਾਂ ਸ਼ਿਕਾਰੀ ਪੰਛੀਆਂ ਦੀ ਗੱਲ ਵੀ ਕਰੀਏ ਤਾਂ ਉਹ ਵੀ ਜਿਹੜਾ ਹੈ ਆਪਣਾ ਜਿਹੜਾ ਸ਼ਿਕਾਰ ਹੈ ਉਹ ਮਤਲਬ ਕੁਦਰਤੀ ਤਰੀਕੇ ਨਾਲ ਕਰਦੇ ਆ। ਇੱਕ ਦੋ ਪੰਛੀਆਂ ਨੂੰ ਅਗਰ ਛੱਡ ਦਈਏ ਜਿਹੜੀਆਂ ਕਿ ਜਿੱਦਾਂ ਇੱਲਾਂ ਨੇ, ਕਾਂ ਨੇ, ਇਹ ਮੁਰਦਾ ਜਾਨਵਰਾਂ ਨੂੰ ਜਾਂ ਮੁਰਦਾ ਪੰਛੀਆਂ ਨੂੰ ਜਾਂ ਮੁਰਦਾ ਛੋਟੇ ਜਿਹੜੇ ਜਾਨਵਰ ਆ ਉਹਨਾਂ ਨੂੰ ਖਾ ਲੈਂਦੇ ਆ। ਬਾਕੀ ਬਹੁਤ ਸਾਰੇ ਜਿਹੜੇ ਪੰਛੀ ਆ ਉਹ ਆਪਣਾ ਸ਼ਿਕਾਰ ਆਪ ਕਰਦੇ ਆ, ਉਹ ਜਿਉਂਦੇ ਕਿਸੇ ਵੀ ਚੀਜ਼ ਨੂੰ ਪਕੜਦੇ ਆ ਔਰ ਆਪਦੀ ਇੱਕ ਐਫਰਟ ਦੇ ਨਾਲ ਹੀ, ਆਪਣੀ ਕੋਸ਼ਿਸ਼ ਦੇ ਨਾਲ ਹੀ ਉਹ ਆਪਦਾ ਪੇਟ ਪਾਲਦੇ ਆ। ਜਿਹੜੇ ਬਿਲਕੁਲ ਛੋਟੇ ਪੰਛੀ ਹੈ ਉਹ ਅਕਸਰ ਤੁਸੀਂ ਦੇਖਿਆ ਹੋਣਾ ਕਿ ਸਰਕੜਿਆਂ ਦੇ ਉੱਤੇ, ਕਿਤੇ ਵੱਟਾਂ ਦੇ ਉੱਤੇ ਜਾਂ ਕਿਤੇ ਇਹੋ ਜਿਹੀ ਜਗ੍ਹਾ 'ਤੇ ਬੈਠੇ ਹੋਣਗੇ ਜਿਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ। ਤਾਂ ਉਹ ਪੰਛੀ ਆ ਜਿਹੜਾ ਆਪਣਾ ਖਾਣਾ ਪਾਣੀ ਉੱਥੋਂ ਜਿਹੜਾ ਹੈ ਪ੍ਰਾਪਤ ਕਰਦੇ ਆ।
ਤੇ ਜਿਹੜੀ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਅਗਰ ਫੋਟੋਗ੍ਰਾਫਰ ਦੇ ਤੌਰ ਤੇ ਅਸੀਂ ਜਿਹੜੀ ਚੀਜ਼ ਵਾਚ ਕੀਤੀ ਉਹ ਇਹ ਹੈ ਕਿ ਮਨੁੱਖ ਆਪਦੀ ਬਹੁਤੀ ਕੋਸ਼ਿਸ਼ ਦੇ ਨਾਲ ਜਿਹੜਾ ਹੈ ਪੰਛੀ ਦੀ ਨਾ ਗਿਣਤੀ ਵਧਾ ਸਕਦਾ, ਨਾ ਇਹਨਾਂ ਨੂੰ ਪਾਲ ਸਕਦਾ ਤੇ ਨਾ ਹੀ ਇਹਨਾਂ ਨੂੰ ਦਾਣਾ ਪਾਣੀ ਦੇ ਸਕਦਾ। ਇਹਦੇ ਵਿੱਚ ਤੀਸਰੀ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ ਕਿ ਆਪਣੇ ਆਪ ਨੂੰ ਪੰਛੀ ਪ੍ਰੇਮੀ ਵੀ ਕਹਿ ਸਕਦੇ ਆ, ਬਰਡ ਲਵਰ ਕਹਿ ਸਕਦੇ ਆ, ਜਿਹੜੇ ਕਿ ਇੱਕ ਪਿੰਜਰੇ ਦੇ ਵਿੱਚ ਆਪਣੀ ਖੁਸ਼ੀ ਦੇ ਵਾਸਤੇ ਜਿਹੜਾ ਹੈ ਪੰਛੀਆਂ ਨੂੰ ਲਿਆ ਕੇ ਰੱਖ ਲੈਂਦੇ ਆ। ਉਹਦੇ ਵਿੱਚ ਬਹੁਤ ਸਾਰੇ ਪੰਛੀ ਐਸੇ ਹੁੰਦੇ ਆ ਕਿ ਜਿਹੜੇ ਦੂਸਰੇ ਦੇਸ਼ਾਂ ਤੋਂ ਜਿਹੜੇ ਇੰਪੋਰਟ ਕੀਤੇ ਹੁੰਦੇ ਆ, ਉਹ ਸਾਡੇ ਖਿੱਤੇ ਦੇ ਪੰਛੀ ਨਹੀਂ ਹੁੰਦੇ, ਇਸ ਕਰਕੇ ਸਾਨੂੰ ਉਹ ਖੂਬਸੂਰਤ ਨਜ਼ਰ ਆਉਂਦੇ ਆ। ਲੇਕਿਨ ਉਹਦੇ ਨਾਲ ਨਾਲ ਜਿਹੜੇ ਵਪਾਰ ਕਰਨ ਵਾਲੇ ਲੋਕ ਆ ਉਹ ਸਾਡੇ ਇਲਾਕਿਆਂ ਦੇ ਜਾਂ ਸਾਡੇ ਦੇਸ਼ ਦੇ ਬਹੁਤ ਸਾਰੇ ਪੰਛੀਆਂ ਨੂੰ ਕਾਬੂ ਕਰਕੇ ਜਿਹੜਾ ਹੈ ਉਹ ਅੱਗੇ ਉਹਨਾਂ ਦਾ ਵਪਾਰ ਕਰਦੇ ਆ। ਤਾਂ ਇੱਕ ਕਿਸਮ ਦੇ ਪ੍ਰੇਮੀ ਉਹ ਵੀ ਹੈ, ਜਿੱਦਾਂ ਇੱਕ ਬੋਲਣ ਵਾਲਾ ਤੋਤਾ ਜਿਹਨੂੰ ਆਪਾਂ ਰਾਹ ਤੋਤਾ ਕਹਿ ਦਿੰਦੇ ਹਾਂ, ਜਾਂ ਅਲੈਗਜ਼ੈਂਡਰਾ ਜਿਹੜਾ ਪੈਰਾਕੀਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਵੀ ਪਾਲਤੂ ਤੌਰ 'ਤੇ ਆਪਾਂ ਘਰਾਂ ਦੇ ਵਿੱਚ ਆਮ ਹੀ ਦੇਖਦੇ ਹਾਂ। ਉਸ ਤੋਂ ਇਲਾਵਾ ਜਿਹੜੇ ਆਸਟ੍ਰੇਲੀਆ ਦੀ ਇੱਕ ਪ੍ਰਜਾਤੀ ਹੈ ਬਜਰੀਗਰ, ਉਹ ਵੀ ਘਰਾਂ ਦੇ ਵਿੱਚ ਆਮ ਤੌਰ 'ਤੇ ਆਪਾਂ ਜਿਹੜਾ ਹੈ ਪਾਲਤੂ ਪੰਛੀਆਂ ਦੇ ਤੌਰ 'ਤੇ ਆਪਾਂ ਦੇਖਦੇ ਹਾਂ। ਲੇਕਿਨ ਉਹ ਵੀ ਇੱਕ ਕਿਸਮ ਦੇ ਆਪਣੇ ਆਪ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਪੰਛੀ ਪ੍ਰੇਮੀ ਹੈ। ਚੌਥੀ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਪੰਛੀ ਪ੍ਰੇਮੀ ਹੋ ਸਕਦਾ ਕਿ ਹੋਣ, ਲੇਕਿਨ ਉਹ ਬਹੁਤ ਸਾਰੇ ਕਬੀਲੇ, ਬਹੁਤ ਸਾਰੇ ਇਲਾਕਿਆਂ ਦੇ ਵਿੱਚ ਐਸੇ ਲੋਕ ਨੇ ਜਿਹੜੇ ਇਹਨਾਂ ਪੰਛੀਆਂ ਦਾ ਸ਼ਿਕਾਰ ਕਰਦੇ ਆ ਔਰ ਉਹ ਛੋਟੇ ਛੋਟੇ ਪੰਛੀਆਂ ਨੂੰ ਫੜ ਕੇ ਉਹਨਾਂ ਨੂੰ ਵੇਚਦੇ ਵੀ ਹੈ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਪੋਸਟਾਂ ਦੇਖਣ ਨੂੰ ਮਿਲਦੀਆਂ ਕਿ ਜਿੱਦਾਂ ਨਾਰਥ ਈਸਟ ਦੇ ਵਿੱਚ ਬਹੁਤ ਸਾਰੇ ਕਬੀਲੇ ਜਾਂ ਖਿੱਤੇ ਐਸੇ ਆ ਕਿ ਜਿੱਥੇ ਲੋਕ ਉਹ ਛੋਟੇ ਛੋਟੇ ਪੰਛੀਆਂ ਨੂੰ ਮਤਲਬ ਖਾ ਜਾਂਦੇ ਆ। ਤੇ ਚਾਰ ਤਰ੍ਹਾਂ ਤਰੀਕਿਆਂ ਨਾਲ ਆਪਾਂ ਇੱਕ ਪੰਛੀਆਂ ਦੇ ਨਾਲ ਜਿਹੜਾ ਹੈ ਆਪਾਂ ਲੋਕਾਂ ਦਾ ਸੰਬੰਧ ਜੋੜ ਸਕਦੇ ਹਾਂ ਮੇਰੇ ਹਿਸਾਬ ਦੇ ਨਾਲ। ਤੇ ਇਹ ਚਾਰ ਕਿਸਮ ਦੇ ਲੋਕ ਆ ਜਿਹੜੇ ਪੰਛੀਆਂ ਦੇ ਨਾਲ ਇੱਕ ਕਿਸਮ ਦਾ ਇਹਨਾਂ ਦਾ ਤਾਲੁਕ ਹੈ। ਕੁਦਰਤ ਨੇ ਜਿਹੜਾ ਹੈ ਪੰਛੀਆਂ ਨੂੰ ਇੱਕ ਸਾਡੇ ਖਿੱਤੇ ਦੇ ਹਿਸਾਬ ਦੇ ਨਾਲ ਜਿਸ ਜਗ੍ਹਾ ਦੇ ਉੱਤੇ ਰਹਿ ਰਹੇ ਆ ਉੱਥੇ ਕੁਦਰਤ ਨੇ ਉਹ ਪ੍ਰਜਾਤੀਆਂ ਪੰਛੀਆਂ ਦੀਆਂ ਸਾਨੂੰ ਦਿੱਤੀਆਂ ਸਾਡੇ ਆਲੇ ਦੁਆਲੇ ਕਿ ਜਿਹੜੀਆਂ ਸਾਡੇ ਜੀਵਨ ਦੇ ਲਈ ਜ਼ਰੂਰੀ ਹੈ। ਤੁਸੀਂ ਬਹੁਤ ਸਾਰੀ ਇਹਨਾਂ ਪੰਛੀਆਂ ਨੂੰ ਜਦੋਂ ਦੇਖੋਗੇ ਤੇ ਬਹੁਤ ਸਾਰੇ ਪੰਛੀ ਤੁਹਾਨੂੰ ਆਲੇ ਦੁਆਲੇ ਪੌਦਿਆਂ ਤੋਂ ਨਿੱਕੇ ਨਿੱਕੇ ਜੀਵ ਜੰਤੂ ਕੀੜੇ ਮਕੌੜੇ ਖਾਂਦੇ ਨਜ਼ਰ ਆ ਜਾਣਗੇ। ਕੁਛ ਪੰਛੀ ਨੇ ਜਿਨ੍ਹਾਂ ਨੂੰ ਤੁਸੀਂ ਦੇਖਿਆ ਹੋਣਾ ਕਿ ਉਹ ਘਰਾਂ ਦੇ ਵਿੱਚੋਂ ਨਿਕਲਣ ਵਾਲੇ ਕਾਕਰੋਚ, ਨਿੱਕੇ ਨਿੱਕੇ ਡੱਡੂ ਕਿਰਲੀਆਂ, ਜਾਂ ਜਿਨ੍ਹਾਂ ਨੂੰ ਅਸੀਂ ਥੋੜ੍ਹਾ ਜਿਹਾ ਮੰਨਦੇ ਹਾਂ ਕਿ ਕਿਸੇ ਬੱਚੇ ਦੇ ਲੜ ਨਾ ਜਾਵੇ ਜਾਂ ਵੱਡੇ ਦੇ ਲੜ ਨਾ ਜਾਵੇ, ਉਹਨਾਂ ਨੂੰ ਇਹ ਪੰਛੀ ਜਿਹੜੀ ਹੈ ਸਫਾਈ ਕਰਦੇ ਆ ਔਰ ਉਹਨਾਂ ਨੂੰ ਖਾ ਕੇ ਇਹ ਆਪਣਾ ਗੁਜ਼ਾਰਾ ਕਰਦੇ ਆ। ਤੀਸਰਾ ਜਿਹੜਾ ਹੈਗਾ ਕੁਛ ਵੱਡੇ ਪੰਛੀ ਜਿਨ੍ਹਾਂ ਦੇ ਵਿੱਚ ਇੱਲਾਂ ਅਤੇ ਕਾਂ, ਜਿਨ੍ਹਾਂ ਦਾ ਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਹੋਣਾ ਕਿ ਬਹੁਤ ਲੋਕਾਂ ਨੇ ਇਸ ਚੀਜ਼ ਨੂੰ ਵਿਚਾਰਿਆ ਕਿ ਜਿਹੜੇ ਸਾਡੇ ਕਾਂ ਅਤੇ ਇੱਲਾਂ ਖਤਮ ਹੋ ਗਏ, ਜਿਹੜੇ ਕਿ ਮੁਰਦਾ ਪੰਛੀਆਂ ਨੂੰ ਜਾਂ ਮੁਰਦਾ ਜਾਨਵਰਾਂ ਨੂੰ ਖਾ ਕੇ ਸਾਡੇ ਆਲੇ ਦੁਆਲੇ ਨੂੰ ਸਾਫ਼ ਕਰਦੇ ਸੀ। ਤਾਂ ਜਿਹੜਾ ਇਨਸਾਨ ਹੈ, ਇਨਸਾਨ ਦੇ ਲਈ ਜਿੱਦਾਂ ਅੱਜ ਮੌਜੂਦਾ ਸਮਾਂ ਚੱਲ ਰਿਹਾ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਕਸੀਜਨ ਜਿਹੜੀ ਇੱਕ ਇਨਸਾਨ ਦੇ ਲਈ ਕੀ ਅਹਿਮੀਅਤ ਰੱਖਦੀ ਹੈ। ਤੇ ਅਗਰ ਅਸੀਂ ਇਸ ਚੀਜ਼ ਬਾਰੇ ਅਵੇਅਰ ਨਾ ਹੋਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਖਣਾ ਪਊਗਾ ਸਾਨੂੰ, ਜਾਂ ਇਸ ਚੀਜ਼ ਨੂੰ ਲੈ ਕੇ ਵੀ ਅਸੀਂ ਚਿੰਤਤ ਹੋਵਾਂਗੇ ਕਿ ਜਿਹੜੇ ਸਾਡੇ ਆਲੇ ਦੁਆਲੇ ਦੇ ਪੰਛੀ ਆ ਉਹਨਾਂ ਦੇ ਖਤਮ ਹੋਣ ਦੇ ਨਾਲ ਸਾਡੇ ਲਈ ਕੀ ਕੀ ਮੁਸ਼ਕਲਾਂ ਤੇ ਸਮੱਸਿਆਵਾਂ ਖੜੀਆਂ ਹੋਈਆਂ। ਉਸ ਵੇਲੇ ਜਿਹੜਾ ਹੈ ਆਕਸੀਜਨ ਦਾ ਅਸੀਂ ਜਿਹੜੀ ਹੈ ਰਿਕਵਰੀ ਉਹ ਦਰਖਤ ਲਾ ਕੇ, ਪੌਦੇ ਲਾ ਕੇ ਆਪਾਂ ਕਰ ਸਕਦੇ ਹਾਂ। ਮੇਰੇ ਖਿਆਲ ਦੇ ਵਿੱਚ ਅਗਰ 5 ਸਾਲ ਦੇ ਪੀਰੀਅਡ ਦੇ ਵਿੱਚ ਆਪਾਂ ਉਹਦੇ ਵਿੱਚ ਇੱਕ ਰੈਵੋਲਿਊਸ਼ਨ ਲਿਆ ਸਕਦੇ ਹਾਂ, ਕ੍ਰਾਂਤੀ ਲਿਆ ਸਕਦੇ ਹਾਂ। ਅਸੀਂ ਜਿੰਨੇ ਚਾਹੀਏ ਦਰਖਤ ਲਾ ਸਕਦੇ ਹਾਂ। ਲੇਕਿਨ ਮੈਂ ਇੱਕ ਚਿੰਤਕ ਦੇ ਤੌਰ 'ਤੇ ਜਾਂ ਆਪਣੇ ਵਿਚਾਰ ਦੇ ਤੌਰ 'ਤੇ ਮੈਂ ਤੁਹਾਨੂੰ ਇੱਕ ਅਗਰ ਗੱਲ ਸਾਂਝੀ ਕਰਾਂ ਤੇ ਪੰਛੀਆਂ ਨੂੰ ਅਗਰ ਅਸੀਂ ਸੋਚੀਏ ਕਿ ਅਗਰ ਅੱਜ ਕੋਈ ਪੰਛੀ ਇੱਕ ਖਿੱਤੇ ਦੇ ਵਿੱਚੋਂ ਖਤਮ ਹੋ ਜਾਂਦਾ ਤੇ ਉਹਨੂੰ ਉਸ ਖਿੱਤੇ ਦੇ ਵਿੱਚ ਦੁਬਾਰਾ ਉਹਨੂੰ ਵਸਨੀਕ ਕਰਨ ਵਾਸਤੇ, ਪੈਦਾ ਕਰਨ ਵਾਸਤੇ, ਜਾਂ ਉਹਦੀ ਜਿਹੜੀ ਪ੍ਰੈਜੈਂਸ ਆ ਉਹਦੀ ਹਾਜ਼ਰੀ ਕਰਨ ਵਾਸਤੇ ਘੱਟੋ ਘੱਟ ਮੇਰੇ ਖਿਆਲ ਦੇ ਵਿੱਚ ਅਗਰ ਆਪਾਂ ਕੁਦਰਤੀ ਤਰੀਕਿਆਂ ਦੇ ਉੱਤੇ ਵੀ ਚੱਲਣਾ ਸ਼ੁਰੂ ਕਰੀਏ ਤੇ 100 ਸਾਲ ਵੀ ਥੋੜ੍ਹਾ ਹੋਊਗਾ। ਕਿਉਂਕਿ ਜਦੋਂ ਪੰਛੀ ਕਿਸੇ ਇਲਾਕੇ ਨੂੰ ਛੱਡ ਜਾਂਦਾ ਉਹ ਫਿਰ ਜਲਦੀ ਉਸ ਇਲਾਕੇ ਦੇ ਵਿੱਚ ਨਹੀਂ ਆਉਂਦਾ। ਦੂਸਰਾ, ਜਦੋਂ ਪੰਛੀਆਂ ਦੀ ਗਿਣਤੀ ਘਟਦੀ ਹੈ ਜਾਂ ਜਦੋਂ ਪੰਛੀ ਘਟਣੇ ਸ਼ੁਰੂ ਹੁੰਦੇ ਆ ਤੇ ਇਹਨਾਂ ਨੂੰ ਜਿਹੜੀਆਂ ਬਿਲਕੁਲ ਸੇਫ ਜਗ੍ਹਾ ਜਾਂ ਬਿਲਕੁਲ ਐਸੀ ਜਗ੍ਹਾ ਚਾਹੀਦੀ ਹੈ ਕਿ ਜਿੱਥੇ ਇਹ ਆਪਣੇ ਆਪ ਨੂੰ ਸੇਫ ਰੱਖ ਸਕਣ, ਆਪਣਾ ਪ੍ਰਜਨਨ ਕਰ ਸਕਣ।
ਅਸੀਂ ਅਗਰ ਇੱਕ ਆਮ ਸਧਾਰਨ ਇਨਸਾਨ ਦੇ ਰੂਪ ਦੇ ਵਿੱਚ ਦੇਖੀਏ ਤਾਂ ਮੈਂ ਆਪ ਜੀ ਨਾਲ ਗੱਲ ਸਾਂਝੀ ਕਰਾਂ ਕਿ ਅੱਜ ਜੋ ਹੁਣ ਸਮਾਂ ਜਿੱਦਾਂ ਹੁਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ, ਅਪ੍ਰੈਲ ਦਾ ਮਹੀਨਾ ਜਿਹੜਾ ਹੈ ਉਹ ਜਿੱਦਾਂ ਬਸੰਤ ਰੁੱਤ ਆ, ਇਹ ਪੰਛੀਆਂ ਦੇ ਪ੍ਰਜਨਨ ਦਾ ਸਮਾਂ ਹੈ। ਜਿਹੜੇ ਪੰਛੀ ਸਰਦੀਆਂ ਦੇ ਵਿੱਚ ਸਾਡੇ ਇਲਾਕਿਆਂ ਤੋਂ ਚਲੇ ਜਾਂਦੇ ਆ ਜਾਂ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਵਾਪਸ ਸਾਡੇ ਕੋਲੇ ਆਉਂਦੇ ਆ, ਉਹ ਆ ਕੇ ਆਪ ਦਾ ਪ੍ਰਜਨਨ ਜਿਹੜਾ ਕਰਦੇ ਆ, ਜਿਨ੍ਹਾਂ ਦੇ ਨਾਲ ਪੰਛੀ ਦੀ ਗਿਣਤੀ ਵੱਧਦੀ ਹੈ। ਔਰ ਅਕਸਰ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਆਲੇ ਦੁਆਲੇ ਸਾਡੇ ਹਰਿਆਲੀ ਹੋਣੀ ਸ਼ੁਰੂ ਹੁੰਦੀ ਹੈ, ਸਾਡੇ ਘਰਾਂ ਦੇ ਨਜ਼ਦੀਕ ਪਲਾਟਾਂ ਦੇ ਵਿੱਚ, ਸੜਕਾਂ ਦੇ ਨਾਲ ਜਾਂ ਖਾਲੀ ਸਥਾਨਾਂ ਦੇ ਵਿੱਚ ਘਾਹ ਫੂਸ ਉੱਗਣਾ ਸ਼ੁਰੂ ਹੁੰਦਾ, ਤੇ ਅਸੀਂ ਇੱਕ ਆਪਣੇ ਆਪ ਨੂੰ ਇਹ ਸਾਬਤ ਕਰਨ ਦੇ ਲਈ ਕਿ ਅਸੀਂ ਆਪ ਦਾ ਆਲਾ ਦੁਆਲਾ ਬਹੁਤ ਸਾਫ਼ ਸੁਥਰਾ ਜਿਹੜਾ ਹੈ ਉਹ ਰੱਖਦੇ ਹਾਂ, ਤੇ ਅਸੀਂ ਉਹ ਜਿਹੜੀਆਂ ਘਾਹ ਫੂਸ ਤੇ ਉਹ ਜਿਹੜੀਆਂ ਝਾੜੀਆਂ ਹੈ ਉਹ ਵੱਢਣੀਆਂ ਸ਼ੁਰੂ ਕਰ ਦਿੰਦੇ ਹਾਂ। ਔਰ ਸਾਨੂੰ ਇਹ ਜਾਣੇ ਦੇ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਇਹਨਾਂ ਪੰਛੀਆਂ ਦਾ 50% ਤੱਕ ਜਿਹੜੇ ਪੰਛੀ ਨੇ, ਛੋਟੇ ਪੰਛੀ ਨੇ ਜਿਨ੍ਹਾਂ ਦੀ ਗਿਣਤੀ ਬਹੁਤ ਘੱਟ ਆ, ਉਹਨਾਂ ਦੇ ਅਸੀਂ ਜਿਹੜੇ ਆਲ ਨੇ ਉਹ ਅਸੀਂ ਉਜਾੜ ਦਿੰਦੇ ਹਾਂ। ਹੁਣ ਅਗਰ ਕੋਈ ਆਪਾਂ ਇਹ ਸਵਾਲ ਕਰੀਏ ਕਿ ਜੀ ਸਾਨੂੰ ਕਿੱਦਾਂ ਪਤਾ ਲੱਗੇ ਕਿ ਉੱਥੇ ਉਸ ਪੰਛੀ ਦਾ ਆਲ ਨਾ, ਤੇ ਮੈਂ ਅਗਰ ਬੇਨਤੀ ਕਰਾਂ ਤੇ ਮੈਂ ਇਹੀ ਕਹਿ ਸਕਦਾ ਕਿ ਉਸ ਸਮੇਂ ਦੇ ਵਿੱਚ ਕਿਸੇ ਨੂੰ ਇਸ ਚੀਜ਼ ਬਾਰੇ ਇੰਨੀ ਜਲਦੀ ਨਹੀਂ ਸਮਝਾਇਆ ਜਾ ਸਕਦਾ। ਮੈਂ 2-3 ਪੰਛੀਆਂ ਦਾ ਤੁਹਾਡੇ ਨਾਲ ਜ਼ਿਕਰ ਕਰਦਾ ਜਿਨ੍ਹਾਂ ਦੇ ਆਲ ਨੇ ਤੁਸੀਂ ਜਾਣਦੇ ਹੋਏ ਵੀ ਨਹੀਂ ਲੱਭ ਸਕਦੇ। ਜਿੱਦਾਂ ਇੱਕ ਦਰਜੀ ਪੰਛੀ ਜਿਹਨੂੰ ਆਪਾਂ ਟੇਲਰ ਬਰਡ ਕਹਿ ਦਿੰਦੇ ਹਾਂ, ਕਾਮਨ ਟੇਲਰ ਬਰਡ ਸਾਡੇ ਪੰਜਾਬ ਦੇ ਵਿੱਚ ਮਿਲਦਾ। ਆਮ ਤੌਰ 'ਤੇ ਸੁਣਿਆ ਹੋਣਾ ਕਿ ਉਹ ਪੱਤੇ ਦੀ ਸਿਲਾਈ ਕਰਕੇ ਤੇ ਉਹਦੇ ਵਿੱਚ ਆਪਣਾ ਆਲ੍ਹਣਾ ਬਣਾਉਂਦਾ। ਜਿੱਦਾਂ ਸਾਡੇ ਹੱਥ ਜਿੱਡਾ ਇੱਕ ਪੱਤਾ ਹੈ, ਉਹਨੂੰ ਇੱਕ ਸਿਰੇ ਤੋਂ ਸਿਲਾਈ ਕਰਨੀ ਸ਼ੁਰੂ ਕਰਦਾ ਤੇ ਉਹਨੂੰ ਇੱਕ ਕੱਪ ਦੇ ਰੂਪ ਦੇ ਵਿੱਚ ਜਾਂ ਇੱਕ ਕੌਲੀ ਵਾਂਗੂ ਉਹਨੂੰ ਬਣਾ ਲੈਂਦਾ। ਉਸ ਤੋਂ ਬਾਅਦ ਫਿਰ ਉਹ ਆਪਦੇ ਆਲੇ ਦੁਆਲੇ ਤੋਂ ਰੂੰ ਵਰਗੇ ਜਾਂ ਮਤਲਬ ਘਾਹ ਫੂਸ ਜਿਹੜਾ ਹੈ, ਸੌਫਟ ਘਾਹ ਫੂਸ ਹੈ ਜਿਹੜਾ, ਉਹਨੂੰ ਉਹਦੇ ਵਿੱਚ ਇਕੱਠਾ ਕਰਨਾ ਸ਼ੁਰੂ ਕਰਦਾ ਤੇ ਉਹਦੇ ਵਿੱਚ ਹੀ ਉਹ ਆਂਡੇ ਦਿੰਦਾ। ਦੂਸਰਾ ਪੰਛੀ ਇਹਦੇ ਵਿੱਚ ਜਿਹੜਾ ਸਾਡੇ ਆਲੇ ਦੁਆਲੇ ਅੱਜ ਕੱਲ੍ਹ ਦੇਖਿਆ ਜਾਂਦਾ, ਪਰਪਲ ਕਲਰ ਦਾ, ਜਿਹਨੂੰ ਪਰਪਲ ਸਨਬਰਡ ਕਹਿੰਦੇ, ਸ਼ੱਕਰਖੋਰਾ, ਉਹਦਾ ਜਿਹੜਾ ਆਲ੍ਹਣਾ ਹੈ ਤੁਹਾਨੂੰ ਇੱਦਾਂ ਲੱਗੂਗਾ ਕਿ ਜਿੱਦਾਂ ਲੀਰਾਂ ਲਟਕਦੀਆਂ ਹੋਣ, ਕੋਈ ਇੱਕ ਕਚਰਾ ਲਟਕਦਾ ਹੋਵੇ, ਤੇ ਸ਼ਾਇਦ ਕਿਸੇ ਨੂੰ ਇਹ ਵੀ ਨਾ ਪਤਾ ਹੋਵੇ ਕਿ ਇਹ ਕਿਸੇ ਐਡੇ ਖੂਬਸੂਰਤ ਪੰਛੀ ਦਾ ਆਲ੍ਹਣਾ ਹੈ। ਉਸ ਤੋਂ ਇਲਾਵਾ ਛੋਟੇ ਛੋਟੇ ਪੰਛੀ ਜਿਹਦੇ ਵਿੱਚ ਮੁਨੀਆਂ ਆ ਜਾਂਦੀਆਂ ਨੇ ਜਾਂ ਸਿਲਵਰ ਬਿੱਲ ਆ ਜਾਂਦੀਆਂ ਨੇ, ਛੋਟੇ ਪੰਛੀ ਉਹ ਕਿਸੇ ਵੀ ਸਰਕੜੇ ਵਰਗੇ ਪੌਦੇ ਤੋਂ ਇੱਕ ਤੀਲਾ ਜਾਂ ਛਿੱਲ ਕੇ ਲੈ ਕੇ ਆਉਂਦੇ ਆ ਤੇ ਉਹ ਉਸ ਚੀਜ਼ ਦਾ ਆਲ੍ਹਣਾ ਬਣਾਉਂਦੇ ਆ। ਹੁਣ ਅਗਰ ਅਸੀਂ ਕਿਸੇ ਨੂੰ ਅਵੇਅਰ ਕਰਨਾ ਸ਼ੁਰੂ ਕਰੀਏ, ਮੈਂ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਾਂ ਤੁਹਾਡੇ ਨਾਲ। ਮੈਂ ਇੱਕ ਵਾਰ ਕਿਸੇ ਨੂੰ ਕਿਹਾ ਕਿ ਜੀ ਆਪਣੇ ਨਾ ਕਿਆਰੀ ਦੇ ਵਿੱਚ ਇੱਕ ਪੰਛੀ ਆਲ੍ਹਣਾ ਬਣਾ ਰਿਹਾ ਤੇ ਇਹਦੀ ਕਿਤੇ ਸਫਾਈ ਨਾ ਕਰ ਦਿਓ। ਇਹ ਪੰਛੀ ਦਾ ਇਸ ਟਾਈਮ ਪ੍ਰਜਨਨ ਦਾ ਟਾਈਮ ਆ। ਔਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਜਦੋਂ ਮੈਂ ਸ਼ਾਮ ਨੂੰ ਆਇਆ ਤੇ ਜਿਨ੍ਹਾਂ ਨੂੰ ਮੈਂ ਇਹ ਗੱਲ ਜਿਨ੍ਹਾਂ ਨਾਲ ਜ਼ਿਕਰ ਕੀਤਾ, ਉਹ ਕਹਿੰਦੇ ਵੀ ਤੁਸੀਂ ਤੇ ਕਹਿੰਦੇ ਸੀ ਇੱਥੇ ਪੰਛੀ ਆਲ੍ਹਣਾ ਬਣਾ ਰਿਹਾ, ਮੈਂ ਤੇ ਸਾਰੇ ਪਲਾਟ ਦੀ ਸਫਾਈ ਕਰਤੀ, ਮੈਨੂੰ ਤੇ ਕਿਤੇ ਲੱਭਿਆ ਨਹੀਂ। ਤੇ ਮੈਂ ਸ਼ਾਇਦ ਉਸ ਤੋਂ ਬਾਅਦ ਇਹ ਮਤਲਬ ਸਹੁੰ ਪਾ ਲਈ ਕਿ ਕਿਸੇ ਨੂੰ ਇਹ ਵੀ ਨਹੀਂ ਦੱਸਣਾ। ਅਗਰ ਕੋਈ ਕੁਦਰਤੀ ਤੌਰ 'ਤੇ ਜਾਂ ਕੋਈ ਕਿਸੇ ਚੀਜ਼ ਨੂੰ ਨਸ਼ਟ ਕਰ ਦਿੰਦਾ ਕੋਈ ਗੱਲ ਨਹੀਂ, ਕਿਸੇ ਨੂੰ ਦੱਸਣਾ ਹੀ ਨਹੀਂ ਕਿ ਇੱਥੇ ਪੰਛੀ ਆਲ੍ਹਣਾ ਬਣਾ ਰਿਹਾ, ਕਿਉਂਕਿ ਅਸੀਂ ਆਲ੍ਹਣਾ ਦੇਖਣ ਤੁਰ ਪੈਂਦੇ ਹਾਂ। ਔਰ ਪੰਛੀ ਇੰਨੇ ਜ਼ਿਆਦਾ ਸੈਂਸਿਟਿਵ ਨੇ ਕਿ ਅਗਰ ਤੁਸੀਂ ਇਹਦੇ ਆਲ੍ਹਣੇ ਨੂੰ ਹਿਲਾ ਦਿੰਦੇ ਹੋ, ਇਹਦੇ ਆਂਡਿਆਂ ਨੂੰ ਹੱਥ ਲਾ ਦਿੰਦੇ ਹੋ ਜਾਂ ਉਸ ਜਗ੍ਹਾ ਦੇ ਉੱਤੇ ਨਜ਼ਰ ਰੱਖਦੇ ਹੋ, ਤੇ ਉਹ ਜਿਹੜੇ ਪੰਛੀ ਉਹ ਡਿਸਟਰਬ ਹੋ ਜਾਂਦੇ ਆ ਔਰ ਉਸ ਤੋਂ ਬਾਅਦ ਉਹ ਆਪਣਾ ਆਲ੍ਹਣਾ ਛੱਡ ਕੇ ਕਿਸੇ ਦੂਸਰੀ ਜਗ੍ਹਾ ਦੀ ਤਲਾਸ਼ ਵਿੱਚ ਚਲੇ ਜਾਂਦੇ ਆ। ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਪੰਛੀ ਸਾਡੇ ਆਲੇ ਦੁਆਲੇ ਜਿਹੜਾ ਹੈ ਪਤਾ ਨਹੀਂ ਕਿੰਨੇ ਕਿਲੋਮੀਟਰ ਦਾ ਸਫ਼ਰ ਕਰਕੇ ਜਿਹੜਾ ਹੈ ਸਾਡੇ ਕੋਲੇ ਆਇਆ ਔਰ ਆਪਣੇ ਬੱਚੇ ਪੈਦਾ ਕਰਨ ਵਾਸਤੇ ਆਇਆ। ਸਾਡੇ ਆਲੇ ਦੁਆਲੇ ਜਿਹੜੇ ਹੈ ਉਹ ਪੰਛੀਆਂ ਦੀ ਗਿਣਤੀ ਵਧਾਉਣ ਦੇ ਵਿੱਚ ਲੱਗਾ ਹੋਇਆ, ਲੇਕਿਨ ਅਸੀਂ ਉਸ ਚੀਜ਼ ਨੂੰ ਬਰਬਾਦ ਕਰ ਦਿੰਦੇ ਹਾਂ। ਤਾਂ ਇਸ ਕਰਕੇ ਮੈਂ ਇਸ ਗੱਲ ਨੂੰ ਅਗਰ ਥੋੜ੍ਹਾ ਜਿਹਾ ਹੋਰ ਵਧਾਵਾਂ, ਤੇ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿਹੜੇ ਤਰੀਕੇ ਦੇ ਨਾਲ ਪੰਛੀਆਂ ਨੂੰ ਬਰਬਾਦ ਕਰ ਦਿੰਦੇ ਹਾਂ। ਔਰ ਬਹੁਤ ਸਾਰੇ ਪੰਛੀ ਅਗਰ ਅਸੀਂ ਨਾਂ ਦੱਸਣੇ ਸ਼ੁਰੂ ਕਰੀਏ ਤੇ ਆਪਾਂ ਇੱਕ ਛੋਟੇ ਜਿਹੇ ਪੰਛੀ ਨੂੰ ਚਿੜੀ ਕਹਿ ਦਿੰਦੇ ਹਾਂ, ਉਹ ਕੋਈ ਵੀ ਹੋਵੇ, ਲੇਕਿਨ ਉਹ ਚਿੜੀ ਦੇ ਵਿੱਚ ਵੀ ਅਗਰ ਆਪਾਂ ਚੱਲੀਏ ਤਾਂ ਘੱਟੋ ਘੱਟ 40 ਜਾਂ 50 ਕਿਸਮ ਦੇ ਪੰਛੀ ਹੋਣਗੇ ਜਿਹਨੂੰ ਆਪਾਂ ਚਿੜੀ ਕਹਿ ਦਿੰਦੇ ਹਾਂ ਕਿ ਜੀ ਇਹ ਚਿੜੀ ਹੈ। ਸਾਡੇ ਆਲੇ ਦੁਆਲੇ ਮਿਲਣ ਵਾਲੇ ਜਿਹੜੇ ਬਹੁਤ ਸਾਰੇ ਪੰਛੀ ਹੈ ਛੋਟੇ ਛੋਟੇ, ਜਿਨ੍ਹਾਂ ਦੇ ਵਿੱਚ ਮੁਨੀਆਂ ਆ ਜਾਂਦੀਆਂ ਨੇ, ਪਿਪਟ ਆ ਜਾਂਦੀਆਂ ਨੇ, ਬੰਟਿੰਗ ਆ ਜਾਂਦੀਆਂ ਨੇ, ਸਪੈਰੋ ਆ ਜਾਂਦੀਆਂ ਨੇ, ਜਾਂ ਹੋਰ ਛੋਟੇ ਪੰਛੀ ਜਿਹੜੇ ਹੈਗੇ ਆ ਉਹ ਲਾਰਕ ਆ ਜਾਂਦੀਆਂ ਨੇ, ਜਿਹੜੀਆਂ ਕਿ ਦੂਸਰੀਆਂ ਦੇਸ਼ਾਂ ਤੋਂ ਆਉਂਦੀਆਂ, ਚਿੜੀ ਦੇ ਸਾਈਜ਼ ਜਾਂ ਚਿੜੀ ਤੋਂ ਛੋਟੀਆਂ ਹੁੰਦੀਆਂ, ਸਾਡੇ ਲਈ ਉਹ ਚਿੜੀ ਹੁੰਦੀ ਹੈ। ਲੇਕਿਨ ਉਹ ਆਪਣੇ ਆਪ ਦੇ ਵਿੱਚ ਉਹ 20 ਤੋਂ 25 ਤਰ੍ਹਾਂ ਦੇ ਐਸੇ ਜਿਹੜੇ ਪੰਛੀ ਹੁੰਦੇ ਆ ਜਿਹੜੇ ਸਾਡੇ ਆਲੇ ਦੁਆਲੇ ਰਹਿੰਦੇ ਆ, ਲੇਕਿਨ ਸਾਨੂੰ ਉਹਨਾਂ ਦਾ ਇੱਕ ਸਪੈਸੀਫਿਕ ਜਿਹੜਾ ਨਾਮ ਆ ਉਹ ਨਹੀਂ ਪਤਾ ਹੁੰਦਾ। ਤਾਂ ਇਸ ਚੀਜ਼ ਦੀ ਜਿਹੜੀ ਅਵੇਅਰਨੈਸ ਅਤੇ ਅਗਿਆਨਤਾ, ਮੈਂ ਦੋਨਾਂ ਚੀਜ਼ਾਂ ਦੇ ਵਿੱਚ ਖਤਰਾ ਦੇਖਿਆ
ਤਾਂ ਅਗਰ ਇਸ ਖਤਰੇ ਨੂੰ ਆਪਾਂ ਟਾਲਣਾ ਹੋਏ ਤਾਂ ਮੇਰੇ ਖਿਆਲ ਦੇ ਵਿੱਚ ਇਨਸਾਨ ਤੋਂ ਜਦੋਂ ਸ਼ੁਰੂ ਹੁੰਦਾ, ਪੰਛੀਆਂ ਨੂੰ ਪਿਆਰ ਕਰਨ ਵਾਲੇ ਅਗਰ ਆਪਾਂ ਗੱਲ ਕਰੀਏ ਤੇ ਆਪਾਂ ਦੇਖ ਸਕਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਕਬੂਤਰ ਚਿੜੀਆਂ ਆਮ ਤੌਰ 'ਤੇ ਆਲ੍ਹਣਾ ਪਾਉਂਦੇ ਆ। ਅਸੀਂ ਜਦੋਂ ਉਹ ਥੋੜ੍ਹੇ ਜਿਹੇ ਤਿਨਕੇ ਲਿਆ ਕੇ ਘਰ ਦੀ ਸ਼ੁਰੂਆਤ ਕਰਦੇ ਆ, ਮਟੀਰੀਅਲ ਇਕੱਠਾ ਕਰਨਾ ਸ਼ੁਰੂ ਕਰਦੇ ਆ, ਤੇ ਅਸੀਂ ਸਫਾਈ ਦੇ ਤੌਰ ਦੇ ਉੱਤੇ ਉਹਨਾਂ ਨੂੰ 1 ਮਹੀਨੇ ਵਾਸਤੇ ਵੀ ਬਰਦਾਸ਼ਤ ਨਹੀਂ ਕਰਦੇ। ਜਿਹੜੇ ਪੰਛੀ 1 ਮਹੀਨੇ ਤੱਕ ਉਹਨਾਂ ਆਲ੍ਹਣਿਆਂ ਦੇ ਵਿੱਚ ਜਾਂ ਜਿਹੜਾ ਉਹਨਾਂ ਦਾ ਆਂਡਿਆਂ ਤੋਂ ਬੱਚੇ ਨਿਕਲਣ ਦਾ ਸਮਾਂ ਹੁੰਦਾ ਉਹਦੇ ਵਿੱਚ ਹੀ ਉਹ ਆਲ੍ਹਣੇ ਦਾ ਇਸਤੇਮਾਲ ਕਰਦੇ ਆ। ਉਸ ਤੋਂ ਇਲਾਵਾ ਫਿਰ ਉਹ ਖੁੱਲ੍ਹੀਆਂ ਥਾਵਾਂ ਦੇ ਉੱਤੇ ਜਿੱਥੇ ਵੀ ਉਹਨਾਂ ਨੂੰ, ਤੁਸੀਂ ਵੀ ਦੇਖਿਆ ਹੋਊਗਾ ਕਿ ਜਿਹੜੇ ਬਹੁਤ ਸਾਰੇ ਪੰਛੀ ਆ ਉਹ ਲਗਾਤਾਰ ਕੋਈ ਵੀ ਆਲ੍ਹਣੇ ਦੇ ਵਿੱਚ ਨਹੀਂ ਹੁੰਦਾ, ਉਹ ਪ੍ਰਜਨਨ ਕਰਦੇ ਆ। ਬੱਚੇ ਜਦੋਂ ਅਡਾਰ ਹੋ ਜਾਂਦੇ ਆ ਤੇ ਫਿਰ ਉਹਨਾਂ ਨੂੰ ਆਪ ਨਾਲ ਲੈ ਕੇ ਉਹ ਖੁੱਲ੍ਹੇ ਅਸਮਾਨ ਦੇ ਵਿੱਚ ਉੱਡ ਜਾਂਦੇ। ਫਿਰ ਜਿੱਥੇ ਉਹਨਾਂ ਨੇ ਆਪਣਾ ਸਮਾਂ ਬਿਤਾਉਣਾ ਹੁੰਦਾ, ਜਿੱਦਾਂ ਰਾਤ ਦਾ ਸਮਾਂ, ਉਹ ਕਿਤੇ ਵੀ ਕਿਸੇ ਟਾਹਣੀ ਜਾਂ ਕਿਸੇ ਤਾਰ 'ਤੇ ਜਾਂ ਕਿਸੇ ਬਨੇਰੇ 'ਤੇ ਬੈਠ ਕੇ ਕੱਟ ਲੈਂਦੇ ਆ। ਅਤੇ ਉਹ ਜਿਹੜਾ ਸਾਡਾ ਸਫਾਈ ਅਭਿਆਨ ਹੈਗਾ ਜਾਂ ਜਿਹੜਾ ਸਾਡਾ ਆਪਣੇ ਆਪ ਨੂੰ ਸਾਫ਼ ਰੱਖਣ ਦੀ ਸਾਡੀ ਨੇਚਰ ਹੈ, ਉਹ ਇਹਨਾਂ ਪੰਛੀਆਂ ਲਈ ਘਾਤਕ ਸਾਬਤ ਹੋ ਜਾਂਦੀ ਹੈ। ਕਈ ਵਾਰੀ ਅਸੀਂ ਆਪਣੇ ਕਮਰੇ ਦੀ ਜਾਂ ਆਪਣੇ ਘਰ ਦੀ ਓਨੀ ਸਫਾਈ ਨਹੀਂ ਕਰਦੇ ਜਿੰਨੀ ਗਵਾਂਢੀ ਦੇ ਖਾਲੀ ਪਏ ਪਲਾਟ ਦੀ ਕਰ ਦਿੰਦੇ ਹਾਂ। ਉਹਦੇ ਵਿੱਚੋਂ ਸਾਨੂੰ ਕਦੇ ਲੱਗਦਾ ਕਿ ਜੀ ਇਹਦੇ 'ਚ ਸੱਪ ਨਾ ਹੋਣ, ਕਦੇ ਅਸੀਂ ਸਮਝਦੇ ਜੀ ਇੱਥੇ ਠੂੰਹੇ ਨਾ ਹੋਣ। ਜਿਸ ਤਰੀਕੇ ਦੇ ਨਾਲ ਮਨੁੱਖ ਨੇ ਤਰੱਕੀ ਕੀਤੀ ਹੈ, ਸੱਪ ਜਾਂ ਠੂੰਹੇ ਜਾਂ ਕੋੜ ਕਿਰਲੇ ਜਾਂ ਹੋਰ ਇਹ ਚੀਜ਼ਾਂ ਬਹੁਤ ਮਤਲਬ ਇੱਕ ਸਾਡੇ ਵਾਸਤੇ ਹੁਣ ਅਸੀਂ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕਿਸੇ ਪਾਰਕਾਂ ਦੇ ਵਿੱਚ ਜਾਂ ਆਪਣਾ ਚਿੜੀਆ ਘਰਾਂ ਦੇ ਵਿੱਚ ਇਹਨਾਂ ਨੂੰ ਪਿੰਜਰਿਆਂ ਦੇ ਵਿੱਚ ਦੇਖਿਆ ਕਰਾਂਗੇ। ਆਲੇ ਦੁਆਲੇ ਤੋਂ ਤੇ ਅਸੀਂ ਆਪਾਂ ਖ਼ਤਮ ਕਰ ਚੁੱਕੇ ਹਾਂ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਨਸਾਨ ਆ ਮੁੱਢਲੇ ਰੂਪ ਦੇ ਵਿੱਚ ਜਿਹੜਾ ਹੈ ਉਹ ਕਈ ਤਰੀਕਿਆਂ ਦੇ ਨਾਲ ਜਿਹੜਾ ਹੈ ਪੰਛੀਆਂ ਦੇ ਜਿਹੜਾ ਰਹਿਣ ਬਸੇਰੇ ਆ ਉਹ ਖ਼ਤਮ ਕਰ ਦਿੰਦਾ। ਸਾਡੇ ਆਲੇ ਦੁਆਲੇ ਅਗਰ ਆਪਾਂ ਆਮ ਤੇ ਖਾਸ ਪੰਛੀਆਂ ਦੀ ਗੱਲ ਕਰੀਏ ਤੇ ਉਹਨੂੰ ਆਮ ਪੰਛੀਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਆਮ ਸਧਾਰਨ ਲੋਕ ਆਪਾਂ ਹੈਗੇ ਆ, ਜਿਹੜੇ ਉਹਨਾਂ ਨੂੰ ਸਾਨੂੰ ਨਜ਼ਰ ਆਉਂਦੇ ਆ, ਜਿਹੜੇ ਪੱਕੇ ਵਸਨੀਕ ਨੇ, ਜਿਹੜੇ ਹਰ ਸਾਲ ਸਾਡੇ ਕੋਲੇ ਆ ਜਾਂਦੇ ਆ ਔਰ ਜਿਹੜੇ ਮਤਲਬ ਕੋਈ ਵੀ ਜਿਨ੍ਹਾਂ ਨੂੰ ਦੇਖ ਲੈਂਦਾ ਔਰ ਜਿਹਦੇ ਬਾਰੇ ਜ਼ਿਆਦਾਤਰ ਸਾਨੂੰ ਪਤਾ ਵੀ ਹੁੰਦਾ। ਜੇ ਅਗਰ ਆਪਾਂ ਥੋੜ੍ਹੇ ਜਿਹੇ ਨਾਂ ਵੀ ਲਈਏ, ਜਿੱਦਾਂ ਮੋਰ ਹੈ, ਕਬੂਤਰ ਹੈ, ਕਾਂ ਹੈ, ਚਿੜੀ ਹੈ, ਗਟਾਰ ਹੈ, ਬੁਲਬੁਲ ਹੈ, ਘੁੱਗੀ ਹੈ, ਇਹਨਾਂ ਪੰਛੀਆਂ ਨੂੰ ਅਸੀਂ ਆਮ ਪੰਛੀ ਕਹਿ ਦਿੰਦੇ ਹਾਂ। ਇਹ ਸਾਡੇ ਆਲੇ ਦੁਆਲੇ ਸਾਡੇ ਘਰਾਂ ਦੇ ਵਿੱਚ ਮੌਜੂਦ ਹੁੰਦੇ ਆ। ਅਗਰ ਆਪਾਂ ਦੂਸਰੇ ਤਰੀਕੇ ਸੋਚੀਏ ਕਿ ਖਾਸ ਪੰਛੀ ਕਿਹੜੇ ਹੋ ਸਕਦੇ ਆ, ਖਾਸ ਪੰਛੀ ਉਹ ਨੇ ਜਿਨ੍ਹਾਂ ਦੇ ਨਾਵਾਂ ਬਾਰੇ ਆਮ ਸਧਾਰਨ ਲੋਕਾਂ ਨੂੰ ਜਾਣਕਾਰੀ ਨਹੀਂ ਹੈ, ਜਾਂ ਆਪਾਂ ਕਿਸੇ ਖਿੱਤੇ ਦੇ ਵਿੱਚ ਮਿਲਣ ਵਾਲੇ ਘੱਟ ਗਿਣਤੀ ਜਿਨ੍ਹਾਂ ਦੀ ਗਲੋਬਲੀ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਸੰਸਥਾਵਾਂ ਕੰਮ ਕਰਦੀਆਂ ਨੇ, ਜਿਨ੍ਹਾਂ ਦੇ ਬਾਰੇ ਉਹ ਚਿੰਤਤ ਨੇ ਕਿ ਇਹ ਖਤਮ ਹੋਣ ਦੇ ਕਗਾਰ 'ਤੇ ਹੈ। ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਪੰਛੀ ਲੁਪਤ ਹੋ ਰਹੇ ਆ, ਲੁਪਤ ਹੋ ਚੁੱਕੇ ਆ। ਅਗਰ ਮੈਂ ਪੰਜਾਬ ਦੇ ਵਿੱਚ ਮਿਲਣ ਵਾਲੇ ਆਪਣੀ ਸੀਮਤ ਜਾਣਕਾਰੀ ਦੇ ਮੁਤਾਬਕ ਗੱਲ ਸਾਂਝੀ ਕਰਾਂ ਤੇ ਪੰਜਾਬ ਦੇ ਵਿੱਚ ਮਿਲਣ ਵਾਲੇ ਜਿਹੜਾ ਖਾਸ ਪੰਛੀ ਨੇ ਜਾਂ ਜਿਹਨੂੰ ਰੇਅਰ ਬਰਡ ਆਪਾਂ ਕਹਿ ਦਿੰਦੇ ਹਾਂ, ਜਿੱਦਾਂ ਸਾਡੇ ਕੋਲੇ ਵੈਟਲੈਂਡ ਦੇ ਤੌਰ 'ਤੇ ਹਰੀਕੇ ਪੱਤਨ ਹੈ। ਸ਼ਾਇਦ ਇਸ ਚੀਜ਼ ਬਾਰੇ ਸਾਨੂੰ ਆਮ ਤੌਰ 'ਤੇ ਲੋਕਾਂ ਨੂੰ ਜਾਣਕਾਰੀ ਨਹੀਂ ਕਿ ਸਾਡੇ ਹਰੀਕੇ ਪੱਤਨ ਇੱਕ ਮਿਲਣ ਵਾਲਾ ਪੰਛੀ ਜਰਡਨ ਬੈਵਲਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹ ਇੰਡੀਆ ਦੇ ਵਿੱਚ ਨਾਰਥ ਦੇ ਵਿੱਚ ਬੰਗਾਲ ਦੀ ਖਾੜੀ ਜਾਂ ਉਸ ਇਲਾਕੇ ਦੇ ਵਿੱਚ ਇਹ ਪਾਇਆ ਜਾਂਦਾ, ਨਾਰਥ ਈਸਟ ਦੇ ਵਿੱਚ ਪਾਇਆ ਜਾਂਦਾ। ਉਸ ਤੋਂ ਇਲਾਵਾ ਇਹ ਸਾਡੇ ਪਾਸੇ ਅਗਰ ਆਪਾਂ ਵੈਸਟ ਵਾਲੇ ਪਾਸੇ ਦੇਖੀਏ ਤਾਂ ਹਰੀਕੇ ਪੱਤਨ ਦੀ ਮੌਜੂਦਗੀ ਹੈ ਔਰ ਪੱਕਾ ਵਸਨੀਕ ਹੈ। ਔਰ ਜਿਹੜੇ ਪੰਛੀਆਂ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਇਹਨੂੰ ਦੇਖਣਾ ਤੇ ਇਹਦੀ ਫੋਟੋ ਖਿੱਚਣਾ ਪਸੰਦ ਕਰਦੇ ਆ ਔਰ ਬਹੁਤ ਸ਼ਰਮੀਲਾ ਇਹ ਪੰਛੀ ਹੈ। ਲੇਕਿਨ ਅਗਰ ਆਪਾਂ ਹਰੀਕੇ ਦੀ ਗੱਲ ਕਰੀਏ ਤਾਂ ਉੱਥੇ ਜਿਸ ਤਰੀਕੇ ਦੇ ਨਾਲ ਆਲੇ ਦੁਆਲੇ ਲੋਕਾਂ ਦੁਆਰਾ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦੇ ਨਾਲ ਉਹ ਜਿਹੜਾ ਖਿੱਤਾ ਘਟ ਰਿਹਾ, ਤਾਂ ਇਸ ਪੰਛੀ ਦਾ ਜਿਹੜਾ ਪੂਰੇ ਇੰਡੀਆ ਦੇ ਵਿੱਚ ਹੀ ਬਹੁਤ ਘੱਟ ਮਿਲਦਾ ਅਤੇ ਉਹ ਖਤਮ ਹੋਣ ਦੇ ਕਗਾਰ ਦੇ ਉੱਤੇ ਹੈ। ਔਰ ਹੋ ਸਕਦਾ ਕਿ ਅਸੀਂ ਸਾਡੀ ਉਮਰ ਰਹਿੰਦੇ ਰਹਿੰਦੇ ਹੀ ਉਹ ਪੰਛੀ ਬਾਰੇ ਸਾਨੂੰ ਇਹ ਪਤਾ ਲੱਗੇ ਕਿ ਜੀ ਉਹ ਇੱਥੇ ਨਹੀਂ ਮਿਲਦਾ। ਦੂਸਰਾ ਪੰਛੀ ਜਿਹੜਾ ਕਿ ਫੋਟੋਗ੍ਰਾਫੀ ਕਰਦੇ ਸਾਡੇ ਦੋਸਤ ਫੋਟੋਗ੍ਰਾਫਰਾਂ ਨੇ ਜਿਹੜਾ ਉਹ ਕੀਤਾ, ਹਰੀਕੇ ਕੀਤਾ, ਜਾਂ ਉਸ ਤੋਂ ਇਲਾਵਾ ਆਲੇ ਦੁਆਲੇ ਪੈਂਡੂਲਾਈਨ ਟਿਟ ਹੈ, ਉਹ ਵੀ ਸਾਡੇ ਖਿੱਤੇ ਦੇ ਵਿੱਚ ਪਾਇਆ ਜਾਣ ਵਾਲਾ ਬਹੁਤ ਰੇਅਰ ਪੰਛੀ ਆ, ਘੱਟ ਮਿਲਣ ਵਾਲਾ ਪੰਛੀ ਹੈ। ਰੂਫਸ ਬੈਂਟਡ ਪ੍ਰੀਨੀਆ ਹੈ,
ਉਹ ਵੀ ਕਾफ़ी ਰੇਅਰ ਮੰਨੀ ਜਾਂਦੀ ਹੈ। ਲੇਕਿਨ ਸਾਡੇ ਜਿਹੜੇ ਦੋਸਤ ਨੇ ਜਦੋਂ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਫੋਟੋਗ੍ਰਾਫੀ ਕਰਦੇ ਨੇ, ਪੰਜਾਬ ਦੇ ਵਿੱਚ ਉਹ ਪੰਛੀ ਕਾफ़ੀ ਜਗ੍ਹਾ ਤੇ ਮਿਲਿਆ, ਲੇਕਿਨ ਆਮ ਤੌਰ ਤੇ ਉਹ ਘੱਟ ਮਿਲਣ ਵਾਲਾ ਪੰਛੀ ਹੈ। ਅਗਰ ਮੈਂ ਆਪਣੀ ਫੋਟੋਗ੍ਰਾਫੀ ਦੇ ਦੌਰਾਨ ਘੱਟ ਮਿਲਣ ਵਾਲੇ ਪੰਛੀਆਂ ਦੀ ਗੱਲ ਕਰਾਂ ਤੇ ਰੇਨ ਕੋਇਲ ਜਿਹੜਾ ਕਿ 2017 ਦੇ ਵਿੱਚ ਮੈਂ ਆਪਣੇ ਘਰ ਤੋਂ ਲਗਭਗ 50 ਜਾਂ 100 ਮੀਟਰ ਦੀ ਦੂਰੀ ਤੇ ਕਲਿੱਕ ਕੀਤਾ ਸੀ। ਉਹ ਪੰਛੀ ਪਿਛਲੇ ਸਾਲ ਲੁਧਿਆਣੇ ਦੇ ਵਿੱਚ ਇੱਕ ਸਾਡੇ ਦੋਸਤ ਨੇ ਉਹਨਾਂ ਨੇ ਦੁਬਾਰਾ ਕਲਿੱਕ ਕੀਤਾ, ਲੇਕਿਨ ਉਹ ਪੰਜਾਬ ਦੇ ਵਿੱਚ ਉਹਦੇ 2 ਹੀ ਫੋਟੋਗ੍ਰਾਫਿਕ ਰਿਕਾਰਡ ਹੈ। ਇਸ ਤੋਂ ਇਲਾਵਾ ਜਿਹੜੇ ਪੈਸਰੀਨ ਪੰਛੀ ਨੇ ਜਿਹੜੇ ਸਾਡੇ ਦੋਸਤਾਂ ਦੁਆਰਾ ਕਿਸੇ ਜਗ੍ਹਾ ਦੇ ਉੱਤੇ ਕਲਿੱਕ ਕੀਤੇ ਗਏ ਨੇ, ਉਹਦੇ ਵਿੱਚ ਆਪਣਾ ਡੈਜ਼ਰਟ ਬੈਬਲਰ ਹੈ, ਛੋਟਾ ਜਿਹਾ ਪੰਛੀ ਹੈ। ਤੇ ਇੱਦਾਂ ਦੇ ਕੁਝ ਪੰਛੀ ਹੈ ਜਿਹੜੇ ਕਿ ਆਮ ਲੋਕਾਂ ਨੂੰ ਜਿਨ੍ਹਾਂ ਬਾਰੇ ਜਾਣਕਾਰੀ ਨਹੀਂ, ਲੇਕਿਨ ਇਹ ਖਾਸ ਇਸ ਕਰਕੇ ਹੋ ਜਾਂਦੇ ਆ ਕਿ ਗਲੋਬਲੀ ਪੂਰੇ ਵਿਸ਼ਵ ਦੇ ਵਿੱਚ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ ਜਾਂ ਸਾਡੇ ਇੰਡੀਆ ਦੇ ਵਿੱਚ ਬਹੁਤ ਘੱਟ ਜਗ੍ਹਾ 'ਤੇ ਮਿਲਦੇ ਆ। ਔਰ ਅਸੀਂ ਇਹਨਾਂ ਦੀ ਜਿਹੜੀਆਂ ਥਾਵਾਂ ਨੇ, ਜਿਹੜੀਆਂ ਇਹਨਾਂ ਦੀਆਂ ਰੱਖਾਂ ਨੇ ਜਾਂ ਜਿਹੜੇ ਇਹਨਾਂ ਦੇ ਰਹਿਣ ਬਸੇਰੇ ਆਲਾ ਦੁਆਲਾ ਜਿਹੜਾ ਹੈ ਉਹਨੂੰ ਨਸ਼ਟ ਕਰ ਰਹੇ ਆ। ਇਸ ਕਰਕੇ ਹੋਰ ਵੀ ਜ਼ਿਆਦਾ ਇਹਨਾਂ ਪੰਛੀਆਂ ਦੇ ਲਈ ਖਤਰਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੈ ਜੀ। ਪੰਛੀਆਂ ਦੀਆਂ ਜਿਹੜੀਆਂ ਕਿਸਮਾਂ ਹੈ, ਉਹ ਜਿਹੜੇ ਪੰਛੀ ਬਰਡ ਐਕਸਪਰਟ ਨੇ ਜਿਹੜੇ ਕਿ ਲਗਾਤਾਰ ਰਿਸਰਚ ਕਰ ਰਹੇ ਨੇ। ਇੱਕ ਆਮ ਜਿਹੜਾ ਪੰਛੀ ਪ੍ਰੇਮੀ ਆ ਉਹਦੇ ਲਈ ਤੇ ਇਹ ਚੀਜ਼ ਮੁਸ਼ਕਿਲ ਹੈ, ਲੇਕਿਨ ਬਹੁਤ ਸਾਰੇ ਲੋਕਾਂ ਦੇ ਇਕੱਠੇ ਯਤਨ ਦੇ ਨਾਲ ਜਿਹੜਾ ਇੰਡੀਆ ਹੈ ਉਹਦੇ ਵਿੱਚ ਲਗਭਗ 250 ਦੇ ਕਰੀਬ ਜਿਹੜੇ ਪੰਛੀਆਂ ਦੀਆਂ ਕਿਸਮਾਂ ਨੇ ਔਰ 1350 ਦੇ ਕਰੀਬ ਪੰਛੀ ਨੇ। ਹੁਣ ਤੁਸੀਂ ਸਵਾਲ ਵੀ ਤੁਹਾਡੇ ਮਨ ਦੇ ਵਿੱਚ ਆ ਸਕਦਾ ਕਿ ਕਿਸਮਾਂ ਤੇ ਪੰਛੀਆਂ ਦੇ ਵਿੱਚ ਐਡਾ ਵੱਡਾ ਫਰਕ ਕਿੱਦਾਂ, ਤੇ ਮੈਂ ਤੁਹਾਨੂੰ ਇਹ ਚੀਜ਼ ਦੱਸੂਗਾ ਕਿ ਇੱਕ ਪੰਛੀ ਜਿੱਦਾਂ ਆਪਾਂ ਗਿਟਾਰ ਨੂੰ ਮੰਨ ਲਈਏ, ਸਾਡੇ ਆਲੇ ਦੁਆਲੇ ਮਿਲਣ ਵਾਲੀ ਸਾਡੇ ਲਈ ਸ਼ਾਇਦ ਇੱਕ ਗਿਟਾਰ ਹੈ, ਲੇਕਿਨ ਤੁਸੀਂ ਇਹ ਚੀਜ਼ ਜਾਣ ਕੇ ਹੈਰਾਨ ਹੋਵੋਗੇ ਕਿ ਪੰਜਾਬ ਦੇ ਵਿੱਚ 5 ਤੋਂ 6 ਤਰ੍ਹਾਂ ਦੀ ਜਿਹੜੀ ਗਿਟਾਰ ਹੈ ਉਹ ਮਿਲਦੀ ਹੈ, ਸਾਡੇ ਆਲੇ ਦੁਆਲੇ ਹੀ ਹੁੰਦੀ ਹੈ, ਜਿਹਦੇ ਵਿੱਚ ਕਾਮਨ ਮੈਨਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਅੱਖ ਤੋਂ ਪੀਲਾਪਣ ਝਲਕਦਾ ਉਹਨੂੰ ਕਾਮਨ ਮੈਨਾ ਕਹਿ ਦਿੰਦੇ ਹਾਂ। ਬੰਕ ਮੈਨਾ ਕਹਿ ਦਿੰਦੇ ਹਾਂ, ਉਹਦੀ ਅੱਖ ਥੋੜ੍ਹੀ ਔਰੇਂਜ ਕਲਰ ਦੀ ਹੁੰਦੀ ਹੈ, ਸੰਤਰੀ ਕਲਰ ਦੀ ਹੁੰਦੀ ਹੈ। ਬਾਮਨੀ ਮੈਨਾ ਕਹਿ ਦਿੰਦੇ ਹਾਂ ਆਪਾਂ, ਕਾਮਨ ਸਟਰਲਿੰਗ ਕਹਿ ਦਿੰਦੇ ਹਾਂ। ਉਸ ਤੋਂ ਇਲਾਵਾ ਜੰਗਲ ਮੈਨਾ ਮਿਲਦੀ ਹੈ, ਪਾਈਡ ਮੈਨਾ ਆਪਾਂ ਜਿਹਨੂੰ ਕਾਲੀ ਅਤੇ ਚਿੱਟੀ ਗਿਟਾਰ ਆ ਉਹ ਕਹਿ ਦਿੰਦੇ ਹਾਂ। ਤਾਂ ਇਸ ਕਰਕੇ ਜਿੱਦਾਂ ਇੱਕ ਮੈਨਾ ਹੈ, ਮੈਨਾ ਨੂੰ ਪੰਛੀ ਦੇ ਤੌਰ 'ਤੇ ਆਪਾਂ ਇੱਕ ਮੰਨਦੇ ਹਾਂ, ਲੇਕਿਨ ਉਹਦੀਆਂ ਪ੍ਰਜਾਤੀਆਂ ਜਿੱਦਾਂ ਉਹ ਕਿਸੇ ਪੰਛੀ ਦੀਆਂ 10 ਤੋਂ 20 ਜਾਂ 50 ਤੱਕ ਵੀ ਹੈ। ਜਿੱਦਾਂ ਪਿਪਟ ਬਹੁਤ ਜ਼ਿਆਦਾ ਨੇ, ਬੈਬਲਰ ਬਹੁਤ ਜ਼ਿਆਦਾ ਨੇ, ਜਿਹੜੇ ਸਾਡੇ ਵਾਵਲਰ ਨੇ ਉਹ ਬਹੁਤ ਜ਼ਿਆਦਾ ਨੇ। ਅਤੇ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ 350 ਦੇ ਕਰੀਬ ਪ੍ਰਜਾਤੀਆਂ ਅਤੇ ਆਪਣੇ 1350 ਜਿਹੜੇ ਪਲੱਸ ਹੈ ਉਹ ਪੰਛੀ ਜਿਹੜੇ ਹੈ ਉਹ ਇੰਡੀਆ ਦੇ ਵਿੱਚ ਮਿਲਦੇ ਹੈ। ਅਗਰ ਆਪਾਂ ਆਪਣੇ ਖਿੱਤੇ ਦੇ ਹਿਸਾਬ ਨਾਲ ਗੱਲ ਕਰੀਏ, ਅੱਜ ਦੇ ਪੰਜਾਬ ਦੀ ਗੱਲ ਕਰੀਏ, ਤਾਂ ਮੈਂ ਇਹ ਸਮਝਦਾ ਕਿ ਜਿਹੜਾ ਅੱਜ ਦਾ ਪੰਜਾਬ ਆ ਉਹ ਇਸ ਪੱਖ ਤੋਂ ਜਿਸ ਵੇਲੇ ਪੰਜਾਬ ਦੀ ਵੰਡ ਹੋਈ ਹੈ ਅਤੇ ਉਹ ਕਮਜ਼ੋਰ ਹੋਇਆ। ਅਗਰ ਅਸੀਂ ਪੁਰਾਣੇ ਪੰਜਾਬ ਦੀ ਗੱਲ ਕਰੀਏ 1960 ਤੋਂ ਪਹਿਲਾਂ, ਜਦੋਂ ਕਿ ਸਾਡਾ ਪੰਜਾਬ ਇੱਕ ਸੀ ਜਿਹਦੇ ਵਿੱਚ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਾਡੇ ਨਾਲ ਸੀ, ਅਗਰ ਅੱਜ ਉਹ ਪੰਜਾਬ ਹੁੰਦਾ ਤਾਂ ਸਾਡੇ ਜਿਹੜੇ ਪੰਛੀਆਂ ਦੀ ਗਿਣਤੀ ਹੈ, ਅਗਰ ਇੰਡੀਆ ਦੇ 1350 ਪੰਛੀ ਹੈ ਅਤੇ ਮੇਰੇ ਖਿਆਲ ਦੇ ਵਿੱਚ ਇਸ ਖਿੱਤੇ ਦੇ ਵਿੱਚ ਲਗਭਗ ਅੱਧੇ ਪੰਛੀ ਮਿਲਦੇ ਆ, ਕਿਉਂਕਿ ਜਿਹੜਾ ਹਿਮਾਚਲ ਆ ਉਹ ਇੱਕ ਵੱਖਰੀ ਤਰ੍ਹਾਂ ਦੀ ਵੈਜੀਟੇਸ਼ਨ ਹੈ, ਵੱਖਰੀ ਤਰ੍ਹਾਂ ਦਾ ਉੱਥੇ ਦਾ ਖਿੱਤਾ ਹੈ ਔਰ ਉੱਥੇ ਮਿਲਣ ਵਾਲੇ ਪੰਛੀ ਵੀ ਵੱਖਰੀ ਤਰ੍ਹਾਂ ਦੇ ਹੈ। ਹਰਿਆਣਾ ਜਿਹੜਾ ਹੈ, ਹਰਿਆਣੇ ਦੇ ਵਿੱਚ ਵੀ ਬਹੁਤ ਸਾਰੇ ਐਸੇ ਪੰਛੀ ਪਿਛਲੇ ਸਮੇਂ ਦੇ ਵਿੱਚ ਨੋਟ ਕੀਤੇ ਗਏ ਜਿਹੜੇ ਕਿ ਸਾਡੇ ਮੌਜੂਦਾ ਪੰਜਾਬ ਦੇ ਵਿੱਚ ਅਜੇ ਤੱਕ ਨਹੀਂ ਮਿਲੇ। ਤਾਂ ਆਪਾਂ ਕਹਿ ਸਕਦੇ ਹਾਂ ਕਿ ਅੱਜ ਦਾ ਜਿਹੜਾ ਪੰਜਾਬ ਆ ਉਹਦੇ ਵਿੱਚ ਲਗਭਗ 250 ਦੇ ਕਰੀਬ ਪੰਛੀ ਜਿਹੜਾ ਉਹ ਸਾਡੇ ਆਲੇ ਦੁਆਲੇ ਦੇਖਣ ਨੂੰ ਮਿਲਦਾ। ਅਤੇ ਇਹ ਜਿਹੜਾ ਕੁਛ ਲੁਪਤ ਹੋ ਰਹੇ ਆ, ਇਹ ਗਿਣਤੀ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਸਕਦੀ ਹੈ। ਵਧਣ ਦੀ ਸੰਭਾਵਨਾ ਜਿੱਦਾਂ ਆਪਾਂ ਪਹਿਲਾਂ ਵੀ ਵਿਚਾਰ ਕੀਤਾ ਕਿ ਉਹਦੇ ਲਈ ਬਹੁਤ ਲੰਮਾ ਸਮਾਂ ਚਾਹੀਦਾ। ਕੁਦਰਤ ਜਿਹੜੀ ਆਪੇ ਹੀ ਪੈਦਾ ਕਰਦੀ ਹੈ, ਆਪੇ ਹੀ ਖ਼ਤਮ ਕਰਦੀ ਹੈ ਔਰ ਉਹਦਾ ਸਮਤੋਲ ਰੱਖਦੀ ਹੈ ਹਮੇਸ਼ਾ ਹੀ। ਕਿਸੇ ਜਗ੍ਹਾ ਦੇ ਉੱਤੇ ਕਿੰਨੇ ਪੰਛੀ, ਕਿੰਨੇ ਜਾਨਵਰ ਹੋਣੇ ਚਾਹੀਦੇ, ਇਹ ਕੁਦਰਤ ਨੂੰ ਸਾਡੇ ਤੋਂ ਬਿਹਤਰ ਪਤਾ। ਇਨਸਾਨ ਹਰ ਇੱਕ ਚੀਜ਼ ਨੂੰ ਆਪਣੀ ਮਰਜ਼ੀ ਨਾਲ ਪੈਦਾ ਕਰਦਾ ਔਰ ਉਹਨੂੰ ਉਹਦਾ ਪਤਾ ਵੀ ਨਹੀਂ ਹੁੰਦਾ ਕਿ ਮੈਂ ਇਹ ਜੋ ਪੈਦਾ ਕੀਤਾ
ਇਹਦਾ ਫਾਇਦਾ ਹੋਣਾ ਕਿ ਨੁਕਸਾਨ ਹੋਣਾ। ਆਪਾਂ ਬਹੁਤ ਸਾਰੀਆਂ ਸਾਇੰਸ ਦੀਆਂ ਖੋਜਾਂ ਜਿਹੜੀਆਂ ਕਿ ਇਨਸਾਨ ਦੀ ਤਰੱਕੀ ਜਾਂ ਇਨਸਾਨ ਦੀ ਸਹੂਲਤ ਵਾਸਤੇ ਬਣੀਆਂ ਸੀ, ਅੱਜ ਉਹਨਾਂ ਦੇ ਖਤਰਨਾਕ ਰੂਪ ਦੇਖ ਰਹੇ ਹਾਂ। ਤਾਂ ਅਗਰ ਆਪਾਂ ਪੰਛੀਆਂ ਆਪਣੇ ਵਿਸ਼ੇ ਦੇ ਸੀਮਤ ਰਹੀਏ ਜਾਂ ਆਪਣਾ ਵਿਸ਼ੇ ਦੀ ਗੱਲ ਕਰੀਏ, ਤਾਂ ਪੰਛੀਆਂ ਦੇ ਘਟਣ ਦੇ ਕਾਰਨ, ਅਗਰ ਮੁੱਢਲੇ ਕਾਰਨ ਜਾਂ ਗੰਭੀਰ ਕਾਰਨਾਂ ਦੀ ਵੀ ਗੱਲ ਕਰੀਏ, ਤਾਂ ਉਹਦੇ ਵਿੱਚ ਮੇਨ ਜਿਹੜਾ ਯੋਗਦਾਨ ਹੈ ਉਹ ਇਨਸਾਨ ਦਾ ਹੀ ਹੈ। ਅਗਰ ਅਸੀਂ ਆਪਣੇ ਤੋਂ ਸ਼ੁਰੂ ਕਰੀਏ ਤਾਂ ਜਿੰਨੇ ਵੀ ਅੱਜ ਇਸ ਮਾਧਿਅਮ ਦੇ ਰਾਹੀਂ ਜਾਂ ਆਪਣੀ ਗੱਲਬਾਤ ਦੇ ਰਾਹੀਂ ਸਾਡੇ ਨਾਲ ਰਾਬਤਾ ਕਾਇਮ ਕਰਨਗੇ, ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਹਰ ਇੱਕ ਬੰਦਾ ਆਪਣੇ ਵੱਲ ਝਾਤੀ ਮਾਰੇ ਕਿ ਉਹਨੇ ਆਪਣੇ ਆਲੇ ਦੁਆਲੇ ਕਿੰਨੇ ਪੰਛੀਆਂ ਦੇ ਆਲ੍ਹਣੇ ਉਜਾੜੇ ਆ ਔਰ ਕਿੰਨੀਆਂ ਆਲ੍ਹਣੇ ਵਾਲੀਆਂ ਜਗ੍ਹਾ ਉਹ ਖਤਮ ਕਰ ਦਿੱਤੀਆਂ। ਆਪਾਂ ਆਮ ਤੌਰ 'ਤੇ ਕਹਿੰਦੇ ਹਾਂ ਜੀ ਸਾਡੇ ਘਰੇਲੂ ਚਿੜੀ ਖਤਮ ਹੋ ਗਈ, ਲੱਭਦੀ ਨਹੀਂ। ਅਗਰ ਕਿਸੇ ਨੇ ਘਰੇਲੂ ਚਿੜੀਆਂ ਦੇਖਣੀਆਂ, ਹੁਣ ਪਿੰਡਾਂ ਦੇ ਵਿੱਚ ਜਿੱਥੇ ਪਸ਼ੂ ਬੰਨੇ ਹੁੰਦੇ ਆ, ਜਿੱਥੇ ਗੁੱਜਰਾਂ ਦੇ ਘਰ ਹੁੰਦੇ ਆ, ਜਿੱਥੇ ਰੂੜੀਆਂ ਹੁੰਦੀਆਂ, ਤੁਸੀਂ ਉੱਥੇ ਚਲੇ ਜਾਓ, ਤੁਹਾਨੂੰ ਦਿਖ ਜਾਣਗੀਆਂ। ਹੁਣ ਜੇ ਆਪਾਂ ਕਹੀਏ ਕਿ ਜੀ ਉਹ ਕਿਸੇ ਮਾਲ ਦੇ ਵਿੱਚ ਜਾਂ ਕਿਸੇ ਖੂਬਸੂਰਤ ਬਿਲਡਿੰਗ ਦੇ ਉੱਤੇ ਸਾਨੂੰ ਨਜ਼ਰ ਆਉਣਾ, ਅਸੀਂ ਉੱਥੇ ਉਹਨਾਂ ਦੇ ਰਹਿਣ ਲਈ ਛੱਡਿਆ ਹੀ ਕੁਛ ਨਹੀਂ। ਇਹ ਚਿੜੀਆਂ ਦੇ ਖਾਤਮੇ, ਪੰਛੀਆਂ ਦੇ ਸ਼ੁਰੂ ਹੋਣ ਦਾ ਕਾਰਨ ਵੀ ਇਨਸਾਨ ਦੀ ਤਕਨੀਕ ਹੈ। ਪੁਰਾਣੇ ਲੋਕ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਜਾਣਦੇ ਆ ਕਿ ਪਹਿਲਾਂ ਘਰਾਂ ਦੇ ਵਿੱਚ ਆਮ ਤੌਰ 'ਤੇ ਛੱਤ ਵਾਲੇ ਪੱਖੇ ਵੀ ਨਹੀਂ ਸੀ ਹੁੰਦੇ, ਔਰ ਜਦੋਂ ਛੱਤ ਵਾਲੇ ਪੱਖੇ ਲੱਗਣੇ ਸ਼ੁਰੂ ਹੋਏ ਉਹਨਾਂ ਟਾਈਮਾਂ ਦੇ ਵਿੱਚ ਘਰਾਂ ਦੇ ਵਿੱਚ ਜਾਲੀਆਂ ਵੀ ਨਹੀਂ ਸੀ ਹੁੰਦੀਆਂ ਲੱਗੀਆਂ ਦਰਵਾਜ਼ਿਆਂ ਨੂੰ। ਤਾਂ ਜਿਸ ਵੇਲੇ ਪੱਖੇ ਸ਼ੁਰੂ ਹੋਏ ਤੇ ਕਬੂਤਰ ਚਿੜੀਆਂ ਜਦੋਂ ਆਪਦੇ ਆਲ੍ਹਣੇ 'ਚ ਜਾਂਦੀਆਂ ਸੀ ਤੇ ਉਹ ਪੱਖਿਆਂ 'ਚ ਵੱਜ ਕੇ ਮਰ ਜਾਂਦੀਆਂ ਸੀ। ਉਸ ਤੋਂ ਬਾਅਦ ਜਦੋਂ ਇਨਸਾਨ ਨੇ ਜਾਲੀਆਂ ਲਾਉਣੀਆਂ ਸ਼ੁਰੂ ਕਰਤੀਆਂ ਤੇ ਪੰਛੀਆਂ ਦੀ ਐਂਟਰੀ ਤੇ ਬੰਦ ਹੋਈ ਗਈ, ਆਵਾਜਾਈ ਤੇ ਬੰਦ ਹੋਈ ਗਈ। ਪਰ ਉਹ ਜਿਹੜੇ ਪੰਛੀ ਜਿਹੜੇ ਹੈ ਉਹ ਪਸ਼ੂਆਂ ਵਾਲੇ ਸਾਡੇ ਛੱਪਰਾਂ ਦੇ ਵਿੱਚ, ਕਮਰਿਆਂ ਦੇ ਵਿੱਚ ਉਹ ਪ੍ਰਵਾਸ ਕਰ ਗਏ। ਫਿਰ ਉਸ ਤੋਂ ਬਾਅਦ ਇਨਸਾਨ ਨੇ ਉੱਥੇ ਵੀ ਪੱਖੇ ਲਾਤੇ ਤੇ ਉੱਥੋਂ ਵੀ ਪੰਛੀ ਜਿਹੜੇ ਹੈ ਡਰ ਕੇ ਜਾਂ ਮਰ ਕੇ ਉੱਥੋਂ ਖਤਮ ਹੋ ਗਏ ਜਾਂ ਚਲੇ ਗਏ। ਤਾਂ ਮੁੱਢਲਾ ਕਾਰਨ ਹਰ ਇੱਕ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਕਿ ਅੱਜ ਸਾਡੇ ਕਿਸੇ ਵੀ ਬਨੇਰੇ 'ਤੇ, ਕਿਸੇ ਵੀ ਨੁੱਕਰ ਦੇ ਵਿੱਚ, ਕਿਸੇ ਵੀ ਮੋਰੀ ਦੇ ਵਿੱਚ ਅਗਰ ਕੋਈ ਪੰਛੀ ਆਲ ਨਾ ਪਾ ਰਿਹਾ ਤੇ ਕੋਈ ਗੱਲ ਨਹੀਂ, 1 ਮਹੀਨੇ ਦੇ ਲਈ ਉਹ ਤੁਹਾਡੇ ਆਲੇ ਦੁਆਲੇ ਤੁਹਾਨੂੰ ਤੰਗ ਨਹੀਂ ਕਰੂਗਾ, ਤੁਹਾਡੇ ਤੋਂ ਉਹਨੇ ਮੰਗ ਕੇ ਨਹੀਂ ਖਾਣਾ। ਉਹਨੇ ਸਿਰਫ ਤੁਹਾਡੇ ਕੋਲੇ ਇੱਕ ਤੁਹਾਡੇ ਲਈ ਆਇਆ, ਕਿਉਂਕਿ ਬਹੁਤ ਸਾਰੇ ਪੰਛੀਆਂ ਦੇ ਨਾਵਾਂ ਦੇ ਨਾਲ ਹੀ, ਜਿੱਦਾਂ ਹਾਊਸ ਸਪੈਰੋ ਹੈ, ਹਾਊਸ ਕਰੋ ਹੈ, ਹਾਊਸ ਫਿੰਚ ਹੈ, ਸਾਡੇ ਤੇ ਚਲੋ ਨਹੀਂ ਮਿਲਦੀ, ਉਹਨਾਂ ਦੇ ਘਰਾਂ ਦੇ ਨਾਲ ਹੀ ਇਹ, ਉਹਨਾਂ ਦੇ ਨਾਵਾਂ ਦੇ ਨਾਲ ਹੀ ਇਹ ਚੀਜ਼ ਲੱਗੀ ਹੋਈ ਹੈ ਕਿ ਉਹ ਸਾਡੇ ਤੋਂ ਬਿਨਾਂ ਨਹੀਂ ਰਹਿ ਸਕਦੇ। ਉਹ ਸਾਡੇ ਕੋਲੇ ਆਉਂਦੇ ਆ, ਪਰ ਸਾਡੀਆਂ ਤਕਨੀਕ ਜਾਂ ਸਾਡੀਆਂ ਆਦਤਾਂ ਜਾਂ ਸਾਡੇ ਇੱਕ ਜਿਹਨੂੰ ਆਪਾਂ ਤਰੱਕੀ ਕਹਿ ਦਿੰਦੇ ਹਾਂ, ਉਹ ਉਹਨਾਂ ਦਾ ਕਤਲ ਕਰ ਦਿੰਦੀ ਹੈ ਜਾਂ ਉਹਨਾਂ ਨੂੰ ਉੱਥੇ ਵਸਣ ਨਹੀਂ ਦਿੰਦੀ। ਅਤੇ ਇਸ ਕਰਕੇ ਸਭ ਤੋਂ ਪਹਿਲਾਂ ਕਾਰਨ ਤਾਂ ਆਪਾਂ ਇਹਨੂੰ ਦੇਖਦੇ ਹਾਂ। ਦੂਸਰਾ, ਸ਼ਿਕਾਰ ਦੇ ਤੌਰ ਦੇ ਉੱਤੇ ਜਿਹੜੀਆਂ ਰੱਖਾਂ, ਜਿਹੜੀਆਂ ਬੀੜ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੁਰਾਣੇ ਜੰਗਲ, ਉਹਨਾਂ ਥਾਵਾਂ ਤੋਂ ਪੰਛੀਆਂ ਦੇ ਖਤਮ ਹੋਣ ਦਾ ਕਾਰਨ ਸ਼ਿਕਾਰ ਰਿਹਾ। ਰਾਈਸਜ਼ਾਦੇ, ਵੱਡੇ ਘਰਾਂ ਦੇ ਲੋਕ ਜਿਨ੍ਹਾਂ ਨੇ ਰਾਈਫਲਾਂ ਦੇ ਨਾਲ ਜਾਂ ਬੰਦੂਕਾਂ ਦੇ ਨਾਲ ਪੰਛੀਆਂ ਦਾ ਸ਼ਿਕਾਰ ਕੀਤਾ, ਤਿੱਤਰ ਹੋਏ, ਬਟੇਰੇ ਹੋਏ। ਤਿੱਤਰ ਤੇ ਮੈਂ ਅੱਜ ਵੀ ਦੇਖਦਾ, ਤੁਹਾਨੂੰ ਵੀ ਨਜ਼ਰ ਆ ਸਕਦਾ ਕਿਤੇ, ਅਗਰ ਤੁਹਾਨੂੰ ਉਹਦੀ ਪਹਿਚਾਣ ਹੋਵੇ। ਬਟੇਰਾ ਤੇ ਕਦੇ ਵੀ ਨਹੀਂ ਕਿਸੇ ਨੇ ਦੇਖਿਆ ਹੋਣਾ। ਬਹੁਤ ਸਾਰੇ ਜਿਹੜੇ ਫੋਟੋਗ੍ਰਾਫਰ ਨੇ, ਅਗਰ ਜਾਂ ਆਮ ਲੋਕ ਦੇਖਣਾ ਚਾਹੁੰਦੇ ਹੋਣ ਕਿ ਬਟੇਰਾ ਕਿਹੋ ਜਿਹਾ ਹੁੰਦਾ ਸੀ, ਤੇ ਕੁਆਇਲ, QUIL ਕਰਕੇ ਤੁਸੀਂ ਗੂਗਲ ਦੇ ਉੱਤੇ ਸਰਚ ਕਰੋ ਤੇ ਤੁਹਾਨੂੰ ਉਹ ਬਟੇਰੇ ਨਜ਼ਰ ਆ ਜਾਣਗੇ। ਉਹ ਸਾਰੇ ਬਟੇਰੇ ਸਾਡੇ ਆਲੇ ਦੁਆਲੇ ਸੀ। ਜਾਂ ਤਾਂ ਅਸੀਂ ਉਹਨਾਂ ਨੂੰ ਖਾ ਗਏ, ਜਾਂ ਜਦੋਂ ਅਸੀਂ ਉਹਨਾਂ ਨੂੰ, ਕਿਉਂਕਿ ਜਦੋਂ ਅਸੀਂ ਕਿਸੇ ਵਜ੍ਹਾ ਦੇ ਨਾਲ, ਪਟਾਕੇ ਦੇ ਨਾਲ, ਗੋਲੀ ਦੇ ਨਾਲ, ਗਲੇਲ ਦੇ ਨਾਲ ਇਹਨਾਂ ਪੰਛੀਆਂ ਦਾ ਸ਼ਿਕਾਰ ਕੀਤਾ, ਇਹ ਜਾਂ ਅਸੀਂ ਸਾਡੇ ਪੇਟ ਦਾ ਹਿੱਸਾ ਬਣ ਗਏ ਤੇ ਜਾਂ ਇਹ ਸਾਡੇ ਏਰੀਏ ਦੇ ਵਿੱਚੋਂ ਖਤਮ ਹੋ ਗਏ। ਅਤੇ ਇਹ ਜਿਹੜੀ ਮਨੁੱਖ ਦੀ ਸ਼ਿਕਾਰ ਕਰਨ ਦੀ ਪ੍ਰਵਿਰਤੀ ਜਿਹੜੀ ਰਹੀ ਹੈ, ਉਹ ਵੀ ਬਹੁਤ ਵੱਡਾ ਕਾਰਨ ਰਹੀ ਹੈ। ਤੀਸਰਾ, ਅਗਰ ਅਸੀਂ ਸਾਡਾ ਇਹਦੇ ਵਿੱਚ ਯੋਗਦਾਨ ਨਾ ਵੀ ਰਿਹਾ ਹੋਵੇ ਤੇ ਕੁਦਰਤੀ ਥਾਵਾਂ ਜਿੱਦਾਂ ਵੈਟਲੈਂਡ ਹੈ, ਜਿੱਦਾਂ ਹਰੀਕੇ ਵੈਟਲੈਂਡ ਹੈ, ਰੋਪੜ ਵੈਟਲੈਂਡ ਹੈ, ਕੇਸ਼ੋਪੁਰ ਵੈਟਲੈਂਡ ਹੈ, ਇਹ ਰਾਮਸਰ ਸਾਈਟਾਂ ਨੇ। ਰਾਮਸਰ ਸਾਈਟਾਂ ਦੇ ਬਾਰੇ ਮੈਂ ਥੋੜ੍ਹੀ ਜਾਣਕਾਰੀ ਦੇਵਾਂ ਕਿ ਇਹ ਵਰਲਡ ਦੇ ਵਿੱਚ ਗਿਣਤੀ ਦੀਆਂ ਸਾਈਟਾਂ ਹੁੰਦੀਆਂ ਜਿਨ੍ਹਾਂ ਨੂੰ ਰਾਮਸਰ ਸਾਈਟ ਘੋਸ਼ਿਤ ਕੀਤਾ ਜਾਂਦਾ। ਸਰਕਾਰ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਸਾਈਟਾਂ ਦਾ ਰੱਖ ਰਖਾਅ ਕਰਨਾ ਅਤੇ ਉਹਨਾਂ ਜਗ੍ਹਾ ਦੇ ਉੱਤੇ ਆਉਣ ਵਾਲੇ ਪ੍ਰਵਾਸੀ ਪੰਛੀ ਜਾਂ ਵਸਨੀਕ ਪੰਛੀਆਂ ਦੀ ਸੰਭਾਲ ਕਰਨਾ, ਕਿਉਂਕਿ ਉਹ ਪੰਛੀ ਬਹੁਤ ਖਾਸ ਕਿਸਮ ਦੇ ਪੰਛੀ ਹੁੰਦੇ ਆ। ਪਰ ਅਕਸਰ ਜਦੋਂ ਅਸੀਂ ਇਹਨਾਂ ਥਾਵਾਂ ਦੇ ਉੱਤੇ ਜਾਂਦੇ ਹਾਂ ਫੋਟੋਗ੍ਰਾਫੀ ਕਰਨ ਦੇ ਲਈ, ਅਸੀਂ ਉੱਥੇ ਕਈ ਕਿਸਮ ਦਾ ਸ਼ਿਕਾਰ, ਕਈ ਵਾਰੀ ਉੱਥੇ ਮਾਈਨਿੰਗ ਜਾਂ ਕੋਈ ਹੋਰ ਐਸੀਆਂ ਐਕਟੀਵਿਟੀਜ਼ ਦੇਖਦੇ ਹਾਂ ਜਿਹੜੀਆਂ ਕਿ ਪੰਛੀਆਂ ਲਈ ਘਾਤਕ ਹੈ। ਤਾਂ ਉਹ ਜਿਹੜੀਆਂ ਕੁਦਰਤੀ ਥਾਵਾਂ ਦੇ ਉੱਤੇ ਕਬਜ਼ੇ ਜਾਂ ਇਨਸਾਨ ਦੀ ਇੱਕ ਲਾਲਚ ਵੱਸ ਜਿਹੜਾ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਉਹਦੀ ਕਾਰਵਾਈ ਹੈ, ਉਹ ਇਹਨਾਂ ਚੀਜ਼ਾਂ ਲਈ ਘਾਤਕ ਸਾਬਤ ਹੋ ਰਹੀ ਹੈ। ਤੀਸਰਾ, ਇੱਕ ਸਾਡੇ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਕਾਰਨ ਹੈ, ਉਹ ਜਿੱਦਾਂ ਆਮ ਤੌਰ 'ਤੇ ਆਪਣਾ ਹਰ
ਫਸਲ ਦੇ ਉੱਤੇ ਆਪਣੇ ਲਈ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਮੁੱਦਾ ਬਣਦਾ ਅੱਗ ਲਾਉਣਾ। ਬਹੁਤ ਸਾਰੇ ਕਿਸਾਨ ਵੀਰ ਇਹ ਸੋਚਦੇ ਹੋਣਗੇ ਕਿ ਜੀ ਸਾਡੀ ਅੱਗ ਲਾਉਣ ਦੇ ਨਾਲ ਪੰਛੀਆਂ ਨੂੰ ਕੀ ਨੁਕਸਾਨ ਹੁੰਦਾ, ਅਤੇ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਸਾਡੀਆਂ ਪੁਰਾਣੇ ਸਮੇਂ ਦੇ ਵਿੱਚ ਜਾਂ ਥੋੜ੍ਹੀ ਦੇਰ ਪਹਿਲਾਂ ਤੱਕ ਸਾਡੇ ਖੇਤਾਂ ਦੇ ਵਿੱਚ ਨਹਿਰਾਂ ਦਾ ਪਾਣੀ ਲੱਗਦਾ ਸੀ, ਅਤੇ ਨਹਿਰਾਂ ਦੇ ਨਾਲ ਹੀ ਜਿਹੜੀ ਕੁਦਰਤੀ ਬਨਸਪਤੀ ਸਾਡੇ ਖੇਤਾਂ ਤੱਕ ਆਉਂਦੀ ਸੀ ਪਹਾੜਾਂ ਤੋਂ ਜਾਂ ਹੋਰ ਜਿੱਥੋਂ ਸਾਨੂੰ ਪਾਣੀ ਮਿਲਦਾ ਸੀ। ਤਾਂ ਜਦੋਂ ਉਹ ਰਸਤੇ ਦੇ ਵਿੱਚ ਉਹ ਬਨਸਪਤੀ ਉਗਦੀ ਸੀ ਅਤੇ ਉਹ ਜਿਹੜੇ ਪੰਛੀ ਪਹਾੜਾਂ ਤੋਂ ਚੱਲਦੇ ਸੀ ਅਤੇ ਉਹਨਾਂ ਨਹਿਰਾਂ ਦੇ ਨਾਲ ਹੀ ਉਹ ਚੱਲਦੇ ਚੱਲਦੇ ਸਾਡੇ ਖਿੱਤਿਆਂ ਦੇ ਵਿੱਚ ਆ ਕੇ ਫੈਲ ਜਾਂਦੇ ਸੀ। ਤਾਂ ਹੁਣ ਉਹ ਨਹਿਰਾਂ ਦੇ ਨਾਲ ਨਾਲ ਤੇ ਉਹ ਪੰਛੀਆਂ ਦੀ ਗਿਣਤੀ ਕੁਛ ਹੱਦ ਤੱਕ ਪਾਈ ਜਾਂਦੀ ਹੈ, ਲੇਕਿਨ ਖੇਤਾਂ ਦੇ ਵਿੱਚ ਸਾਡੇ ਹੁਣ ਪਾਣੀ ਨਹਿਰਾਂ ਦਾ ਲੱਗਣਾ ਬੰਦ ਹੋ ਗਿਆ, ਦਰਿਆਵਾਂ ਦਾ ਪਾਣੀ ਲੱਗਣਾ ਬਹੁਤ ਘੱਟ ਗਿਆ, ਕਿਉਂਕਿ ਅਸੀਂ ਸਮਰਸੀਬਲ ਮੋਟਰਾਂ ਜ਼ਿਆਦਾ ਲਾਉਣੀਆਂ ਸ਼ੁਰੂ ਕਰਤੀਆਂ। ਅਤੇ ਉਹ ਜਦੋਂ ਆਪਾਂ ਫਸਲ ਦੀ ਕਟਾਈ ਤੋਂ ਬਾਅਦ ਅੱਗ ਲਾਉਂਦੇ ਹਾਂ ਅਤੇ ਉਹ ਕੁਦਰਤੀ ਬਨਸਪਤੀ ਹੈ, ਜਿਹੜੇ ਮਿੱਟੀ ਦੇ ਵਿੱਚ ਦੱਬੇ ਹੋਏ ਬੀਜ ਰਹਿ ਜਾਂਦੇ ਉਹ ਸਾਲ 2 ਸਾਲ ਬਾਅਦ ਪੁੰਗਰਦੇ ਆ, ਬਾਹਰ ਆਉਂਦੇ ਆ। ਲੇਕਿਨ ਕੁਛ ਪੌਦਿਆਂ ਨੂੰ ਆਪਾਂ ਹਰਿਆਂ ਨੂੰ ਜ਼ਹਿਰਾਂ ਦਾ ਇਸਤੇਮਾਲ ਕਰਦੇ ਹੋਏ, ਜਿੱਦਾਂ ਆਪਾਂ ਰਾਊਂਡ ਅਪ ਦਾ ਇਸਤੇਮਾਲ ਕਰਦੇ ਹਾਂ, ਇੱਕ ਮਸ਼ਹੂਰ ਨਾਮ ਹੈ ਦਵਾਈ ਦਾ, ਉਹਨੂੰ ਆਪਾਂ ਘਾਹ ਖਤਮ ਕਰਨ ਵਾਸਤੇ ਜਾਂ ਬੂਟੀ ਕਾਂਗਿਆਰੀ ਖਤਮ ਕਰਨ ਵਾਸਤੇ ਵਰਤਦੇ ਹਾਂ। ਅਤੇ ਉਹ ਜਿਹੜੀਆਂ ਬਨਸਪਤੀ ਦੇ ਲੁਪਤ ਹੋਣ ਦੇ ਨਾਲ ਜਿਹੜਾ ਹੈ ਉਹ ਪੰਛੀ ਜਿਹੜੇ ਘਟੇ ਹੈ। ਤੀਸਰਾ ਜਿਹੜਾ ਇਹਦੇ ਵਿੱਚ ਕਾਰਨ ਹੈ ਖੂਬਸੂਰਤੀ ਦੇ ਨਾਂ ਦੇ ਉੱਤੇ, ਅਗਰ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਤਾਂ ਹਰ ਇੱਕ ਪਿੰਡ ਦੇ ਵਿੱਚ ਇੱਕ ਛੱਪੜ ਮੌਜੂਦ ਹੁੰਦਾ ਸੀ, ਜਿਹਦੇ ਵਿੱਚ ਪਸ਼ੂ ਪਿੰਡਾਂ ਦੇ ਲੋਕ ਨਿਭਾਉਂਦੇ ਸੀ, ਔਰ ਉਹਦਾ ਹਰ ਸਾਲ ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਸੀ ਫਸਲਾਂ ਦੀ ਕਟਾਈ ਦੇ ਵੇਲੇ ਤੇ ਉਹਦੇ ਵੱਲ ਆਪਾਂ ਪਾਣੀ ਮੋੜ ਦਿੰਦੇ ਸੀ ਅਤੇ ਉਹ ਪਾਣੀ ਚੇਂਜ ਹੁੰਦਾ ਰਹਿੰਦਾ ਸੀ। ਪਰ ਜਦੋਂ ਅਸੀਂ ਘਰਾਂ ਦੇ ਵਿੱਚ ਫਲੱਸ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ, ਸੈਪਟਿਕ ਟੈਂਕ ਬਣਾਉਣੇ ਸ਼ੁਰੂ ਕੀਤੇ, ਅਸੀਂ ਗੰਦਾ ਪਾਣੀ ਉਹਨਾਂ ਛੱਪੜਾਂ ਦੇ ਵਿੱਚ ਪਾਉਣਾ ਸ਼ੁਰੂ ਕਰਤਾ। ਉਹ ਜਿਹੜੇ ਛੱਪੜ ਸੀ ਉਹ ਦੂਸ਼ਿਤ ਹੋ ਗਏ, ਮੁਸ਼ਕ ਆਉਣਾ ਸ਼ੁਰੂ ਹੋ ਗਿਆ। ਫਿਰ ਸਾਡੇ ਨੱਕ ਨੂੰ ਮਹਿਸੂਸ ਹੋਇਆ ਕਿ ਜੀ ਅਸੀਂ ਸਾਡੇ ਛੱਪੜ ਦੀ ਗੰਦਗੀ ਕਰਕੇ ਸਾਡੇ ਮੁਸ਼ਕ ਆਉਂਦਾ, ਪਰ ਇਹ ਸੋਚਿਆ ਕਿਸੇ ਨੇ ਵੀ ਨਹੀਂ ਕਿ ਅਸੀਂ ਆਪਣਾ ਗੰਦ ਛੱਪੜ ਦੇ ਵਿੱਚ ਪਾਇਆ ਅਤੇ ਉਹ ਦੂਸ਼ਿਤ ਹੋਇਆ। ਔਰ ਉਸ ਤੋਂ ਬਾਅਦ ਅਸੀਂ ਫਿਰ ਉਹਦਾ ਹੱਲ ਕੀ ਕੀਤਾ ਕਿ ਜਾਂ ਤਾਂ ਉਸ ਜਗ੍ਹਾ ਨੂੰ ਛੱਪੜਾਂ ਨੂੰ ਭਰ ਕੇ ਜਿਹੜਾ ਹੈ ਅਸੀਂ ਉਹ ਆਪਣਾ ਪਾਰਕ ਬਣਾਉਣੇ ਸ਼ੁਰੂ ਕਰ ਦਿੱਤੇ, ਜਾਂ ਪਿੰਡਾਂ ਦੇ ਵਿੱਚ ਕੁਛ ਥਾਵਾਂ 'ਤੇ ਲੋਕਾਂ ਨੇ ਕਬਜ਼ੇ ਕਰਕੇ ਆਪਣੀਆਂ ਉਹ ਜਗ੍ਹਾ ਨੂੰ, ਸਰਕਾਰੀ ਜਗ੍ਹਾ ਨੂੰ, ਸ਼ਾਮ ਲਾਟਾਂ ਨੂੰ ਜਾਂ ਇੱਦਾਂ ਦੇ ਜਿਹੜੇ ਛੱਪੜ ਸੀ ਉਹਨਾਂ ਨੂੰ ਮੱਲ ਲਿਆ ਅਤੇ ਪਾਣੀ ਨੂੰ ਪਾਈਪਾਂ ਪਾ ਕੇ ਆਪਾਂ ਕਿਸੇ ਡਰੇਨ ਦੇ ਵਿੱਚ ਜਾਂ ਕਿਸੇ ਨੀਵੀਂ ਜਗ੍ਹਾ ਦੇ ਉੱਤੇ ਸੁੱਟਤਾ, ਔਰ ਉਸ ਪਾਣੀ ਨੂੰ ਵੀ ਅਸੀਂ ਜ਼ਹਿਰੀਲਾ ਕਰਤਾ, ਕਿਉਂਕਿ ਜਿਹੜੀਆਂ ਅਸੀਂ ਫਲੱਸ਼ਾਂ ਜਾਂ ਘਰਾਂ ਦੀਆਂ ਟੋਇਲਟ ਨੇ ਸਾਡੀਆਂ, ਉਹਨਾਂ ਨੂੰ ਅਸੀਂ ਜਿਹੜੇ ਕੈਮੀਕਲ ਨੇ ਜਿਹੜੇ ਉਹ ਇਸਤੇਮਾਲ ਕਰਕੇ ਸਾਫ਼ ਕਰਦੇ ਹਾਂ ਅਤੇ ਉਹ ਪਾਣੀ ਵੀ ਜ਼ਹਿਰੀਲਾ ਹੋ ਗਿਆ। ਅਤੇ ਉਹ ਛੱਪੜਾਂ ਦੇ ਖਤਮ ਹੋਣ ਨਾਲ, ਸਾਫ਼ ਪਾਣੀ ਦੇ ਛੱਪੜਾਂ ਦੇ ਖਤਮ ਹੋਣ ਨਾਲ, ਜਿਨ੍ਹਾਂ ਦੇ ਵਿੱਚ ਅਸੀਂ ਪਸ਼ੂ ਨਹਾਉਂਦੇ ਸੀ ਜਾਂ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਲੋਕ ਜਿਨ੍ਹਾਂ ਦੇ ਵਿੱਚ ਇੱਕ ਸਵਿਮਿੰਗ ਪੂਲ ਵਾਂਗੂ ਸਮਝਦੇ ਸੀ ਅਤੇ ਅਸੀਂ ਉਹਦੇ ਵਿੱਚ ਨਹਾਉਂਦੇ ਰਹੇ ਹਾਂ, ਸਾਰੇ ਆਪਾਂ ਪਿੰਡਾਂ 'ਚ ਰਹਿਣ ਵਾਲੇ ਲੋਕ, ਉਹਨਾਂ ਨੂੰ ਅਸੀਂ ਖਤਮ ਕਰਤਾ। ਉਹਦੇ ਨਾਲ ਜਿਹੜੇ ਉਹਨਾਂ ਦੇ ਵਿੱਚੋਂ ਮੁਰਗਾਬੀਆਂ, ਬੱਤਕਾਂ ਜਾਂ ਹੋਰ ਛੋਟੇ ਛੋਟੇ ਜਿਹੜੇ ਜੀਵ ਜੰਤੂ ਜਿਹੜੇ ਸਾਡੇ ਲੋਕ ਗੀਤਾਂ ਦੇ ਵਿੱਚ ਮਰਗਾਈ ਵਾਂਗੂ ਮੈਂ ਤਰਦੀ ਜਿੱਦਾਂ ਉਹਦਾ ਸਿੰਬੋਲਿਕ ਦੇ ਤੌਰ 'ਤੇ ਇਸਤੇਮਾਲ ਕੀਤਾ, ਉਹਨਾਂ ਨੂੰ ਅਸੀਂ ਖਤਮ ਕਰਤਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੁਰਗਾਬੀ ਹੈ ਜਾਂ ਬੱਤਕ ਹੈ ਜਾਂ ਇੱਦਾਂ ਦੀਆਂ ਚੀਜ਼ਾਂ ਉਹ ਅਸੀਂ ਲੱਭਣ ਲਈ ਸਾਨੂੰ ਜਾਣਾ ਪੈਣਾ, ਪਰ ਅਸੀਂ ਖਤਮ ਆਪ ਹੀ ਕੀਤੀਆਂ। ਤੀਸਰਾ ਇੱਕ ਕਾਰਨ, ਤੁਸੀਂ ਅਗਰ ਥੋੜ੍ਹੀ ਜਾਣਕਾਰੀ ਰੱਖਦੇ ਹੋਵੋ ਜਾਂ ਆਪਾਂ ਇੱਕ ਆਮ ਸਧਾਰਨ ਜਾਣਕਾਰੀ ਰੱਖਦੇ ਹੋਈਏ ਤੇ ਰਾਜਸਥਾਨ ਜਾਂ ਉਸ ਖਿੱਤੇ ਦੇ ਵਿੱਚ ਇੱਕ ਬਿਸ਼ਨੋਈ ਲੋਕ ਰਹਿੰਦੇ ਆ। ਉਹਨਾਂ ਦੇ ਬਾਰੇ ਮਸ਼ਹੂਰ ਹੈ ਕਿ ਉਹ ਜਾਨਵਰਾਂ ਨੂੰ ਮਾਰਨ ਨਹੀਂ ਦਿੰਦੇ। ਅਗਰ ਤੁਸੀਂ ਕਾਲੇ ਹਿਰਨ ਵਾਲਾ ਜਿਹੜਾ ਸਲਮਾਨ ਖਾਨ ਦਾ ਕੇਸ ਆ ਉਹਦੇ ਬਾਰੇ ਵੀ ਜਾਣਕਾਰੀ ਰੱਖਦੇ ਹੋਵੋ ਤੇ ਉਸ ਦਾ ਕਾਰਨ ਵੀ ਇਹੀ ਰਿਹਾ ਕਿ ਬਿਸ਼ਨੋਈ ਜਿਹੜੇ ਲੋਕ ਸੀ ਉਹਨਾਂ ਨੇ ਉਸ ਚੀਜ਼ ਦੇ ਉੱਤੇ ਸਟੈਂਡ ਲਿਆ ਔਰ ਕੋਰਟ ਦੇ ਵਿੱਚ ਜਾ ਕੇ ਗਵਾਹੀ ਦਿੱਤੀ, ਜਿਹਦੇ ਕਰਕੇ ਉਹ ਕੇਸ ਅੱਜ ਤੱਕ ਸਟੈਂਡ ਕਰ ਰਿਹਾ। ਜਿਹੜੇ ਬਿਸ਼ਨੋਈ ਲੋਕ ਆ ਉਹਨਾਂ ਦੀਆਂ ਔਰਤਾਂ ਜਿਹੜੇ ਸਾਡੀਆਂ ਜਿਹਨੂੰ ਨੀਲ ਗਊਆਂ ਕਹਿ ਦਿੰਦੇ ਆ, ਹਿਰਨ ਕਹਿ ਦਿੰਦੇ ਆ, ਜਾਂ ਛੋਟੇ ਜਿਹੜੇ ਜਾਨਵਰ ਆ ਉਹਨਾਂ ਨੂੰ ਆਪਦੇ ਦੁੱਧ ਤੱਕ ਵੀ ਪਿਆਉਂਦੀਆਂ। ਬਹੁਤ ਸਾਰੀਆਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਦੇਖੀਆਂ ਹੋਣਗੀਆਂ। ਉਹ ਲੋਕ ਕਹਿੰਦੇ ਜਾਨਵਰ ਨੂੰ ਨਹੀਂ ਮਾਰਨ ਦਿੰਦੇ, ਬੰਦਾ ਮਾਰ ਦਿੰਦੇ ਆ। ਤਾਂ ਉਹਨਾਂ ਦੇ ਕਰਕੇ ਉਸ ਖਿੱਤੇ ਦੇ ਵਿੱਚ ਉਹ ਅਜੇ ਨੀਲ ਗਊਆਂ, ਰੋਜ਼ ਹਿਰਨ ਦੇਖਣੇ ਹੋਣ ਤੇ ਰਾਜਸਥਾਨ ਜਾਂ ਸਾਡੇ ਗੰਗਾ ਨਗਰ ਜਾਂ ਅਬੋਹਰ ਫਾਜ਼ਿਲਕਾ ਦਾ ਏਰੀਆ ਜਿੱਥੇ ਬਿਸ਼ਨੋਈ ਮੌਜੂਦ ਨੇ, ਉੱਥੇ ਉਹ ਚੀਜ਼ਾਂ ਅੱਜ ਵੀ ਮੌਜੂਦ ਆ। ਲੇਕਿਨ ਪੰਜਾਬ ਦੇ ਵਿੱਚ ਜਿੰਨੇ ਵੀ ਆਪਾਂ ਲੋਕ ਵਸਦੇ ਹਾਂ, ਮੇਰੇ ਖਿਆਲ ਦੇ ਵਿੱਚ ਕੋਈ ਵੀ ਜਿਹੜੀ ਆਪਾਂ ਕੌਮ ਦੇ ਰੂਪ ਦੇ ਵਿੱਚ, ਜਾਤ ਦੇ ਰੂਪ ਦੇ ਵਿੱਚ ਜਾਂ ਧਰਮ ਜਾਂ ਕਿਸੇ ਇੱਕ ਵਰਗ ਦੇ ਰੂਪ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਪੰਛੀਆਂ ਦੇ ਜਾਂ ਇਹਨਾਂ ਜਾਨਵਰਾਂ ਦੇ ਅਸੀਂ ਰੱਖਿਅਕ ਹਾਂ।
ਇਹ ਜ਼ਰੂਰ ਸੁਣਿਆ ਹੋਊਗਾ ਕਿ ਆਪਾਂ ਰੋਜ਼ ਦਾ ਜਿਹੜਾ ਹੈ ਮੀਟ ਨੀਲ ਗਊ ਜਿਹੜੀ ਹੈ ਉਹ ਸਾਡੇ ਖਿੱਤਿਆਂ ਦੇ ਵਿੱਚ ਆਮ ਤੌਰ 'ਤੇ ਸ਼ਿਕਾਰ ਕਰਕੇ ਜਿਹੜਾ ਹੈ ਪਾਲਦੇ ਆ। ਪੁਰਾਣੇ ਸਮਿਆਂ 'ਚ ਅਸੀਂ ਸੁਣਦੇ ਰਹੇ ਹਾਂ ਕਿ ਗੋਲੇ ਕਬੂਤਰ ਦਾ ਸ਼ਿਕਾਰ ਕਰਕੇ ਲੋਕ ਖਾ ਜਾਂਦੇ ਸੀ। ਕਾਲਾ ਤਿੱਤਰ ਜਿਹੜਾ ਹੈ ਉਹ ਖਾ ਲਿਆ ਜਾਂਦਾ। ਜਿਹੜੀਆਂ ਪ੍ਰਵਾਸੀ ਮੱਗੇ ਕਹਿ ਦਿੰਦੇ ਜਿਨ੍ਹਾਂ ਨੂੰ ਕਿ ਬਾਰ ਹੈਡਡ ਗੀਸ ਹੈ, ਜਿਨ੍ਹਾਂ ਨੂੰ ਮੱਗੇ ਅਸੀਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ, ਉਹਨਾਂ ਦਾ ਸ਼ਿਕਾਰ ਕਰਕੇ ਅਸੀਂ ਖਾ ਜਾਂਦੇ ਹਾਂ। ਅਤੇ ਹੁਣ ਸਾਡੇ ਵਿੱਚ ਕੋਈ ਐਸਾ ਵਰਗ ਹੀ ਨਹੀਂ ਹੈ ਜਿਹੜਾ ਇਹਨਾਂ ਚੀਜ਼ਾਂ ਦੇ ਲਈ ਸਟੈਂਡ ਲੈਂਦਾ ਹੋਵੇ ਜਾਂ ਜਾਗਰਿਤ ਕਰਦਾ ਹੋਵੇ। ਉਹ ਵੀ ਇੱਕ ਮੇਨ ਵੱਡਾ ਕਾਰਨ ਹੈ। ਕੁਛ ਜਾਨਵਰ ਮੈਮਲਸ ਜਿਹੜੇ ਕਿ ਸਿੱਧੇ ਰੂਪ ਦੇ ਵਿੱਚ ਅਸੀਂ ਲੋਕ ਨਹੀਂ ਖਾਂਦੇ, ਪਰ ਅਗਰ ਆਪਾਂ ਜਾਣਕਾਰੀ ਰੱਖਦੇ ਹੋਈਏ ਤਾਂ ਸ਼ਿਕਲੀਗਰ ਲੋਕ ਨੇ ਜਿਹੜੇ, ਜਿਨ੍ਹਾਂ ਨੂੰ ਆਪਾਂ ਜੰਗਲੀ ਲੋਕ ਕਹਿ ਦਿੰਦੇ ਹਾਂ, ਜਾਂ ਜਿਹੜੇ ਪੱਕੇ ਘਰਾਂ ਦੇ ਵਿੱਚ ਨਹੀਂ ਰਹਿੰਦੇ, ਇੱਕ ਤੋਂ ਦੂਸਰੀ ਜਗ੍ਹਾ ਪ੍ਰਵਾਸ ਕਰਦੇ ਆ, ਉਹ ਜਦੋਂ ਉਜਾੜ ਥਾਵਾਂ ਦੇ ਵਿੱਚ ਘੁੰਮਣ ਫਿਰਨ ਜਾਂਦੇ ਆ ਤਾਂ ਬਹੁਤ ਕਿਸਮ ਦੇ ਬਿੱਲੀਆਂ, ਬਹੁਤ ਕਿਸਮ ਦੇ ਜਿੱਦਾਂ ਗੋਹ ਵਗੈਰਾ ਹੈ ਜਿਹੜੇ ਸਾਡੇ ਆ ਜਾਂਦੇ ਆ, ਹੋਰ ਕੋਈ ਇੱਦਾਂ ਦੇ ਮੈਮਲਸ ਆ ਜਾਂਦੇ ਆ ਛੋਟੇ, ਉਹਨਾਂ ਦਾ ਸ਼ਿਕਾਰ ਕਰ ਲਿਆਉਂਦੇ ਆ। ਅਤੇ ਜਿੱਦਾਂ ਕਈ ਕਿਸਮ ਦੇ ਸੱਪ ਵੀ ਜਿਹੜੇ ਜ਼ਹਿਰੀਲੇ ਨਹੀਂ ਹੈ, ਉਹ ਲੋਕ ਜਿਹੜਾ ਹੈ ਉਹਦਾ ਸ਼ਿਕਾਰ ਕਰਕੇ ਖਾ ਜਾਂਦੇ ਆ। ਉਹਨਾਂ ਦੀ ਗਿਣਤੀ ਵੀ ਘਟੀ ਹੈ। ਔਰ ਇਹ ਮਤਲਬ ਕਾਰਨ ਜਿਹੜਾ ਹੈ ਰਿਹਾ, ਅਸੀਂ ਤਾਂ ਜੋ ਕੀਤਾ ਉਹ ਕੀਤਾ ਹੀ ਹੈ। ਜ਼ਹਿਰਾਂ ਦਾ ਇਸਤੇਮਾਲ ਜਿਹੜਾ ਹੈ, ਹੁਣ ਮੈਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਾਂ ਕਿ ਅੱਗੇ ਜਦੋਂ ਸਾਡੇ ਘਰਾਂ ਦੇ ਆਲੇ ਦੁਆਲੇ ਜਾਂ ਕਿਸੇ ਜਗ੍ਹਾ ਦੇ ਉੱਤੇ ਘਾਹ ਉੱਗਦਾ ਸੀ ਅਤੇ ਅਸੀਂ ਆਮ ਤੌਰ 'ਤੇ ਖੁਰਪੀ, ਰੰਬੀ ਜਾਂ ਕਹੀ ਦੇ ਨਾਲ ਉਸ ਚੀਜ਼ ਦੀ ਸਫਾਈ ਕਰਦੇ ਸੀ। ਹੁਣ ਸਾਡੀ ਜਿਹੜੀ ਸਮਰੱਥਾ ਅਸੀਂ ਕਹਿੰਦੇ ਹਾਂ ਕਿ ਇਨਸਾਨ ਦੀ ਵਧੀ ਹੈ, ਪਰ ਅਸੀਂ ਕੀ ਕਰਦੇ ਹਾਂ, ਬਾਜ਼ਾਰ ਦੇ ਵਿੱਚੋਂ ਇੱਕ ਜ਼ਹਿਰ ਖਰੀਦਦੇ ਹਾਂ ਜਿਹੜੀ ਕਿ ਕੈਂਸਰ ਪੈਦਾ ਕਰਦੀ ਹੈ, ਸਾਹ ਨੂੰ ਦੂਸ਼ਿਤ ਕਰਦੀ, ਆਕਸੀਜਨ ਨੂੰ ਖਤਮ ਕਰਦੀ ਹੈ। ਉਹ ਅਸੀਂ ਸਿਰਫ ਉਹ ਘਾਹ ਦਾ ਕੁਛ ਕੁ ਫੁੱਟ ਏਰੀਆ ਜਿਹੜਾ ਖਤਮ ਕਰਨ ਵਾਸਤੇ ਉਹਦਾ ਛਿੜਕਾਅ ਕਰ ਦਿੰਦੇ ਹਾਂ। ਉਹ ਘਾਹ ਤੇ ਅਗਲੇ ਦਿਨ ਸੜ ਜਾਂਦਾ, ਨਾ ਤੇ ਉਹ ਜਿਹੜੀ ਉਹਦੇ ਤੋਂ ਸਾਨੂੰ ਬਿਮਾਰੀ ਆਈ ਹੈ ਸਾਨੂੰ ਪਤਾ ਕਿ ਉਸ ਵਜ੍ਹਾ ਕਰਕੇ ਲੱਗੀ ਹੈ, ਔਰ ਨਾ ਹੀ ਸਾਨੂੰ ਇਹ ਪਤਾ ਹੁੰਦਾ ਕਿ ਉਹਦੇ ਨਾਲ ਜਿਹੜੇ ਜੀਵ ਜੰਤੂ ਹੈ ਜਿਨ੍ਹਾਂ ਨੂੰ ਕਿ ਪੰਛੀਆਂ ਦਾ ਭੋਜਨ ਬਣਨਾ ਹੁੰਦਾ, ਉਹਨਾਂ ਨੂੰ ਵੀ ਅਸੀਂ ਅਸਿੱਧੇ ਰੂਪ ਦੇ ਵਿੱਚ ਜਾਂ ਸਿੱਧੇ ਰੂਪ ਦੇ ਵਿੱਚ ਹੀ ਮੈਂ ਕਹਿ ਸਕਦਾ ਕਿ ਅਸੀਂ ਉਹਨਾਂ ਨੂੰ ਖਤਮ ਕਰ ਦਿੰਦੇ ਹਾਂ, ਜਿਹੜੇ ਕਿ ਪੰਛੀਆਂ ਦੇ ਕਾਰਨ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ। ਅਗਰ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਨੂੰ ਅੱਗੇ ਵਧਾਈਏ ਤਾਂ ਮੈਂ ਆਪ ਜੀ ਨੂੰ ਦੱਸਾਂ ਕਿ ਜਿਹੜਾ ਪੰਛੀਆਂ ਦਾ ਵਪਾਰ ਸਾਡੇ ਸ਼ੌਂਕ ਤੋਂ ਹੀ ਸ਼ੁਰੂ ਹੋਇਆ, ਕਿਉਂਕਿ ਸਾਡੀ ਜਿਹਨੂੰ ਕਹਿ ਲਓ ਜੀਨਸ ਦੇ ਵਿੱਚ, DNA ਦੇ ਵਿੱਚ ਪੰਛੀਆਂ ਦੇ ਨਾਲ ਪਿਆਰ ਲੁਕਿਆ ਹੋਇਆ। ਸਾਡੇ ਪੁਰਾਣੇ ਜਿਹੜੇ ਬਜ਼ੁਰਗ ਆ ਉਹਨਾਂ ਘਰਾਂ ਦੇ ਵਿੱਚ ਮੋਰ, ਚਿੜੀਆਂ, ਕਬੂਤਰ ਆਮ ਤੌਰ 'ਤੇ ਆ ਜਾਂਦੇ ਸੀ, ਔਰ ਸਾਡੇ ਬਜ਼ੁਰਗਾਂ ਦੇ ਹੱਥਾਂ ਦੇ ਉੱਤੋਂ ਚੋਗਾ ਚੁਗਦੇ ਰਹੇ ਆ। ਉਸ ਤੋਂ ਬਾਅਦ ਪੰਛੀਆਂ ਦੇ ਰੂਪ ਦੇ ਵਿੱਚ ਕੁੱਕੜ ਵਗੈਰਾ ਜਾਂ ਹੋਰ ਇੱਦਾਂ ਦੇ ਜਾਨਵਰ ਸਾਡੇ ਆਮ ਤੌਰ 'ਤੇ ਬਜ਼ੁਰਗ ਪਾਲਦੇ ਰਹੇ ਘਰਾਂ ਦੇ ਵਿੱਚ। ਜਿੱਥੋਂ ਤੱਕ ਪੰਛੀਆਂ ਦੇ ਹੁਣ ਆਪਾਂ ਵਪਾਰ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਬੱਚੇ ਪੰਛੀਆਂ ਨੂੰ ਦੇਖ ਕੇ ਖੁਸ਼ ਹੁੰਦੇ ਆ, ਤਾਂ ਬੱਚੇ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ ਆ ਕਿ ਮੈਨੂੰ ਆਹ ਪੰਛੀ ਚਾਹੀਦਾ ਜਾਂ ਆਹ ਪੰਛੀ ਆਪਾਂ ਘਰੇ ਰੱਖੀਏ, ਜਾਂ ਕਿਸੇ ਦੇ ਉਹ ਘਰ ਦੇਖਦੇ ਆ ਅਤੇ ਉਹ ਉਸ ਚੀਜ਼ ਬਾਰੇ ਆਪਣੇ ਪੇਰੈਂਟਸ ਨੂੰ, ਮਾਂ-ਬਾਪ ਨੂੰ ਕਹਿੰਦੇ ਆ। ਔਰ ਬਾਜ਼ਾਰ ਦੇ ਵਿੱਚੋਂ ਬਹੁਤ ਸਾਰੇ ਪੰਛੀ ਤੁਸੀਂ ਪੈਸੇ ਖਰਚ ਕਰਕੇ ਖਰੀਦ ਸਕਦੇ ਹੋ। ਆਮ ਤੌਰ 'ਤੇ ਕਈ ਸ਼ਹਿਰਾਂ ਦੇ ਵਿੱਚ ਇਹ ਮੰਡੀ ਵਰਗਾ ਜਾਂ ਇੱਕ ਬਾਜ਼ਾਰ ਹੀ ਹੁੰਦਾ ਜਿੱਥੋਂ ਇਹ ਪੰਛੀ ਮਿਲ ਜਾਂਦੇ ਆ। ਬਹੁਤ ਸਾਰੀਆਂ ਕਿਸਮਾਂ 'ਤੇ ਨੇ ਜਿਹੜੀਆਂ ਵਿਦੇਸ਼ੀ ਨੇ, ਬਾਹਰਲੀਆਂ ਨੇ, ਲੇਕਿਨ ਉਹਦੇ ਵਿੱਚ ਬਹੁਤ ਸਾਰੇ ਪੰਛੀ ਐਸੇ ਆ ਕਿ ਜਿਹੜੇ ਸਾਡੇ ਖਿੱਤੇ ਦੇ ਵਿੱਚ ਮਿਲਦੇ ਆ। ਉਹਨਾਂ ਨੂੰ ਵੀ ਜਿਹੜੇ ਇਹ ਵਪਾਰ ਕਰਨ ਵਾਲੇ ਲੋਕ ਆ, ਲਾਲਚੀ ਲੋਕ ਆ, ਉਹਨਾਂ ਨੂੰ ਇਹ ਕਾਬੂ ਕਰ ਲੈਂਦੇ ਆ, ਕਿਉਂਕਿ ਜਿਹੜੇ ਸਾਡੇ ਆਲੇ ਦੁਆਲੇ ਦੇ ਲੋਕ ਨੇ ਉਹ ਲੋੜਵੰਦ ਨੇ। ਅਤੇ ਕਈ ਵਾਰੀ ਅਗਰ ਉਹਨਾਂ ਨੂੰ ਲੱਗਦਾ ਕਿ ਮੈਂ ਇਹ ਪੰਛੀ ਅਗਰ ਆਲਣੇ ਦੇ ਵਿੱਚੋਂ ਚੁੱਕ ਕੇ ਫਲਾਨੀ ਜਗ੍ਹਾ ਵੇਚ ਆਵਾਂ ਅਤੇ ਮੈਨੂੰ ਇਹਦੇ 20 ਰੁਪਏ, 50 ਰੁਪਏ, 100 ਰੁਪਇਆ ਮਿਲ ਜੂਗਾ, ਤਾਂ ਉਹ ਲੋੜਵੰਦ ਬੰਦਾ ਉਹ ਜਿਹੜੇ ਪੰਛੀਆਂ ਨੂੰ ਉਸ ਵਪਾਰੀ ਤੱਕ ਪਹੁੰਚਾ ਦਿੰਦਾ। ਜਿੱਦਾਂ ਕਿ ਇੱਕ ਜਿਹੜਾ ਰਾਤ ਤੋਤਾ, ਅਲੈਗਜ਼ੈਂਡਰਾ ਜਿਹੜਾ ਪੈਰਾਕੀਟ ਹੈ, ਉਹ ਅਕਸਰ ਹੀ ਆਲਣਿਆਂ ਦੇ ਵਿੱਚੋਂ ਇੱਦਾਂ ਹੀ ਚੋਰੀ ਕੀਤਾ ਜਾਂਦਾ। ਉਹਦੀ ਇੱਕ ਛੋਟੀ ਜਿਹੀ ਨਿਸ਼ਾਨੀ ਕਿ ਉਹਦੇ ਮੋਢੇ ਦੇ ਉੱਤੇ ਰੈੱਡ ਕਲਰ ਦਾ ਪੈਚ ਹੁੰਦਾ, ਚੁੰਝ ਉਹਦੀ ਚੌੜੀ ਹੁੰਦੀ ਹੈ, ਔਰ ਆਮ ਤੌਰ 'ਤੇ ਉਹਨੂੰ ਅਸੀਂ ਬੋਲਣ ਵਾਲਾ, ਜਿਹਨੂੰ ਕਹਿ ਦਿੰਦੇ ਹਾਂ ਮਿੱਠੂ ਚੂਰੀ ਖਾਣੀ ਹੈ, ਜਾਂ ਇੱਦਾਂ ਆਮ ਤੌਰ 'ਤੇ ਆਪਾਂ ਲੋਕਾਂ ਦੇ ਘਰਾਂ ਦੇ ਵਿੱਚ ਗੱਲਾਂ ਵੀ ਕਰਦੇ ਹਾਂ ਉਹਦੇ ਨਾਲ ਜਾ ਕੇ। ਉਹਦਾ ਵੀ ਵਪਾਰ ਇਸੇ ਤਰੀਕੇ ਨਾਲ ਹੁੰਦਾ। ਦੂਸਰਾ, ਜਦੋਂ ਦੀਵਾਲੀ ਆਉਂਦੀ ਆ, ਬਹੁਤ ਸਾਰੇ ਲੋਕ ਇਸ ਬਾਰੇ ਜਾਣਕਾਰੀ ਰੱਖਦੇ ਹੋਣਗੇ ਜਾਂ ਨਹੀਂ ਵੀ ਰੱਖਦੇ, ਅਤੇ ਮੈਂ ਦੱਸਾਂ ਕਿ ਜਿਹੜਾ ਉੱਲੂ ਆ,
ਇਹਨੂੰ ਤਾਂਤਰਿਕ ਜਿਹੜਾ ਹੈ ਉਹ ਟੂਣੇ ਕਰਨ ਵਾਸਤੇ ਇਸਤੇਮਾਲ ਕਰਦੇ ਆ। ਕੋਈ ਕਹਿੰਦਾ ਜੀ ਉੱਲੂ ਦੀ ਅੱਖ, ਕੋਈ ਕਹਿੰਦਾ ਜੀ ਉੱਲੂ ਦੀ ਚੁੰਝ, ਕੋਈ ਕਹਿੰਦਾ ਜੀ ਉੱਲੂ ਦਾ ਪੰਜਾ। ਤਾਂ ਉਹ ਜਿਹੜੇ ਉੱਲੂ ਨੇ ਉਹਨਾਂ ਨੂੰ ਵੀ, ਕਿਉਂਕਿ ਇਹਨਾਂ ਦੇ ਆਲ ਨੇ ਆ, ਇਹਨਾਂ ਦੀਆਂ ਥਾਵਾਂ ਨੇ, ਅਤੇ ਉਹ ਜਿਹੜੇ ਇੱਦਾਂ ਦੇ ਲੋੜਵੰਦ ਲੋਕ, ਸ਼ਿਕਾਰੀ ਲੋਕ, ਇਹਨਾਂ ਦਾ ਮਤਲਬ ਇਹਨਾਂ ਨੂੰ ਫੜ ਕੇ ਵਪਾਰੀ ਲੋਕਾਂ ਤੱਕ ਪਹੁੰਚਾ ਦਿੰਦੇ ਆ। ਦਮੂਹੀ ਸੁਣਿਆ ਹੋਣਾ ਆਪਾਂ, ਦਮੂਹੀ, ਦੋ ਮੂੰਹਾਂ ਸੱਪ ਜਿਹਨੂੰ ਕਹਿ ਦਿੰਦੇ ਆ। ਮੈਂ ਇਹਦੇ ਬਾਰੇ ਜ਼ਿਆਦਾ ਜ਼ਿਕਰ ਨਾ ਕਰਾਂ, ਕਿਉਂਕਿ ਅਗਰ ਉਹਦੀ ਇੰਟਰਨੈਸ਼ਨਲ ਮਾਰਕੀਟ ਦੇ ਬਾਰੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਿਹੜਾ ਇੱਕ ਦਮੂਹਾ ਸੱਪ ਹੈ ਉਹ ਜ਼ਹਿਰੀਲਾ ਨਹੀਂ ਹੁੰਦਾ, ਲੇਕਿਨ ਉਹਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੀ ਕੀਮਤ ਹੈ ਉਹ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ। ਅਤੇ ਜਿੰਨਾ ਥਾਵਾਂ 'ਤੇ ਉਹ ਮਿਲਦਾ ਜਾਂ ਕਿਸੇ ਨੂੰ ਮਿਲ ਜਾਂਦਾ ਤਾਂ ਉਹ ਉਹਨੂੰ ਫੜ ਕੇ ਦੂਸਰੀ ਜਗ੍ਹਾ ਛੱਡਣ ਦੀ ਬਜਾਏ ਅਗਰ ਉਸ ਚੀਜ਼ ਦਾ ਉਹਨੂੰ ਪਤਾ ਲੱਗ ਜਾਂਦਾ ਤਾਂ ਉਹਨੂੰ ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਾਂ ਮਾਰਕੀਟ 'ਚ ਜਾ ਕੇ ਵੇਚ ਆਉਂਦਾ। ਉਹਦੇ ਨਾਲ ਉਹ ਚੇਨ ਟੁੱਟ ਜਾਂਦੀ ਹੈ, ਅੱਗੇ ਵਧਣ ਵਾਲੀ ਉਹਦੀ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਸ ਕਰਕੇ ਜਿਹੜਾ ਇਹ ਵਪਾਰੀਕਰਨ ਹੈ ਇਹ ਇੱਦਾਂ ਹੀ ਜਿਹੜਾ ਹੈ ਅੱਗੇ ਚੱਲਦਾ ਹੈ। ਅਤੇ ਇਨਸਾਨ ਦਾ ਜਿਹੜਾ ਇੱਕ ਸੰਬੰਧ ਆ ਪੰਛੀਆਂ ਦੇ ਨਾਲ, ਕਾਰਨ ਤਾਂ ਇਹਦਾ ਉਹੀ ਹੈ, ਲੇਕਿਨ ਵਪਾਰਕ ਰੂਪ ਦੇ ਵਿੱਚ ਜਦੋਂ ਅੱਗੇ ਆ ਜਾਂਦਾ ਤਾਂ ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਜਿਹੜਾ ਅਗਰ ਕੋਈ ਵਿਦੇਸ਼ੀ ਪੰਛੀ ਅਸੀਂ ਘਰ ਦੇ ਵਿੱਚ ਪਾਲ ਲਈਏ ਉਹਦੇ ਬਾਰੇ ਤਾਂ ਅਸੀਂ ਜਸਟੀਫਿਕੇਸ਼ਨ ਦੇ ਸਕਦੇ ਹਾਂ ਕਿ ਜੀ ਇਹ ਤਾਂ ਇੰਡੀਆ ਦੇ ਵਿੱਚ ਹੁੰਦਾ ਹੀ ਨਹੀਂ, ਅਸੀਂ ਇਹਨੂੰ ਬਾਹਰ ਛੱਡਾਂਗੇ ਤਾਂ ਇਹਨੂੰ ਦੂਜੇ ਪੰਛੀ ਮਾਰ ਦੇਣਗੇ। ਪਰ ਜਿਹੜੇ ਪੰਛੀ ਸਾਡੇ ਆਲੇ ਦੁਆਲੇ ਰਹਿ ਸਕਦੇ ਆ, ਅਸੀਂ ਉਹਨਾਂ ਨੂੰ ਹੀ ਆਲ੍ਹਣੇ ਬਣਾਉਣ ਦੇ ਦਈਏ, ਅਸੀਂ ਉਹਨਾਂ ਦੇ ਲਈ ਥੋੜ੍ਹਾ ਹੈ ਸਾਧਨ ਉਹ ਕਰ ਦਈਏ ਅਤੇ ਸਾਡੇ ਘਰਾਂ ਦੇ ਵਿੱਚ ਉਹ ਵੈਸੇ ਹੀ ਆ ਜਾਣਗੇ। ਅਗਰ ਅਸੀਂ ਉਹ ਕੰਮ ਬੰਦ ਨਾ ਕੀਤਾ ਤਾਂ ਫਿਰ ਇੱਦਾਂ ਹੀ ਕਿਸੇ ਦਿਨ ਸਾਨੂੰ ਆਲ੍ਹਣਿਆਂ ਦੇ ਵਿੱਚ ਤਾੜਨ ਲਈ ਵੀ ਪੰਛੀ ਨਹੀਂ ਮਿਲਣੇ। ਸੋ ਇਸ ਕਰਕੇ ਵਪਾਰ ਵੀ ਇੱਕ ਜਿਹੜਾ ਹੈ ਇਸ ਦੌਰ ਦਾ ਜਿਹੜਾ ਹੈ ਇੱਕ ਮਤਲਬ ਪੰਛੀਆਂ ਦੇ ਲਈ ਖਤਰਨਾਕ ਰੂਪ ਹੈ। ਇਸ ਦੇ ਬਾਰੇ ਅਗਰ ਆਪਾਂ ਜਿੰਨੀ ਮੈਨੂੰ ਜਾਣਕਾਰੀ ਅਗਰ ਆਪਾਂ ਗੱਲ ਸਾਂਝੀ ਕਰੀਏ ਤਾਂ ਇਹ ਜਿਹੜਾ ਰੁਝਾਨ ਹੈ ਜਾਂ ਜਿਹੜਾ ਇਹ ਸ਼ੌਂਕ ਹੈ ਪੁਰਾਣੇ ਸਮੇਂ ਤੋਂ ਹੀ ਚੱਲਦਾ ਆ ਰਿਹਾ। ਉਹਨਾਂ ਸਮਿਆਂ ਦੇ ਵਿੱਚ ਜਿਹੜੇ ਆਰਟੀਫਿਸ਼ੀਅਲ ਤਰੀਕੇ ਘੱਟ ਵਰਤੇ ਜਾਂਦੇ ਸੀ, ਕੁਦਰਤੀ ਤਰੀਕੇ ਜ਼ਿਆਦਾ ਵਰਤੇ ਜਾਂਦੇ ਸੀ। ਜਿੱਦਾਂ ਕੁੱਕੜਾਂ ਨੂੰ ਲੜਾਉਣਾ ਜਾਂ ਪੰਛੀਆਂ ਦੀਆਂ ਮਤਲਬ ਉਡਾਰੀਆਂ ਲਵਾਉਣੀਆਂ ਜਾਂ ਪੰਛੀਆਂ ਤੋਂ ਸ਼ਿਕਾਰ ਕਰਾਉਣਾ। ਮੈਂ ਇੱਕ ਚੀਜ਼ ਤੁਹਾਡੀ ਗੱਲ ਦੇ ਵਿੱਚ ਐਡ ਕਰਾਂ ਕਿ ਬਹੁਤ ਸਾਰੇ ਅਰਬ ਕੰਟਰੀ ਦੇ ਵਿੱਚ ਫੈਲਕਨੀ ਗਰੁੱਪ ਬਣੇ ਹੋਏ ਆ। ਉਹ ਲੋਕ ਕੁਛ ਖਾਸ ਕਿਸਮ ਦੇ ਰੈਪਟਰ ਸ਼ਿਕਾਰੀ ਪੰਛੀਆਂ ਨੂੰ ਪਾਲਤੂ ਕਰ ਲੈਂਦੇ ਆ। ਫਿਰ ਉਹ ਕਿਉਂਕਿ ਲੋਕ ਬਹੁਤ ਜ਼ਿਆਦਾ ਅਮੀਰ ਨੇ ਅਰਬ ਕੰਟਰੀਆਂ ਦੇ, ਫਿਰ ਉਹ ਦੂਸਰੇ ਦੇਸ਼ਾਂ ਦੇ ਵਿੱਚ ਆਪਣੇ ਉਹ ਜਿਹੜੇ ਪੰਛੀਆਂ ਨੂੰ ਲੈ ਕੇ ਜਾਂਦੇ ਆ ਔਰ ਖ਼ਾਸ ਕਿਸਮ ਦੇ ਪੰਛੀਆਂ ਦਾ ਸ਼ਿਕਾਰ ਕਰਦੇ ਆ। ਤਾਂ ਪਹਿਲਾਂ ਆਪਾਂ ਗੱਲ ਕਲੀਅਰ ਕਰੀਏ ਕਿ ਜਿਹੜੇ ਕਬੂਤਰਬਾਜ਼ ਨੇ ਜਾਂ ਜਿਹੜੇ ਕੁੱਕੜ ਲੜਾਉਣ ਵਾਲੇ ਨੇ ਇਹ ਸਾਡੇ ਸਮਾਜ ਦਾ ਇੱਕ ਅੰਗ ਰਿਹਾ, ਲੇਕਿਨ ਇਹਦੇ ਤਰੀਕੇ ਗਲਤ ਹੋਣ ਕਰਕੇ ਇਹ ਵੀ ਚੀਜ਼ ਇੱਕ ਇਹਨਾਂ ਪੰਛੀਆਂ ਦੇ ਲਈ ਦੁਖਦਾਈ ਹੈ, ਘਾਤਕ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਨਸ਼ਾ ਦੇ ਕੇ ਜਾਂ ਕੋਈ ਆਰਟੀਫਿਸ਼ੀਅਲ ਕੋਈ ਮੈਡੀਸਨ ਦੇ ਕੇ ਉਹਨੂੰ ਲੜਾਓਗੇ ਤਾਂ ਫਿਰ ਉਹ ਸਾਡੇ ਸਿਰਫ ਇੱਕ ਸ਼ੌਂਕ ਹੀ ਕਹਿ ਸਕਦੇ ਹਾਂ, ਲੇਕਿਨ ਅਸੀਂ ਇੱਕ ਤਰੀਕੇ ਨਾਲ ਉਹਨਾਂ ਦੇ ਨਾਲ ਪੰਛੀਆਂ ਦੇ ਨਾਲ ਦੁਸ਼ਮਣੀ ਕੋਈ ਕੱਢ ਰਹੇ ਹਾਂ। ਅਤੇ ਜਿਹੜੀ ਦੂਸਰੀ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਫੈਲਕਨੀਜ਼ ਗਰੁੱਪ ਨੇ ਜਿਹੜੇ ਆਪਣੇ ਪਾਲਤੂ ਸ਼ਿਕਾਰੀ ਪੰਛੀਆਂ ਦੇ ਨਾਲ ਸ਼ਿਕਾਰ ਕਰਦੇ ਨੇ, ਉਹ ਬੇਸ਼ੱਕ ਇਹਨਾਂ ਚੀਜ਼ਾਂ ਦਾ ਇਸਤੇਮਾਲ ਤਾਂ ਘੱਟ ਕਰਦੇ ਆ, ਲੇਕਿਨ ਜਿਹੜੇ ਪੰਛੀਆਂ ਦਾ ਉਹ ਸ਼ਿਕਾਰ ਕਰਦੇ ਆ ਉਹ ਪੰਛੀ, ਇਹ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਐਡੀ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਪੰਛੀ ਐਸੇ ਆ ਜਿਨ੍ਹਾਂ ਦੀ ਗਿਣਤੀ 200, 300, 500 ਜਾਂ 1000 ਤੱਕ ਸੀਮਿਤ ਹੋ ਗਈ। ਹੁਣ ਐਡੀ ਵੱਡੀ ਦੁਨੀਆ ਹੋਵੇ, ਇੰਨੇ ਦੇਸ਼ ਹੋਣ, ਇੰਨੇ ਜੰਗਲ ਹੋਣ, ਅਤੇ ਪੰਛੀ ਸਾਡੇ ਕੋਲ ਉਹ 1000, 500 ਦੇ ਕਰੀਬ ਰਹਿ ਜੇ ਅਤੇ ਔਰ ਅਜੇ ਵੀ ਉਹ ਚੀਜ਼ ਬੰਦ ਨਾ ਹੋਵੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਅੰਦਾਜ਼ਾ ਲਾ ਲਓ ਕਿ ਅਸੀਂ ਉਹਨਾਂ ਪੰਛੀਆਂ ਦੀਆਂ ਫੋਟੋਆਂ ਹੀ ਦੇਖ ਸਕਾਂਗੇ। ਰਾਜਸਥਾਨ ਦੇ ਵਿੱਚ ਨੈਸ਼ਨਲ ਡੈਜ਼ਰਟ ਪਾਰਕ ਦੇ ਵਿੱਚ ਇੰਡੀਅਨ ਬਸਟਾਰਡ ਕਰਕੇ ਇੱਕ ਪੰਛੀ ਤੁਸੀਂ ਨੈੱਟ ਦੇ ਉੱਤੇ ਸਰਚ ਕਰੋ, ਉਹ ਪਾਇਆ ਜਾਂਦਾ। ਉਸ ਨੈਸ਼ਨਲ ਪਾਰਕ ਦੇ ਵਿੱਚ ਤਾਂ ਉਹ ਸੇਫ ਹੈ, ਆਲੇ ਦੁਆਲੇ ਹੋ ਸਕਦਾ ਉਹਦਾ ਸ਼ਿਕਾਰ ਵੀ ਹੁੰਦਾ ਹੋਵੇ। ਔਰ ਸਾਡੇ ਨਾਲ ਲੱਗਦੇ ਜਿਹੜੇ ਦੇਸ਼ ਨੇ, ਆਪਾਂ ਕਿਸੇ ਖਾਸ ਦਾ ਨਾਂ ਤਾਂ ਨਹੀਂ ਲੈਂਦੇ, ਉੱਥੇ ਉਹਦਾ ਜਿਹੜਾ ਹੈ ਇਹਨਾਂ ਫੈਲਕਨੀਜ਼ ਜਾਂ ਰੈਪਟਰ ਪੰਛੀਆਂ ਦੁਆਰਾ ਸ਼ਿਕਾਰ ਕੀਤਾ ਜਾਂਦਾ ਔਰ ਉਹਦੇ ਬਾਰੇ ਮੰਨਿਆ ਜਾਂਦਾ ਕਿ ਜੀ ਉਹ ਸਰੀਰਕ ਤਾਕਤ ਵਾਸਤੇ ਬਹੁਤ ਜ਼ਿਆਦਾ ਵਧੀਆ। ਉਹ ਚੀਜ਼ ਜਿਹੜੀ ਹੈ ਉਹ ਮਤਲਬ ਇੱਕ ਕੁਛ ਪੰਛੀਆਂ ਦੇ ਲਈ ਚੰਗੀ ਹੈ ਜਿਨ੍ਹਾਂ ਨੂੰ ਉਹ ਪਾਲਦੇ ਆ, ਕਿਉਂਕਿ ਉਹਨਾਂ ਨੂੰ ਉਹ ਚੰਗੀ ਖੁਰਾਕ ਖਵਾਉਂਦੇ ਆ।
ਔਰ ਜਿਨ੍ਹਾਂ ਦਾ ਸ਼ਿਕਾਰ ਕਰਦੇ ਉਹਨਾਂ ਦੇ ਲਈ ਮਾੜੀ ਹੈ, ਕਿਉਂਕਿ ਉਹਨਾਂ ਦੀ ਗਿਣਤੀ ਇੰਨੀ ਘੱਟ ਰਹੇਗੀ ਕਿ ਆਉਣ ਵਾਲੇ 2 4 5 10 ਸਾਲਾਂ ਦੇ ਵਿੱਚ ਉਹ ਖਤਮ ਹੋ ਜਾਣਗੇ। ਸੋ ਇਸ ਕਰਕੇ ਪ੍ਰਵਿਰਤੀ ਜਿਹੜਾ ਹੈ ਇਨਸਾਨ ਦਾ ਲਾਲਚ ਜਾਂ ਸ਼ੌਂਕ ਦੋਨੇ ਤਰੀਕੇ ਨਾਲ ਹੀ ਪੰਛੀਆਂ ਲਈ ਘਾਤਕ ਸਾਬਤ ਹੁੰਦੀ ਹੈ। ਫੋਟੋਗ੍ਰਾਫੀ ਦੇ ਤੌਰ 'ਤੇ ਇਸ ਗੱਲ ਦੀ ਜਾਣਕਾਰੀ ਤੁਹਾਨੂੰ ਵੀ ਹੈ ਕਿ ਫੋਟੋਗ੍ਰਾਫੀ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਇੰਸਟਰੂਮੈਂਟ ਹੋਣਾ ਜ਼ਰੂਰੀ ਹੈ। ਔਰ ਪੰਛੀਆਂ ਦੀ ਫੋਟੋਗ੍ਰਾਫੀ ਵਾਸਤੇ ਜਿਹੜੇ ਇੰਸਟਰੂਮੈਂਟ ਚਾਹੀਦੇ ਆ ਉਹ ਕਿਉਂਕਿ ਲੈਂਜ ਜਿਹੜਾ ਹੈ ਉਹ ਵੱਡੇ ਲੈਂਜ ਦੀ ਲੋੜ ਪੈਂਦੀ ਹੈ ਅਤੇ ਉਹਨਾਂ ਦੀ ਕੀਮਤ ਵੀ ਜ਼ਿਆਦਾ ਹੈ। ਤਾਂ ਜਦੋਂ ਸ਼ੁਰੂਆਤ ਦੇ ਵਿੱਚ ਬੰਦਾ ਇਸ ਸ਼ੌਂਕ ਨੂੰ ਅਪਣਾਉਂਦਾ ਤਾਂ ਉਹ ਸਸਤੇ ਇੰਸਟਰੂਮੈਂਟ ਤੋਂ ਸ਼ੁਰੂ ਕਰਦਾ, ਪਰ ਜਿੱਦਾਂ ਜਿੱਦਾਂ ਇਹ ਸ਼ੌਂਕ ਦੇ ਵਿੱਚ ਉਤਰਦਾ ਚਲਿਆ ਜਾਂਦਾ ਤਾਂ ਉਹਨੂੰ ਫਿਰ ਉਹ ਕੈਮਰਾ ਜਾਂ ਲੈਂਜ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਅਤੇ ਅੱਗੇ ਜਾ ਕੇ ਫਿਰ ਇਹ ਜਿਹੜਾ ਮਹਿੰਗਾ ਸ਼ੌਂਕ ਸਾਬਤ ਹੁੰਦਾ। ਤਾਂ ਇਸ ਕਰਕੇ ਸ਼ੌਂਕ ਤਾਂ ਮਹਿੰਗਾ ਹੀ ਹੈ, ਲੇਕਿਨ ਉਹਦੇ ਨਾਲ ਜਿਹੜਾ ਪੰਛੀਆਂ ਦੇ ਬਾਰੇ ਜਾਣਕਾਰੀ ਜਾਂ ਜਿਹੜਾ ਪੰਛੀਆਂ ਦੇ ਨਾਲ ਪਿਆਰ ਹੈ ਉਹਦੇ ਕਰਕੇ ਉਹ ਫਿਰ ਇਨਸਾਨ ਇਸ ਚੀਜ਼ ਨੂੰ ਲੱਗਾ ਰਹਿੰਦਾ। ਤਾਂ ਜੇ ਅਸੀਂ ਪੰਜਾਬ ਦੀ ਗੱਲ ਵੀ ਕਰੀਏ ਤਾਂ ਜਿਸ ਵੇਲੇ ਅਸੀਂ ਸ਼ੁਰੂ ਕੀਤਾ ਸੀ ਉਸ ਵੇਲੇ ਇੱਕ ਛੋਟੇ ਕੈਮਰੇ ਤੋਂ ਛੋਟੇ ਲੈਂਜ ਦੇ ਨਾਲ ਸ਼ੁਰੂ ਕੀਤਾ। ਕੁਛ ਗਿਣਤੀ ਦੇ ਲੋਕ ਉਹਦੇ ਵਿੱਚ ਹੁੰਦੇ ਸੀ। ਅਸੀਂ ਉਹਨਾਂ ਟਾਈਮਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ 5 7 10 ਜਣੇ ਹੁੰਦੇ ਸੀ। ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਲੋਕਾਂ ਦੇ ਸੰਪਰਕ ਵਧਣ ਕਰਕੇ ਆਪਸੀ ਜਾਣਕਾਰੀ ਸਾਂਝੀ ਹੋਣ ਕਰਕੇ ਜਿਹੜਾ ਇਹ ਸ਼ੌਂਕ ਨੂੰ ਬਹੁਤ ਸਾਰੇ ਲੋਕਾਂ ਨੇ ਅਪਣਾਇਆ। ਔਰ ਅੱਜ ਦੀ ਅਗਰ ਆਪਾਂ ਗੱਲ ਕਰੀਏ ਤਾਂ ਬੇਸ਼ੱਕ ਪੰਜਾਬ ਦੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਜਾਂ ਹਰ ਇੱਕ ਸ਼ਹਿਰ ਦੇ ਵਿੱਚ ਪੰਛੀਆਂ ਦੀ ਫੋਟੋਗ੍ਰਾਫੀ ਕਰਨ ਵਾਲੇ ਮੌਜੂਦ ਹੋਣਗੇ, ਪਰ ਕੁਝ ਜਗ੍ਹਾ ਐਸੀਆਂ ਵੀ ਹੈ ਜਿੱਥੇ ਕਿ ਨਹੀਂ ਹੈਗੇ। ਤਾਂ ਹਰ ਜਗ੍ਹਾ ਹੋਣ ਦੇ ਨਾਲ ਇੱਕ ਚੀਜ਼ ਜਿਹਦਾ ਫਾਇਦਾ ਹੋਇਆ ਕਿ ਪੰਜਾਬ ਦੇ ਬਹੁਤ ਸਾਰੇ ਪੰਛੀਆਂ ਦੇ ਫੋਟੋਗ੍ਰਾਫਿਕ ਰਿਕਾਰਡ ਆਉਣ ਦੇ ਨਾਲ ਐਕਸਪਰਟ ਲੋਕਾਂ ਨੂੰ ਇਹ ਮੰਨਣਾ ਪਿਆ ਕਿ ਇਹ ਪੰਛੀ ਜਿਹਨੂੰ ਅਸੀਂ ਮੰਨਦੇ ਨਹੀਂ ਸੀ ਕਿ ਪੰਜਾਬ 'ਚ ਹੋ ਸਕਦਾ, ਉਹਦੀ ਮੌਜੂਦਗੀ ਸਾਬਤ ਹੋਈ ਹੈ। ਤਾਂ ਉਸ ਚੀਜ਼ ਦਾ ਬਹੁਤ ਵੱਡਾ ਫਾਇਦਾ ਹੋਇਆ। ਦੂਸਰਾ, ਇਹਦੇ ਨਾਲ ਲੋਕਾਂ ਦੇ ਵਿੱਚ ਥੋੜ੍ਹੀ ਅਵੇਅਰਨੈਸ ਵਧੀ ਹੈ, ਸ਼ੌਂਕ ਵਧਿਆ ਔਰ ਲੋਕਾਂ ਦਾ ਪੰਛੀਆਂ ਨੂੰ ਦੇਖਣ ਦਾ ਨਜ਼ਰੀਆ ਬਦਲਿਆ। ਤੀਸਰਾ, ਇਸ ਦੇ ਵਿੱਚ ਜਿਹੜੇ ਪੰਛੀ ਕੋਈ ਜ਼ਖਮੀ ਹੋ ਜਾਂਦਾ ਤਾਂ ਕਿਸੇ ਜਗ੍ਹਾ ਦੇ ਉੱਤੇ ਕੋਈ ਇੱਦਾਂ ਦੀ ਹਾਲਤ ਦੇ ਵਿੱਚ ਮਿਲਦਾ, ਅਤੇ ਬਹੁਤ ਸਾਰੇ ਦੋਸਤ ਐਸੇ ਨੇ ਜਿਹੜੇ ਪੰਛੀਆਂ ਨੂੰ ਸੰਭਾਲਦੇ ਨੇ ਘਰਾਂ ਦੇ ਵਿੱਚ। ਉਹਨਾਂ ਨੇ ਛੋਟੇ ਛੋਟੇ ਆਪਦੇ ਹੌਸਪੀਟਲ ਬਣਾਏ ਹੋਏ ਨੇ, ਤਾਂ ਇੱਕ ਦੂਸਰੇ ਦੇ ਨਾਲ ਉਹ ਆਪਣੀ ਗੱਲਬਾਤ ਸਾਂਝੀ ਕਰਕੇ ਉਹਨਾਂ ਪੰਛੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਤਾਂ ਇਹ ਸ਼ੌਂਕ ਦੇ ਨਾਲ ਚੱਲਦੇ ਚੱਲਦੇ ਜਿਹੜਾ ਹੈ ਅਵੇਅਰਨੈਸ ਵਧਣ ਦੇ ਨਾਲ ਜਿਹੜਾ ਪੰਛੀਆਂ ਨੂੰ ਫਾਇਦਾ ਹੋਇਆ। ਜ਼ਖਮੀ ਪੰਛੀਆਂ ਦੀ ਸੰਭਾਲ ਸਰਕਾਰੀ ਤੌਰ ਦੇ ਉੱਤੇ ਤੇ ਇੰਨਾ ਨਹੀਂ ਹੈ। ਕੁਛ NGO ਨੇ ਜਿਹੜੀਆਂ ਕੋਸ਼ਿਸ਼ ਕਰਦੀਆਂ ਨੇ, ਲੇਕਿਨ ਕੁਛ ਆਪਣੇ ਲੈਵਲ ਦੇ ਉੱਤੇ ਜਿਹੜੇ ਦੋਸਤ ਨੇ ਉਹ ਬਹੁਤ ਜ਼ਿਆਦਾ ਜਿਹੜਾ ਹੈ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਕਿ ਪੰਛੀਆਂ ਨੂੰ ਬਚਾਇਆ ਜਾਵੇ। ਅਗਰ ਅਸੀਂ ਗੱਲ ਕਰੀਏ ਕਿ ਕਿੰਨੇ ਕੁ ਲੋਕ ਇਸ ਦੇ ਵਿੱਚ ਹੋਣਗੇ, ਤਾਂ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਅੱਜ 150 ਤੋਂ 200 ਦੇ ਕਰੀਬ ਫੋਟੋਗ੍ਰਾਫਰ ਹੋ ਸਕਦੇ ਆ, ਘੱਟ ਜਾਂ ਵੱਧ ਵੀ ਹੋ ਸਕਦੇ ਆ, ਜਿਹੜੇ ਕਿ ਪੰਛੀਆਂ ਦੀ ਫੋਟੋਗ੍ਰਾਫੀ ਦੇ ਨਾਲ ਜੁੜੇ ਹੋਏ ਆ। ਪੰਛੀਆਂ ਦੀ ਸੰਭਾਲ ਕਰਨ ਵਾਲੇ ਗਿਣਤੀ ਦੇ ਲੋਕ ਨੇ, ਰਿਸਰਚ ਕਰਨ ਵਾਲੇ ਗਿਣਤੀ ਦੇ ਲੋਕ ਨੇ। ਪੰਛੀਆਂ ਦੀ ID, ਹੁਣ ਇੱਕ ਆਮ ਬੰਦੇ ਦੇ ਮਨ ਦਾ ਸਵਾਲ ਹੁੰਦਾ ਕਿ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਇਹ ਪੰਛੀ ਕਿਹੜਾ ਹੈ, ਤਾਂ ਉਹਦੇ ਵਾਸਤੇ ਵੀ ਐਕਸਪਰਟ ਦਾ ਹੋਣਾ ਜ਼ਰੂਰੀ ਹੈ। ਤਾਂ ਪੰਜਾਬ ਦੇ ਵਿੱਚ ਬਹੁਤ ਘੱਟ ਸਾਡੇ ਕੋਲੇ ਡਾਕਟਰ ਗੁਰਪ੍ਰਤਾਪ ਜੀ ਨੇ, ਚੰਡੀਗੜ੍ਹ ਮੋਹਾਲੀ ਉਹ ਰਹਿੰਦੇ ਨੇ, ਜਿਹੜੇ ਕਿ ਬਹੁਤ ਜ਼ਿਆਦਾ ਇਸ ਸਬਜੈਕਟ ਦੇ ਉੱਤੇ ਮਿਹਨਤ ਕਰਦੇ ਨੇ ਔਰ ਕਾਫੀ ਹੱਦ ਤੱਕ ਕਿ ਲਗਭਗ ਉਹ ਪੰਛੀ ਦੀ ID ਕਰਨ ਦੇ ਸਮਰੱਥ ਨੇ। ਤਾਂ ਉਹਨਾਂ ਦਾ ਬਹੁਤ ਸਾਰਾ ਸਹਿਯੋਗ ਸਾਨੂੰ ਮਿਲਦਾ, ਜਿਹਦੇ ਕਰਕੇ ਅਸੀਂ ਵੱਖਰੇ ਵੱਖਰੇ ਪੰਛੀਆਂ ਦੀ ID ਕਰਕੇ ਅਸੀਂ ਕਈ ਵਾਰੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਇਹ ਪੰਛੀ ਜਿਹੜਾ ਅਗਰ ਆਪਾਂ ਆਮ ਸਧਾਰਨ ਦੇ ਤੌਰ 'ਤੇ ਦੇਖੀਏ ਤਾਂ ਉਹ ਇੱਕ ਚਿੜੀ ਹੋ ਸਕਦੀ ਹੈ, ਪਰ ਇੱਕ ਐਕਸਪਰਟ ਦੇ ਰੂਪ ਦੇ ਵਿੱਚ ਜਦੋਂ ਸਾਨੂੰ ਉਹਦੀ ID ਬਾਰੇ ਪਤਾ ਲੱਗਦਾ ਅਤੇ ਸਾਨੂੰ ਉਹਦੇ ਨਾਲ ਇਹ ਵੀ ਪਤਾ ਲੱਗਦਾ ਕਿ ਇਹ ਪੰਜਾਬ ਦੇ ਵਿੱਚ ਜਾਂ ਇਸ ਖਿੱਤੇ ਦੇ ਵਿੱਚ ਇਹ ਪੰਛੀ ਦੀ ਕਿੰਨੀ ਕੁ ਗਿਣਤੀ ਹੈ ਜਾਂ ਕਿੰਨਾ ਘੱਟ ਮਿਲਣ ਵਾਲਾ ਪੰਛੀ ਹੈ। ਅਤੇ ਉਹ ਲੋਕ ਨੇ ਪੰਛੀਆਂ ਦੀ ਸੰਭਾਲ ਕਰਨ ਦੇ ਵਿੱਚ। ਸਾਡੇ ਕੋਲੇ ਜਲੰਧਰ ਦੇ ਵਿੱਚ ਸੰਜੀਵ ਜੀ ਨੇ, ਸੰਜੀਵ ਖੰਨਾ ਜੀ, ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਜਿਹੜਾ ਹੈ ਹੌਸਪੀਟਲ ਬਣਾਇਆ ਹੋਇਆ। ਤਾਂ ਉਹ ਉੱਥੇ ਪੰਛੀਆਂ ਦੀ ਬਹੁਤ ਸੰਭਾਲ ਕਰਦੇ ਨੇ।
ਤੇ ਦੂਸਰੇ ਜਿਹੜੇ ਕਈ ਵਾਰੀ ਸਾਨੂੰ ਵੀ ਜਦੋਂ ਕੋਈ ਇਦਾਂ ਦਾ ਪੰਛੀ ਮਿਲ ਜਾਂਦਾ ਤੇ ਅਸੀਂ ਉਹਨਾਂ ਤੋਂ ਗਾਈਡਲਾਈਨ ਲੈ ਲੈਂਦੇ ਹਾਂ। ਫੋਟੋਗ੍ਰਾਫੀ ਦੇ ਤੌਰ ਦੇ ਉੱਤੇ ਅਗਰ ਅਸੀਂ ਗੱਲ ਕਰੀਏ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਫੋਟੋਗ੍ਰਾਫੀ ਜਿਨ੍ਹਾਂ ਦੀ ਫੋਟੋ ਕਰਕੇ ਲੋਕਾਂ ਦੇ ਵਿੱਚ ਇਹ ਜਿਹੜਾ ਹੈ ਪੰਛੀਆਂ ਪ੍ਰਤੀ ਪਿਆਰ ਜਾਗਦਾ, ਕਿਉਂਕਿ ਉਹ ਆਪਣੇ ਕਲਾ ਦੇ ਰਾਹੀਂ ਜਾਂ ਆਪਣੀ ਮਿਹਨਤ ਦੇ ਰਾਹੀਂ ਪੰਛੀ ਨੂੰ ਇੰਨੇ ਖੂਬਸੂਰਤ ਰੂਪ ਦੇ ਵਿੱਚ ਇੱਕ ਫੋਟੋਗ੍ਰਾਫਿਕ ਰਿਕਾਰਡ ਦੇ ਰੂਪ 'ਚ ਸੋਸ਼ਲ ਮੀਡੀਆ 'ਤੇ ਜਾਂ ਉਹ ਪੇਸ਼ ਕਰਦੇ ਆ ਕਿ ਬੰਦਾ ਦੇਖਣ ਨੂੰ ਮਜਬੂਰ ਹੋ ਜਾਂਦਾ। ਤਾਂ ਸਾਡੇ ਕੋਲੇ ਸਾਡੇ ਦੋਸਤ ਹੈ ਜਸਵੀਰ ਫਰੀਦਕੋਟ ਤੋਂ, ਪ੍ਰੋਫੈਸ਼ਨ ਤੋਂ ਟੀਚਰ ਨੇ, ਲੇਕਿਨ ਉਹਨਾਂ ਦੇ ਸ਼ੌਂਕ ਦੀ ਵਜ੍ਹਾ ਕਰਕੇ ਜਾਂ ਉਹਨਾਂ ਦੀ ਮਿਹਨਤ ਕਰਕੇ ਬਹੁਤ ਸਾਰੇ ਲੋਕ ਉਹਨਾਂ ਤੋਂ ਇੰਸਪਾਇਰ ਹੋ ਕੇ ਜਿਹੜਾ ਹੈ ਅੱਗੇ ਇਸ ਚੀਜ਼ ਨੂੰ ਸ਼ੌਂਕ ਦੇ ਨਾਲ ਨਾਲ ਇੱਕ ਮਿਹਨਤ ਵੀ ਕਰ ਰਿਹਾ ਇਹਦੇ ਉੱਤੇ ਕਿ ਕਿਸੇ ਪੰਛੀ ਦੀ ਫੋਟੋ ਖਿੱਚਣ ਤੋਂ ਬਾਅਦ ਉਹਨੂੰ ਖੂਬਸੂਰਤ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਬਹੁਤ ਸਾਰੇ ਅਗਰ ਆਪਾਂ ਜਦੋਂ ਅਸੀਂ ਪੰਛੀਆਂ ਦੀ ਫੋਟੋਗ੍ਰਾਫੀ ਕਰਨ ਦੇ ਲਈ ਜਾਂਦੇ ਹਾਂ ਤਾਂ ਉਹਦੇ ਬਾਰੇ ਸਾਨੂੰ ਉਸ ਏਰੀਏ ਦੀ ਜਾਣਕਾਰੀ ਜਾਂ ਕਿਸੇ ਪੰਛੀ ਦਾ ਮਿਲਣ ਦਾ ਜਿਹੜਾ ਕਿੱਥੇ ਮਿਲ ਸਕਦਾ, ਤਾਂ ਪੰਜਾਬ ਦੇ ਵਿੱਚ ਜ਼ਿਆਦਾ ਨਹੀਂ, ਲੇਕਿਨ ਸਾਡੇ ਕੁਛ ਮਿੱਤਰ ਜਿਹੜੇ ਰਿਕ ਤੂਰ ਹੈ ਮੋਹਾਲੀ ਤੋਂ ਅਤੇ ਗੈਰੀ ਭੱਟੀ ਹੈ ਅਨੰਦਪੁਰ ਸਾਹਿਬ ਤੋਂ, ਜਿਹੜੇ ਕਿ ਐਜ਼ ਏ ਪ੍ਰੋਫੈਸ਼ਨ ਵੀ ਐਜ਼ ਏ ਗਾਈਡ ਦੇ ਰੂਪ ਦੇ ਵਿੱਚ ਜਿਹੜਾ ਗਾਈਡ ਕਰਦੇ ਆ। ਔਰ ਅਗਰ ਕਿਸੇ ਜਗ੍ਹਾ ਦੇ ਉੱਤੇ ਕੋਈ ਪੰਛੀਆਂ ਦੀ ਫੋਟੋਗ੍ਰਾਫੀ ਕਰਨ ਦੇ ਲਈ ਜਾਂਦਾ ਅਤੇ ਉਹ ਪ੍ਰੋਫੈਸ਼ਨਲੀ ਉਸ ਦੇ ਨਾਲ ਜਾ ਕੇ ਉਹਨੂੰ ਗਾਈਡ ਕਰਦੇ ਆ ਅਤੇ ਨਵੇਂ ਪੰਛੀਆਂ ਨੂੰ ਦੇਖਣ ਦਾ ਜਿਹੜਾ ਉਹਦੇ ਨਾਲ ਮੌਕਾ ਮਿਲਦਾ। ਫੋਟੋਗ੍ਰਾਫਰ ਜਿਹੜੇ ਸਾਡੇ ਸਹਿਯੋਗੀ ਰਹੇ ਸਾਡੀ ਸ਼ੁਰੂਆਤ ਦੇ ਵਿੱਚ ਨਵਤੇਜ ਸਿੰਘ ਜੀ, ਜਿਨ੍ਹਾਂ ਤੋਂ ਸਾਨੂੰ ਇਹ ਚੇਟਕ ਲੱਗੀ ਜਾਂ ਜਿੱਥੋਂ ਸਾਡਾ ਇਹ ਸ਼ੌਂਕ ਜਾਗਿਆ। ਅਤੇ ਉਸ ਤੋਂ ਬਾਅਦ ਫਿਰ ਜਿਹੜੇ ਸਾਡੇ ਹੁਣ ਨਾਲ ਸਾਡੇ ਫਰੀਦਕੋਟ ਦੇ ਵਿੱਚ ਦੋਸਤ ਨੇ, ਗਗਨ ਬੇਦੀ ਹੈ, ਜਸਵੀਰ ਸਿੰਘ ਹੈ, ਅਸੀਮ ਹੈ। ਫਿਰੋਜ਼ਪੁਰ ਤੋਂ ਸਾਡੇ ਦੋਸਤ ਨੇ ਆਪਣਾ ਮਨੀਸ਼ ਅਹੂਜਾ ਹੈ, ਜਿਹੜੇ ਕਿ ਆਰਟੀਕਲ ਵੀ ਲਿਖਦੇ ਆ ਅਖਬਾਰ ਦੇ ਵਿੱਚ। ਔਰ ਅੰਮ੍ਰਿਤਸਰ ਦੇ ਵਿੱਚ ਸਾਡੇ ਅਮਿਤ ਹੈ, ਅਰਵਿੰਦ ਹੈ। ਇੱਥੋਂ ਬਿਆਸ ਦੇ ਵਿੱਚ ਮੈਂ ਹਾਂ। ਫਿਰੋਜ਼ਪੁਰ ਤੋਂ ਅੱਗੇ ਫਾਜ਼ਿਲਕਾ ਦੇ ਵਿੱਚ ਸਵਰਨ ਸਿੰਘ ਜੀ ਹਨ ਅਤੇ ਸਾਡੇ ਬਹੁਤ ਹੀ ਆਫਿਸਰ ਰੈਂਕ ਦੇ ਸਾਡੇ ਵਿਸ਼ੇਸ਼ ਕੰਬੋਜ ਜੀ, ਜਿਹੜੇ ਕਿ ਇਸ ਟਾਈਮ ਗੁਰਦਾਸਪੁਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਆ। ਤਾਂ ਉਹ ਬਹੁਤ ਅੱਛੇ ਫੋਟੋਗ੍ਰਾਫਰ ਸਾਡੇ ਲਈ ਮਾਣ ਵਾਲੀ ਗੱਲ ਹੈ। ਲੁਧਿਆਣੇ ਦੇ ਵਿੱਚ ਸਾਡੇ ਜਿੱਦਾਂ ਆਪਾਂ ਗੱਲ ਕਰੀਏ ਕੁਨਾਲ ਬੈਂਬੀ ਹੈ ਜਾਂ ਹੋਰ ਸਾਡੇ ਦੋਸਤ ਨੇ ਉੱਥੇ। ਤਾਂ ਇਹ ਸਾਰੇ ਜਿਹੜੇ ਸਾਡੇ ਦੋਸਤ ਹੈ, ਪਟਿਆਲੇ ਦੇ ਵਿੱਚ ਵੀ ਕਾਫੀ ਅੱਛੇ ਲੋਕ ਨੇ। ਔਰ ਚੰਡੀਗੜ੍ਹ ਦੇ ਵਿੱਚ ਤਾਂ ਇਹਨਾਂ ਦਾ ਪੂਰਾ ਇੱਕ ਬਰਡ ਕਲੱਬ ਬਣਿਆ ਹੋਇਆ ਹੈ, ਬਹੁਤ ਨਾਮ ਨੇ ਚੰਡੀਗੜ੍ਹ ਦੇ ਤੇ, ਜਿਹੜੇ ਇਸ ਚੀਜ਼ ਦੇ ਉੱਤੇ ਆਪਣਾ ਸਾਰੇ ਰਲ ਮਿਲ ਕੇ ਕੰਮ ਕਰ ਰਹੇ ਆ। ਔਰ ਫੋਟੋਗ੍ਰਾਫਰ ਦੇ ਤੌਰ 'ਤੇ ਵੀ, ਐਕਸਪਰਟ ਦੇ ਤੌਰ 'ਤੇ ਵੀ, ਔਰ ਇਹਨਾਂ ਦੀ ਸਾਂਭ ਸੰਭਾਲ ਕਰਨ ਦੇ ਵਿੱਚ ਵੀ, ਕਿਉਂਕਿ ਜਿਹੜਾ ਪੰਛੀ ਪ੍ਰੇਮੀ ਹੈ ਅਗਰ ਉਹ ਬੇਸ਼ੱਕ ਫੋਟੋਗ੍ਰਾਫਰ ਹੈ, ਜ਼ਖਮੀ ਪੰਛੀ ਦੀ ਉਹ ਸੰਭਾਲ ਜ਼ਰੂਰ ਕਰਦਾ। ਕਈ ਵਾਰੀ ਸਾਡੇ ਹੱਥਾਂ ਦੇ ਵਿੱਚ ਆ ਕੇ ਜਦੋਂ ਪੰਛੀ ਮਰ ਜਾਂਦੇ ਆ ਜਾਂ ਅਸੀਂ ਰਸਤੇ ਦੇ ਵਿੱਚ ਕੋਈ ਸੜਕ ਦੇ ਉੱਤੇ ਮਰਿਆ ਹੋਇਆ ਪੰਛੀ ਜਾਂ ਜਾਨਵਰ ਦੇਖਦੇ ਹਾਂ, ਸਾਨੂੰ ਪਤਾ ਹੁੰਦਾ ਕਿ ਕਿੰਨਾ ਕੀਮਤੀ ਸੀ, ਕਿੰਨੇ ਘੱਟ ਨੇ, ਤਾਂ ਉਦੋਂ ਸਾਨੂੰ ਜਿਹੜੀ ਹੈ ਤਕਲੀਫ ਹੁੰਦੀ ਹੈ। ਪਰ ਇਹ ਸਾਡੇ ਜਿਹੜੇ ਦੋਸਤ ਹੈ ਇੱਕ ਮਾਹੌਲ ਸਿਰਜ ਰਹੇ ਆ ਲੋਕਾਂ ਦੇ ਵਾਸਤੇ ਕਿ ਆਪਾਂ ਪੰਛੀਆਂ ਦੇ ਸੰਭਾਲ ਕਰਨੀ ਸਿੱਖੀਏ, ਪੰਛੀਆਂ ਦੇ ਆਲ੍ਹਣਿਆਂ ਦਾ ਜਿਹੜਾ ਉਜਾੜਾ ਕਰਨਾ ਬੰਦ ਕਰੀਏ। ਸਫਾਈ ਦੇ ਨਾਂ ਦੇ ਉੱਤੇ ਇਹਨਾਂ ਦੇ ਜਿਹੜੇ ਰਹਿਣ ਬਸੇਰੇ ਆ, ਰਿਹਾਇਸ਼ੀ ਇਹਨਾਂ ਦੀਆਂ, ਹੁਣ ਦੇਖੋ ਇਨਸਾਨ ਨੇ ਪਹਾੜ ਪੱਧਰੇ ਕਰਕੇ ਆਪਣੇ ਰਹਿਣ ਨੂੰ ਜਗ੍ਹਾ ਬਣਾ ਲਈ। ਪੰਛੀ ਦੀ ਤੁਸੀਂ ਕਦੇ ਕੋਈ ਕਲੋਨੀ ਨਹੀਂ ਦੇਖੀ ਹੋਣੀ, ਪੰਛੀ ਦੇ ਕਦੇ ਕੋਈ ਤੁਸੀਂ ਇਕੱਠੇ ਘਰ ਨਹੀਂ ਦੇਖੇ ਹੋਣੇ। ਤਾਂ ਇਹਨਾਂ ਨੇ ਇੱਕ ਕੁਦਰਤ ਦੇ ਕੁਦਰਤੀ ਮਾਹੌਲ ਦੇ ਵਿੱਚ ਆਪਣੇ ਰਹਿਣ ਲਈ ਟਿਕਾਣਾ ਲੱਭਣਾ ਹੁੰਦਾ। ਜੇ ਮਿਲ ਗਿਆ ਤਾਂ ਇਹਨਾਂ ਟਿਕ ਜਾਣਾ, ਜੇ ਨਾ ਮਿਲਿਆ ਤੇ ਉਹ ਜਿੱਦਾਂ ਕਹਿੰਦੇ ਹੁੰਦੇ ਆ ਵੀ ਸਾਧ ਚੱਲਦੇ ਭਲੇ ਅਤੇ ਨਗਰੀ ਵੱਸਦੀ ਭਲੀ। ਪੰਛੀ ਨੂੰ ਕੋਈ ਫਰਕ ਨਹੀਂ, ਉਹ ਸਾਡੇ ਵਰਗਾ ਕਿਤੇ ਜਾ ਕੇ ਹੋਰ ਲੱਭ ਲੈਣਗੇ। ਜਿੰਨੀ ਦੇਰ ਕੁਦਰਤ ਨੇ ਉਹਨਾਂ ਨੂੰ ਬਚਾ ਕੇ ਰੱਖਣਾ, ਉਹਨਾਂ ਨੇ ਅਡਾਰੀ ਭਰ ਕੇ ਆਪਦੇ ਰਹਿਣ ਲਈ ਜਗ੍ਹਾ ਅਤੇ ਖਾਣ ਲਈ ਜਿਹੜਾ ਦਾਣਾ ਉਹ ਲੱਭਦਾ ਹੀ ਰਹਿਣਾ। ਅਤੇ ਜਿੰਨੀ ਦੇਰ ਤੱਕ ਉਹਨਾਂ ਦੀ ਕੁਦਰਤ ਉਹਨਾਂ 'ਤੇ ਮਿਹਰਬਾਨ ਹੈ, ਅਸੀਂ ਆਪਦਾ ਆਲਾ ਦੁਆਲਾ ਉਜਾੜ ਵੀ ਦੇਵਾਂਗੇ ਅਤੇ ਉਹਨਾਂ ਦੇ ਰਹਿਣ ਲਈ ਕੁਦਰਤ ਉਹਨਾਂ ਨੂੰ ਕੋਈ ਨਾ ਕੋਈ ਰਹਿਣ ਬਸੇਰਾ ਜ਼ਰੂਰ ਦੇ ਦੂਗੀ। ਸੁਨੇਹਾ ਸਾਡੇ ਆਮ ਲੋਕਾਂ ਦੇ ਲਈ ਸਾਰੀ ਗੱਲਬਾਤ ਮੇਰੇ ਖਿਆਲ ਦੇ ਵਿੱਚ ਇੱਕ ਸੁਨੇਹਾ ਹੀ ਹੈ। ਨਾ ਤਾਂ ਇਸ ਦੇ ਵਿੱਚ ਮੇਰੀ ਕੋਈ ਆਪ ਦੀ ਕੋਈ ਯੋਗਤਾ ਕੰਮ ਕਰਦੀ ਹੈ,
ना ही कोई मेरी इंटैलीजेंसी ਜਾਂ ਮੇਰਾ ਕੋਈ ਗਿਆਨ ਇਹਦੇ ਵਿੱਚ ਕੰਮ ਕਰ ਸਕਦਾ। ਤਾਂ ਜਿਹੜੀ ਆਪਾਂ ਗੱਲਬਾਤ ਕੀਤੀ ਹੈ ਸਾਰੇ ਦਾ ਸਾਰਾ ਇੱਕ ਸਾਡੇ ਆਮ ਲੋਕਾਂ ਦੇ ਲਈ ਇੱਕ ਸੁਨੇਹਾ ਹੀ ਆ ਕਿ ਅਸੀਂ ਆਪਣੇ ਆਲੇ ਦੁਆਲੇ ਤੋਂ ਸ਼ੁਰੂ ਕਰਕੇ ਇਹਨਾਂ ਪੰਛੀਆਂ ਨੇ ਇਹਨਾਂ ਨੇ ਸਾਡੇ ਤੋਂ ਕੋਈ ਇਹ ਨਹੀਂ ਕਹਿਣਾ ਕਿ ਸਾਡੇ ਕੋਲੇ 5 ਮਰਲੇ ਦਾ ਪਲਾਟ ਆ ਤੇ ਉਹਦੇ 'ਚ ਅੱਧੇ ਮਰਲੇ ਦੀ ਰਜਿਸਟਰੀ ਮੇਰੇ ਨਾਲ ਕਰਾਓ। ਸਾਡੇ ਖੂਬਸੂਰਤ ਘਰ ਦੇ ਵਿੱਚ ਹੀ ਇੱਕ ਛੋਟਾ ਜਿਹਾ ਟਿਕਾਣਾ ਇਹਨਾਂ ਨੇ ਲੱਭਣਾ। ਸਾਡੀ ਛੋਟੀ ਜਿਹੀ ਕਿਆਰੀ ਦੇ ਵਿੱਚ ਹੀ ਇਹਨਾਂ ਨੇ ਆਪਦਾ ਆਲਣਾ ਬਣਾ ਲੈਣਾ। ਸਾਡੇ ਖਾਲੀ ਪਏ ਪਲਾਟ ਦੇ ਵਿੱਚ ਜਿਹੜੀ ਸਾਡੇ ਲਈ ਇੱਕ ਗੰਦਗੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੜੀ ਬੂਟੀ ਜਾਂ ਘਾਹ ਫੂਸ ਆ ਉਹਦੇ ਵਿੱਚੋਂ ਇਹਨਾਂ ਨੇ ਆਪਣਾ ਖਾਣਾ ਤਲਾਸ਼ ਲੈਣਾ। ਤਾਂ ਅਸੀਂ ਇਹਨਾਂ ਪੰਛੀਆਂ 'ਤੇ ਇੰਨੀ ਕੁ ਮਿਹਰਬਾਨੀ ਕਰੀਏ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਆਲੇ ਦੁਆਲੇ ਮੈਂ ਇੱਕ ਛੋਟੀ ਜਿਹੀ ਗੱਲ ਇਹਦੇ ਵਿੱਚ ਐਡ ਕਰਾਂ ਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਦੋਂ ਤੋਂ ਘਰਾਂ ਦੇ ਰੂਪ ਦੇ ਵਿੱਚ ਅਸੀਂ ਕਲੋਨੀਆਂ 'ਚ ਵਸਣਾ ਸ਼ੁਰੂ ਹੋਏ ਹਾਂ ਤਾਂ ਉੱਥੇ ਅਸੀਂ ਕੀ ਕਰਤਾ ਕਿ ਪਲਾਟ ਛੋਟੇ ਹੋ ਗਏ, ਕੀਮਤਾਂ ਜ਼ਿਆਦਾ ਹੋ ਗਈਆਂ ਅਤੇ ਅਸੀਂ ਸੋਹਣੇ ਸੋਹਣੇ ਦਰਖਤ ਉੱਥੇ ਲਾਉਣੇ ਸ਼ੁਰੂ ਕਰਤੇ। ਤਾਂ ਉਹਨਾਂ ਦਰਖਤਾਂ ਦੇ ਵਿੱਚ ਬਹੁਤ ਸਾਰੇ ਪੰਛੀ ਤੇ ਆਲ੍ਹਣਾ ਪਾ ਲੈਂਦੇ ਆ, ਲੇਕਿਨ ਬਹੁਤ ਸਾਰੇ ਪੰਛੀਆਂ ਲਈ ਉਹ ਦਰਖਤ ਕੋਈ ਅਹਿਮੀਅਤ ਨਹੀਂ ਰੱਖਦੇ। ਉਹਨਾਂ ਨੂੰ ਘਰ ਪਾਉਣ ਦੇ ਲਈ ਉੱਦਾਂ ਹੀ ਆਪਣਾ ਜਿਹੜਾ ਘਾਹ ਫੂਸ ਜਾਂ ਛੋਟੇ ਛੋਟੇ ਸਰਕੜੇ ਜਾਂ ਜਿਹੜੇ ਆਪਾਂ ਕੰਡਿਆਲੇ ਜਿਹੜੇ ਝਾੜੀਆਂ ਹੈਗੀਆਂ ਉਹ ਉਹਨਾਂ ਨੂੰ ਚਾਹੀਦੀਆਂ, ਕਿਉਂਕਿ ਜਿਹੜੇ ਛੋਟੇ ਪੰਛੀ ਹੁੰਦੇ ਆ ਇਹ ਸ਼ਿਕਾਰੀ ਪੰਛੀਆਂ ਤੋਂ ਬਚਣ ਦੇ ਲਈ ਅਕਸਰ ਹੀ ਜਿਹੜਾ ਹੈ ਝਾੜੀਆਂ ਦੇ ਵਿੱਚ ਕੰਡਿਆਲੇ ਥਾਵਾਂ 'ਤੇ ਲੁਕਦੇ ਆ। ਔਰ ਇੱਕ ਹੋਰ ਮੈਂ ਜਾਣਕਾਰੀ ਸਾਂਝੀ ਕਰਾਂ ਕਿ ਪੰਛੀ ਉਸ ਲੈਵਲ ਦੇ ਉੱਤੇ ਹੀ ਆਪਣਾ ਆਲ੍ਹਣਾ ਬਣਾਉਂਦਾ ਜਿੱਡੀ ਕੋ ਉਡਾਰੀ ਭਰਦਾ। ਜਿਹੜਾ ਜ਼ਮੀਨ ਦੇ ਨੇੜੇ ਨੇੜੇ ਉੱਡਦਾ ਉਹ ਇਹਨਾਂ ਸਰਕੜਿਆਂ ਦੇ ਵਿੱਚ ਆਪਣੇ ਆਲ੍ਹਣੇ ਬਣਾਉਂਦਾ। ਜਿਹੜਾ ਦਰਖਤ ਦੇ ਲੈਵਲ ਦੇ ਉੱਤੇ ਉਡਾਰੀ ਭਰਦਾ ਉਹ ਇਹਨਾਂ ਦਰਖਤਾਂ ਦੇ ਵਿੱਚ ਆਪਣੇ ਆਲ੍ਹਣੇ ਬਣਾਉਂਦਾ। ਔਰ ਜਿਹੜੇ ਉੱਚੀ ਉਡਾਰੀ ਭਰਦੇ ਆ ਉਹ ਤੁਸੀਂ ਦੇਖਿਆ ਹੋਣਾ ਕਿ ਟਾਵਰਾਂ ਦੇ ਉੱਤੇ, ਖੰਭਿਆਂ ਦੇ ਉੱਤੇ ਜਾਂ ਉੱਚੇ ਦਰਖਤਾਂ ਦੇ ਉੱਤੇ ਆਲ੍ਹਣਾ ਬਣਾਉਂਦੇ ਆ। ਸੋ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਪੰਛੀਆਂ ਦੇ ਲਈ ਬਹੁਤਾ ਕੁਛ ਤਾਂ ਨਹੀਂ ਕਰ ਸਕਦੇ, ਗਿਆਨ ਅਤੇ ਅਗਿਆਨ ਦੋਨਾਂ ਦਾ ਹੀ ਇਸਤੇਮਾਲ ਕਰਦੇ ਹੋਏ ਕਿ ਜਿੱਥੇ ਸਾਨੂੰ ਨਹੀਂ ਪਤਾ ਉੱਥੇ ਅਗਰ ਛੱਡ ਦਈਏ ਤਾਂ ਉਹ ਵੀ ਪੰਛੀ ਲਈ ਸੇਫ ਹੈ। ਅਗਰ ਸਾਨੂੰ ਅਗਿਆਨ ਹੈ ਤਾਂ ਅਸੀਂ ਤਾਂ ਵੀ ਉਹਦਾ ਇਸਤੇਮਾਲ ਕਰਦੇ ਹੋਏ ਇਹਨਾਂ ਪੰਛੀਆਂ ਦੇ ਜਿਹੜੇ ਰਹਿਣ ਦੇ ਟਿਕਾਣੇ ਆ, ਇਹਨਾਂ ਦੀਆਂ ਰਹਿਣ ਦੀਆਂ ਥਾਵਾਂ ਆਲੇ ਦੁਆਲੇ ਦੇਖੀਏ, ਵਾਚੀਏ। ਜਿੱਥੇ ਪੰਛੀਆਂ ਦੀ ਚਹਿਚਹਾਟ ਮਹਿਸੂਸ ਹੁੰਦੀ ਆ ਉੱਥੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹ ਇਹਨਾਂ ਪੰਛੀਆਂ ਦੀ ਕਲੋਨੀ ਹੈ ਅਤੇ ਇਹ ਇਹਨਾਂ ਪੰਛੀਆਂ ਦੇ ਰਹਿਣ ਦਾ ਘਰ ਹੈ। ਜਿੰਨੀ ਦੇਰ ਤੱਕ ਸਾਡੇ ਲਈ ਉਹ ਪਲਾਟ ਇੱਕ ਖਾਲੀ ਪਲਾਟ ਹੈ ਅਤੇ ਉਹਨੂੰ ਉਸੇ ਤਰ੍ਹਾਂ ਪਿਆ ਰਹਿਣ ਦਿਓ। ਉਹਦੇ ਆਲੇ ਦੁਆਲੇ ਚਾਰ ਦੀਵਾਰੀ ਕਰਕੇ ਕੋਈ ਜੇ ਸੱਪ ਠੂੰਆਂ ਵੀ ਹੋਇਆ ਅਤੇ ਉਹਨੇ ਕੋਈ ਟੱਪ ਕੇ ਅਤੇ ਉੱਤੋਂ ਆ ਨਹੀਂ ਜਾਣਾ। ਔਰ ਜਿੰਨਾ ਅਸੀਂ ਆਲੇ ਦੁਆਲੇ ਆਪਣੇ ਵਸੋਂ ਕਰ ਲਈਏ ਉਹ ਬਾਹਰੋਂ ਤਾਂ ਕਿਤੋਂ ਆਉਣ ਵੀ ਨਹੀਂ ਲੱਗੇ, ਧਰਤੀ 'ਚੋਂ ਕਿਸੇ ਚੀਜ਼ ਨੇ ਨਿਕਲ ਨਹੀਂ ਆਉਣਾ। ਤਾਂ ਇਸ ਕਰਕੇ ਅਸੀਂ ਉਸ ਜਗ੍ਹਾ ਨੂੰ ਥੋੜ੍ਹਾ ਜਿਹਾ ਬਖਸ਼ ਦਈਏ। ਇਹੀ ਸੁਨੇਹਾ, ਇਹੀ ਮੈਸੇਜ ਹੈ ਅਤੇ ਇਹੀ ਕਹਿਣ ਦੀ ਕੋਸ਼ਿਸ਼ ਹੈ। ਇੰਨਾ ਕਹਿੰਦੇ ਹੋਏ ਆਪਣਾ ਧੰਨਵਾਦ।